नवे नेम दे विच लूका ਉਹਦਾ 9 अध्याय ਉਹਦਾ ਪੜਾਂਗੇ ਆਪਾਂ 57 ਤੋਂ ਲੈ ਕੇ 62 तक। ਜਾਂ ਉਹ ਰਸਤੇ ਵਿੱਚ ਚਲੇ ਜਾਂਦੇ ਸਨ। एक मिनट सारे बाइबल खोल लो अपना लूका 9 अध्याय ਉਹਦਾ ਪੜਾਂਗੇ ਆਪਾਂ 57 ਤੋਂ ਲੈ ਕੇ 62 तक। चलो ਜਾਂ ਉਹ ਰਸਤੇ ਵਿੱਚ ਚਲੇ ਜਾਂਦੇ ਸਨ ਤਾਂ ਉਸ ਨੂੰ ਇਹਨੇ ਆਖਿਆ ਜਿੱਥੇ ਕਿਤੇ ਤੁਸੀਂ ਜਾਓ ਮੈਂ ਤੁਹਾਡੇ ਮਗਰ ਚੱਲਾਂਗਾ। ਯੀਸ਼ੂ ਨੇ ਉਹਨੂੰ ਕਿਹਾ ਡੂੰਘੀਆਂ ਦੇ ਝਰਨੇ ਅਤੇ ਆਕਾਸ਼ ਦੇ ਪੰਛੀਆਂ ਦੇ ਆਲਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਨ ਨੂੰ ਥਾਂ ਨਹੀਂ। ਉਸਨੇ ਹੋਰ ਦੂਜੇ ਨੂੰ ਆਖਿਆ ਕਿ ਮੇਰੇ ਪਿੱਛੇ ਤੁਰ ਆ ਪਰ ਉਹਨੇ ਕਿਹਾ ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦਬਾਉਂ। ਉਸਨੇ ਉਹਨੂੰ ਆਖਿਆ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ਪਰ ਤੂੰ ਜਾ ਕੇ ਪਰਮੇਸ਼ਵਰ ਦੇ ਰਾਜ ਦੀ ਖਬਰ ਸੁਣਾ। ਅਤੇ ਇੱਕ ਹੋਰ ਬੋਲਿਆ ਪ੍ਰਭੂ ਜੀ ਮੈਂ ਤੁਹਾਡੇ ਨਾਲ ਲੱਗਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦੇ ਲੋਕਾਂ ਤੋਂ ਵਿਦਿਆ ਹੋਇਆ ਹਾਂ। ਪਰ ਯਿਸੂ ਨੇ ਉਹਨੂੰ ਆਖਿਆ ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਂਹ ਨੂੰ ਵੇਖੇ ਤਾਂ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ। सारे बोलो हालेलुया हालेलुया। ये परमेश्वर का वचन है जो परमेश्वर के आत्मा द्वारा लिखाया गया है और प्रभु यीशु मसीह ने कहा आकाश धरती टल जाएगा पर मेरा वचन कभी नहीं टलेगा। सो परमेश्वर के वचन बहुत ध्यान नाल सुने जब आप वचन सुन के सिर्फ सुनना ही नहीं है और वचन के ऊपर आप करना था विश्वास करके इसके अनुसार चलना भी है। अब बहुत सारे लोग परमेश्वर के वचन सुनते हैं लेकिन जो परमेश्वर की पहचान होनी चाहिए है ਅੱਜ ਲੋਕਾਂ ਨੂੰ ਪਰਮੇਸ਼ਰ ਦੀ ਪਹਿਚਾਨ ਨਹੀਂ ਹੈ। ਅੱਜ ਦੇਖੋ ਅੱਜ ਐਤਵਾਰ ਹੈ ਔਰ ਜ਼ਿਆਦਾਤਰ ਕੀ ਹੁੰਦਾ ਹੈ ਐਤਵਾਰ ਨੂੰ ਜੋ ਮਸੀਹ ਲੋਕ ਨੇ ਜੋ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ ਉਹ ਬੰਦਗੀ ਵਿੱਚ ਜਾਂਦੇ ਨੇ ਬੰਦਗੀ ਸੁਣ ਕੇ ਘਰੇ ਆਉਂਦੇ ਨੇ ਲੇਕਿਨ ਸੋਚਦੇ ਕਿ ਅਸੀਂ ਬੰਦਗੀ ਸੁਣ ਕੇ ਆਏ ਹਾਂ ਅਸੀਂ ਪਰਮੇਸ਼ਰ ਨੂੰ ਖੁਸ਼ ਕਰਕੇ ਆਏ ਹਾਂ ਜਦ ਕਿ ਜੋ ਸਾਡਾ ਪਰਮੇਸ਼ਰ ਹੈ ਸਭ ਤੋਂ ਪਹਿਲਾਂ ਸਾਨੂੰ ਉਹਦੀ ਪਹਿਚਾਨ ਹੋਣੀ ਚਾਹੀਦੀ ਹੈ ਕਿ ਸਾਡਾ ਪਰਮੇਸ਼ਰ ਕੌਣ ਹੈ। ਸਾਡਾ ਪਰਮੇਸ਼ਰ ਉਹ ਕੀ ਕਰ ਸਕਦਾ ਗਾ। ਸਾਡੇ ਪਰਮੇਸ਼ਰ ਦੇ ਵਿੱਚ ਇੰਨੀ ਸਾਮਰਥ ਹੈ ਇੰਨੀ ਸ਼ਕਤੀ ਹੈ ਜਿਸਨੇ ਇੱਕ ਵਾਰ ਬੋਲਿਆ ਕਿ ਆਕਾਸ਼ ਬਣ ਜਾਏ ਉਹ ਆਕਾਸ਼ ਬਣ ਗਿਆ। ਜਿਸਨੇ ਇੱਕ ਵਾਰ ਬੋਲਿਆ ਕਿ ਧਰਤੀ ਬਣ ਜਾਏ ਧਰਤੀ ਬਣ ਗਈ। ਔਰ ਜਿੰਨਾ ਕੁਝ ਵੀ ਆਕਾਸ਼ ਦੇ ਵਿੱਚ ਹੈ ਔਰ ਜਿੰਨਾ ਕੁਝ ਇਸ ਧਰਤੀ ਦੇ ਉੱਪਰ ਹੈ ਚਾਹੇ ਸਮੁੰਦਰ ਚਾਹੇ पेड़ चाहे पौधे चाहे पशु चाहे पंछी चाहे जानवर चाहे समंदर ਦੇ जो कुछ है ये सब कुछ बनाने वाले कौन ने ਉਹ प्रभु यीशु मसीह। वो बहुत ही सर्वशक्तिमान परमेश्वर ने। प्रभु यीशु मसीह ਦੇ ਵਿੱਚ ਕੀ ਹੈ सिर्फ और सिर्फ भलाई है। मतलब प्रभु यीशु मसीह ਇੰਨੇ सर्वशक्तिमान ने कि ਉਹ जो कुछ भी बोलते हैं उसी तरह हो ਜਾਂਦਾ है। ਅੱਜ ਦੇਖੋ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਨੇ वैसे देखा जाए संसार में आप लोगों की गिनती नहीं कर सकते लेकिन की है एक अनुमान ला सकते हैं आप एक अंदाजा ला सकते हैं कि इन्ने लोग ने इस धरती उपर। हम साडे परमेश्वर वो तो स्वर्ग में रहते हैं। अगर परमेश्वर स्वर्ग में बैठे बैठे सोचन कि धरती उपर सारी मूर्ति पूजा बंद हो जाए कि बंद हो जाएगी हो सकती है। अगर प्रभु यीशु मसीह स्वर्ग में बैठे बैठे सोचन या एक छोटी जी आवाज कढ़ना कि सारे लोग मेरे ते विश्वास करन कि ऐसा हो सकता है। सारे बोलो हालेलुया। अगर प्रभु यीशु मसीह बैठे बैठे छोटी जी आवाज कढ़न कि धरती के जिन्ने भी लोग ने वो सारे मेरे ऊपर विश्वास करन कि हो सकता है ऐसा हो सकता है ऐसा। शक ना करो प्रभु यीशु मसीह के ऊपर। प्रभु यीशु मसीह पर शक ना करो। प्रभु यीशु मसीह अगर ऐसा बोले ना चाहे सब कुछ हो सकता है लेकिन प्रभु यीशु मसीह ऐसा नहीं करते। प्रभु यीशु मसीह ऐसा नहीं करते। क्यों नहीं करते? क्योंकि प्रभु यीशु मसीह ने इंसान को किया गा आजाद मर्जी के ऊपर बनाया गा आजाद मर्जी के ऊपर। प्रभु यीशु मसीह की कहते हैं कि अपनी मर्जी के नाल मेरे से विश्वास करो। अपनी मर्जी के नाल अगर कोई परमेश्वर को प्यार करे तो चंगी गल है। अगर कोई अपनी मर्जी के नाल परमेश्वर के वचन की आज्ञाकारी करे तो चंगी गल है। परमेश्वर कदे भी किसी नाल जबरदस्ती नहीं करते कदे भी किसी नाल जबरदस्ती नहीं करते। लेकिन अज ज्यादातर लोगों को की लगता है कि असीं बंदगी में जाके आए
ਅਸੀਂ ਕੀ ਬੰਦਗੀ ਵਿੱਚ ਜਾ ਕੇ ਆਏ, ਅਸੀਂ ਪ੍ਰਭੂ ਯਿਸੂ ਮਸੀਹ ਤੇ ਅਹਿਸਾਨ ਕਰਤਾ। ਜ਼ਿਆਦਾਤਰ ਲੋਕਾਂ ਦੇ ਮਨ ਦੇ ਵਿੱਚ ਇਹ ਹੈ, ਅਸੀਂ ਸਮੇਂ ਸਿਰ ਬੰਦਗੀ 'ਚ ਜਾਂਦੇ ਹਾਂ, ਅਸੀਂ ਯਿਸੂ ਮਸੀਹ ਤੇ ਅਹਿਸਾਨ ਕਰਦੇ ਹਾਂ। ਅੱਜ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਗਾ, ਅਗਰ ਕਿਸੇ ਨੇ ਵਿਆਹ ਛੱਡਤਾ, ਬੰਦਗੀ ਵਿੱਚ ਆ ਗਿਆ, ਤਾਂ ਉਹਨੂੰ ਕੀ ਹੁੰਦਾ ਗਾ, ਉਹਨੂੰ ਲੱਗਦਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਅਗਰ ਕੋਈ ਭੋਗ ਛੱਡ ਦੇਵੇ, ਬੰਦਗੀ ਵਿੱਚ ਆ ਜਾਏ, ਉਹਨੂੰ ਲੱਗਦਾ ਮੇਰੇ ਵਰਗਾ ਕੋਈ ਹੈ ਹੀ ਨਹੀਂ। ਕਿਉਂ? ਮੈਂ ਬੰਦਗੀ ਵਿੱਚ ਜਾਣਾ ਗਾ, ਮੈਂ ਤਾਂ ਵਿਆਹ ਦੀ ਪਰਵਾਹ ਨਹੀਂ ਕਰਦਾ, ਮੈਂ ਤਾਂ ਕਿਸੇ ਭੋਗ ਦੀ ਪਰਵਾਹ ਨਹੀਂ ਕਰਦਾ, ਮੈਂ ਕੀ ਕਰਦਾ, ਮੈਂ ਬੰਦਗੀ ਵਿੱਚ ਜਾਣਾ ਗਾ। ਅਗਰ ਜੋ ਕੁਛ ਵੀ ਕਰਦਾ ਗਾ ਇਨਸਾਨ, ਉਹ ਕਿਹਦੇ ਨਾਲ ਕਰਦਾ ਗਾ? ਆਪਣੀ ਮਰਜ਼ੀ ਨਾਲ ਕਰਦਾ ਗਾ। ਔਰ ਪ੍ਰਭੂ ਯਿਸੂ ਮਸੀਹ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦੇ। ਪ੍ਰਭੂ ਯਿਸੂ ਮਸੀਹ, ਅੱਜ ਤੁਸੀਂ ਇੱਥੇ ਆਏ ਹੋ, ਅੱਜ ਅਗਰ ਤੁਸੀਂ ਇੱਥੇ ਆਏ ਹੋ ਤਾਂ ਕਿਹਦੀ ਮਰਜ਼ੀ ਨਾਲ ਆਏ ਹੋ? ਆਪਣੀ ਮਰਜ਼ੀ ਨਾਲ ਆਏ ਹੋ। ਕਿ ਪ੍ਰਭੂ ਯਿਸੂ ਮਸੀਹ ਨੇ ਕਿਸੇ ਨਾਲ ਧੱਕਾ ਕੀਤਾ? ਕਿਹਾ ਪ੍ਰਭੂ ਯਿਸੂ ਮਸੀਹ ਨੇ ਕਿ ਆਓਗੇ ਬੰਦਗੀ 'ਚ? ਪ੍ਰਭੂ ਯਿਸੂ ਮਸੀਹ ਕਦੇ ਕਿਸੇ ਨੂੰ ਨਹੀਂ ਕਹਿੰਦੇ। ਕੋਈ 10 ਕਿਲੋਮੀਟਰ ਤੋਂ ਆਇਆਗਾ, ਕੋਈ 2 ਕਿਲੋਮੀਟਰ ਤੋਂ ਆਇਆਗਾ, ਕੋਈ 20 ਕਿਲੋਮੀਟਰ ਤੋਂ ਆਇਆ, ਕੋਈ 50 ਕਿਲੋਮੀਟਰ ਤੋਂ ਆਇਆਗਾ। ਉਹ ਕਿਹਦੀ ਮਰਜ਼ੀ ਨਾਲ ਆਏਗਾ? ਉਹ ਤਾਂ ਆਪਣੀ ਮਰਜ਼ੀ ਦੇ ਨਾਲ ਆਏਗਾ। ਤੁਹਾਡੇ ਵਿੱਚੋਂ ਇੱਕ ਵੀ ਜਨ, ਜਾਂ ਮੈਂ ਵੀ ਨਹੀਂ ਕਹਿ ਸਕਦਾ ਇਹ ਗੱਲ ਕਿ ਮੇਰੇ ਨਾਲ ਪ੍ਰਭੂ ਯਿਸੂ ਨੇ ਧੱਕਾ ਕੀਤਾਗਾ। ਅਸੀਂ ਜੋ ਕੁਝ ਵੀ ਕਰ ਰਹੇ ਹਾਂ ਆਪਣੀ ਮਰਜ਼ੀ ਦੇ ਨਾਲ ਕਰ ਰਹੇ ਹਾਂ। ਤੁਸੀਂ ਆਪਣਾ ਕਾਰੋਬਾਰ ਛੱਡ ਕੇ ਆਏ ਹੋ, ਆਪਣਾ ਕੰਮਕਾਰ ਛੱਡ ਕੇ ਆਏ ਹੋ, ਆਪਣਾ ਘਰ ਛੱਡ ਕੇ ਆਏ ਹੋ, ਆਪਣਾ ਪਰਿਵਾਰ ਛੱਡ ਕੇ ਆਏ ਹੋ, ਕਿਹਦੀ ਮਰਜ਼ੀ ਨਾਲ? ਆਪਣੀ ਮਰਜ਼ੀ ਦੇ ਨਾਲ। ਇਹਦੇ ਵਿੱਚ ਪ੍ਰਭੂ ਯਿਸੂ ਦੀ ਮਰਜ਼ੀ ਹੈ ਕਿ ਤੁਸੀਂ ਕੀ ਕਰੋ, ਇਕੱਠੇ ਹੋਵੋ। ਲੇਕਿਨ ਇਕੱਠਾ ਹੋਣਾ ਉਹ ਤਾਂ ਸਾਡੀ ਮਰਜ਼ੀ ਹੈ, ਇਕੱਠਾ ਹੋਣਾ ਤੇ ਨਾ ਹੋਣਾ। ਮਤਲਬ ਪ੍ਰਭੂ ਯਿਸੂ ਮਸੀਹ ਕਦੇ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦੇ। ਕਰ ਬੋਲੋ ਹਾਲੇਲੂਇਆ, ਹਾਲੇਲੂਇਆ। ਲੇਕਿਨ ਅੱਜ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਗਾ ਕਿ ਅਸੀਂ ਸੰਡੇ ਬੰਦਗੀ ਵਿੱਚ ਜਾਂਦੇ ਹਾਂ, ਅਸੀਂ ਚਰਚ ਜਾਂਦੇ ਹਾਂ, ਸਾਡੇ ਵਰਗਾ ਕੋਈ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ। ਅੱਜ ਇਸਨੇ ਕਿਸੇ ਇਨਸਾਨ ਨੇ ਬਹੁਤ ਜ਼ਰੂਰੀ ਕੰਮ ਛੱਡਿਆ ਹੋਊਗਾ ਤੇ ਉਹਦੇ ਵਿੱਚ ਕੀ ਆ ਜਾਂਦਾ? ਗੱਲ ਦਾ ਮੈਂ ਕੰਮ ਕੀਤਾ ਗਾ, ਇਹ ਮਤਲਬ ਮੈਂ ਚਾਹੁੰਦਾ ਮੈਂ ਉੱਧਰ ਚਲਾ ਜਾਂਦਾ, ਮੈਂ ਚਾਹੁੰਦਾ ਮੈਂ ਤਾਂ ਇਹ ਕੰਮ ਕਰ ਦਿੰਦਾ, ਲੇਕਿਨ ਨਹੀਂ, ਮੈਂ ਬੰਦਗੀ ਵਿੱਚ ਆਇਆ। ਮੈਂ ਕਿਹਾ ਮੈਂ ਬੰਦਗੀ ਦੇ ਵਿੱਚ ਆਇਆ। ਲੇਕਿਨ ਸਹੀ ਦੇ ਵਿੱਚ ਅਸੀਂ ਜੋ ਵੀ ਕਰ ਰਹੇ ਹਾਂ ਉਹ ਤਾਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ। ਅਗਰ ਪਰਮੇਸ਼ਵਰ ਚਾਹੇ ਤਾਂ ਸਾਡੇ ਨਾਲ ਜ਼ਬਰਦਸਤੀ ਕਰ ਸਕਦੇ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਕਦੇ ਵੀ ਜ਼ਬਰਦਸਤੀ ਨਹੀਂ ਕਰਦੇ। ਸਾਰੇ ਬੋਲੋ ਹਾਲੇਲੂਇਆ। ਲੇਕਿਨ ਪ੍ਰਭੂ ਯਿਸੂ ਮਸੀਹ ਇੱਕ ਗੱਲ ਕਹਿੰਦੇ ਨੇ, ਆਪਾਂ ਪੜਾਂਗੇ ਬੱਚਨ ਦੇ ਵਿੱਚ, ਮੱਤੀ ਉਹਦਾ 16 ਅਧਿਆਇ ਉਹਦਾ 24 ਵਚਨ। यीशु ने अपने चेलों को कहा, जे कोई मेरे पीछे आना चाहे तो अपने आप का इनकार करे ਅਤੇ ਆਪਣੇ ਸਰੀਰ ਚੁੱਕ ਕੇ ਮੇਰੇ ਪਿੱਛੇ ਚੱਲੇ। ਸਾਰੇ ਬੋਲੋ ਹਾਲੇਲੂਇਆ। ਸਾਰੇ ਬੱਚਿਆਂ ਨੂੰ ਬਹੁਤ ਧਿਆਨ ਨਾਲ ਸੁਣੋ। ਅਗਰ ਜਿਹਨੂੰ ਮਿਲਦਾ ਤਾਂ ਠੀਕ ਹੈ, ਅਗਰ ਜਿਹਨੂੰ ਲੱਭਣ ਦੇ ਵਿੱਚ ਥੋੜੀ ਮੁਸ਼ਕਿਲ ਆਉਂਦੀ ਹੈ ਤਾਂ ਸੁਣੋ। ਇੱਕ ਵਾਰ ਫਿਰ ਉੱਚੀ ਆਵਾਜ਼ ਦੇ ਵਿੱਚ। ਤਾਂ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੇ ਸਰੀਰ ਚੁੱਕ ਕੇ ਮੇਰੇ ਪਿੱਛੇ ਚੱਲੇ। ਪ੍ਰਭੂ ਯਿਸੂ ਜੀ ਸਾਫ਼-ਸਾਫ਼ ਕਹਿੰਦੇ ਨੇ ਕਿ ਜੇ ਕੋਈ ਮੇਰੇ ਪਿੱਛੇ ਆਣਾ ਚਾਹੇ, ਜੇ ਕੋਈ ਮੇਰੇ ਪਿੱਛੇ ਆਣਾ ਚਾਹੇ ਤਾਂ ਕੀ ਕਰੇ? ਉਹ ਆਵੇ। ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਵੇ, ਤੇ ਜੇ ਕੋਈ ਨਹੀਂ ਆਉਣਾ ਚਾਹੁੰਦਾ ਉਹ ਮੇਰੇ ਪਿੱਛੇ ਨਾ ਆਵੇ। ਸਾਡੇ ਪ੍ਰਭੂ ਯਿਸੂ ਜੀ ਸਰਵ ਸ਼ਕਤੀਮਾਨ ਨੇ, ਉਹ ਪਰਮੇਸ਼ਵਰ ਹੈ। ਅਸੀਂ ਮੰਨੀਏ ਤਾਂ ਵੀ ਉਹ ਪਰਮੇਸ਼ਵਰ ਹੈ, ਅਸੀਂ ਨਹੀਂ ਮੰਨਦੇ ਉਹਨੂੰ ਤਾਂ ਵੀ ਉਹ ਪਰਮੇਸ਼ਵਰ ਹੈ। ਮਤਲਬ ਕਿ ਪ੍ਰਭੂ ਯਿਸੂ ਮਸੀਹ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਸੀਂ ਬੰਦਗੀ ਵਿੱਚ ਆਈਏ ਚਾਹੇ ਨਾ ਆਈਏ, ਪ੍ਰਾਰਥਨਾ ਕਰੋ ਚਾਹੇ ਨਾ ਕਰੋ, ਪ੍ਰਭੂ ਯਿਸੂ ਮਸੀਹ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਲੇਕਿਨ ਜ਼ਿਆਦਾਤਰ ਕੀ ਲੱਗਦਾ ਲੋਕਾਂ ਨੂੰ ਕਿ ਅਸੀਂ ਬੰਦਗੀ ਵਿੱਚ ਜਾਂਦੇ ਹਾਂ, ਸ਼ਾਇਦ ਪਰਮੇਸ਼ਵਰ ਨੂੰ ਸਾਡੀ ਜ਼ਰੂਰਤ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ, ਸ਼ਾਇਦ ਪਰਮੇਸ਼ਵਰ ਨੂੰ ਸਾਡੀ ਜ਼ਰੂਰਤ ਹੈ। ਅਸੀਂ ਵਰਤ ਕਰਦੇ ਹਾਂ, ਸ਼ਾਇਦ ਪਰਮੇਸ਼ਵਰ ਨੂੰ ਸਾਡੀ ਵਰਤਾਂ ਦੀ ਜ਼ਰੂਰਤ ਹੈ। ਅਸੀਂ ਗੀਤ ਭਜਨ ਗਾਉਂਦੇ ਹਾਂ, ਅਸੀਂ ਬਾਈਬਲ ਪੜ੍ਹਦੇ ਹਾਂ, ਸ਼ਾਇਦ ਪਰਮੇਸ਼ਵਰ ਨੂੰ ਜ਼ਰੂਰਤ ਹੈ। ਲੇਕਿਨ ਪ੍ਰਭੂ ਯਿਸੂ ਨੇ ਕੀ ਕਿਹਾ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਮਤਲਬ ਆਉਣਾਗਾ। ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਵੇ, ਜੇ ਕੋਈ ਨਹੀਂ ਆਉਣਾ ਚਾਹੁੰਦਾ ਤੇ ਨਾ ਆਵੇ। ਅੱਜ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਅਸੀਂ ਬੰਦਗੀ ਵਿੱਚ ਜਾਂਦੇ ਹਾਂ, ਅੱਜ ਲੱਗਦਾ ਅਸੀਂ ਬਾਈਬਲ ਪੜ੍ਹਦੇ ਹਾਂ, ਅਸੀਂ ਵਰਤ ਕਰਦੇ ਹਾਂ, ਅਸੀਂ ਆਪਣੀ ਕਮਾਈ ਦਾ 10 ਹਿੱਸਾ ਦਿੰਦੇ ਹਾਂ, ਤਾਂ ਕਿਹੜਾ ਆਪਾਂ ਅਹਿਸਾਨ ਕਰਦੇ ਹਾਂ ਯਿਸੂ ਮਸੀਹ ਦੇ ਉੱਪਰ? ਅਗਰ ਯਿਸੂ ਮਸੀਹ ਸਾਨੂੰ ਕੁਝ ਦੇ ਰਿਹਾ ਗਾ ਤਾਂ ਹੀ ਅਸੀਂ ਦੇ ਰਹੇ ਹਾਂ। ਅਗਰ ਯਿਸੂ ਮਸੀਹ ਨਾ ਦੇਵੇ ਸਾਨੂੰ ਤੇ ਅਸੀਂ ਕਿਹੜਾ ਕੁਝ ਦੇ ਰਹੇ ਹਾਂ ਉਹਨੂੰ?
एक बार फिर पढ़ो। ਤਾਂ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। हाँ, जे कोई मेरे पीछे आना चाहे, मतलब साडी जरूरत प्रभु यीशु मसीह नहीं है। प्रभु यीशु मसीह ने साफ कहता, जे कोई मेरे पीछे आना चाहे, मतलब यीशु मसीह किसी जबरदस्ती नहीं करने वाले। यीशु मसीह करते भी किसी जबरदस्ती नहीं करते। हम देखो बहुत सारे लोग बैठे होंगे जो पिछले एतवार नहीं आए बंदगी में, कि परमेश्वर ने किसी ने कुछ कहा। बहुत से लोग ऐसे भी नहीं जो प्रार्थना नहीं करते होने। सुनो, बहुत लोग ऐसे ने जो बाइबल में पढ़ते होने कि परमेश्वर ने किसी ने कुछ कहा, वो नहीं कहते किसी को भी। मतलब असी प्रभु यीशु मसीह पर विश्वास करते हैं तां भी प्रभु यीशु मसीह परमेश्वर है। अगर असी प्रभु यीशु मसीह पर विश्वास नहीं करते वो तो तां भी परमेश्वर है। ਇਹਦਾ मतलब कि प्रभु यीशु मसीह ਨੂੰ ਸਾਡੀ ਜ਼ਰੂਰਤ नहीं है। ਜ਼ਰੂਰਤ ਕਿਹਨੂੰ ਹੈ? ਸਾਨੂੰ ਜ਼ਰੂਰਤ ਹੈ ਕਿਹਦੀ? प्रभु यीशु मसीह ਦੀ। अगर ਸਾਡੀ ਜ਼ਰੂਰਤ प्रभु यीशु मसीह ਨੂੰ ਹੁੰਦੀ ਤਾਂ प्रभु यीशु मसीह ਸਾਡਾ ਗਰਜਵਾਨ ਹੁੰਦਾ। और पढ़ो एक बाइबल ਦੇ ਵਿੱਚ ਵਚਨ ਲਿਖਿਆ ਗਾ ਰਸੂਲਾਂ ਦੇ ਕਰਤੱਵ ਉਹਦਾ 17 ਅਧਿਆਇ ਉਹਦਾ 24 ਔਰ 25। ਉਹ ਪਰਮੇਸ਼ਵਰ ਜੀ ਨੇ ਸੰਸਾਰ ਅਤੇ ਜੋ ਕੁਝ ਉਹਦੇ ਵਿੱਚ ਹੈ ਰਚਿਆ, ਉਹ ਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆ ਹੋਇਆ ਮੰਦਰਾਂ ਵਿੱਚ ਨਹੀਂ ਵਸਦਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇੱਥੇ ਲਿਖਿਆ ਹੋਇਆਗਾ ਉਹ ਪਰਮੇਸ਼ਵਰ ਜਿਹਨੇ ਆਕਾਸ਼ ਅਤੇ ਧਰਤੀ ਔਰ ਜੋ ਕੁਝ ਵੀ ਇਹਦੇ ਵਿੱਚ ਦੇਖਦੇ ਆਪਾਂ, ਇਹ ਸਭ ਕੁਝ ਕਿਹਨੇ ਬਣਾਇਆਗਾ? ਉਸ ਪਰਮੇਸ਼ਵਰ ਨੇ ਬਣਾਇਆਗਾ। मतलब ਇੱਕ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਸਭ ਕੁਝ ਬਣਾਉਣ ਵਾਲੇ ਕੌਣ ਹੈ? ਉਹਦਾ ਪਰਮੇਸ਼ਵਰ ਹੈ। मतलब ਉਹ ਕਿਸੇ ਮੰਦਿਰ ਦੇ ਵਿੱਚ ਜਾਂ ਕਿਸੇ ਚਰਚ ਦੇ ਵਿੱਚ ਜਾਂ ਹੱਥ ਦਾ ਬਣਾਇਆ ਕੋਈ ਐਸਾ ਭਵਨ ਉਹਦੇ ਵਿੱਚ ਨਹੀਂ ਵਸਦਾ ਪਰਮੇਸ਼ਵਰ। ਫਿਰ ਕੀ ਲਿਖਿਆ ਬਾਈਬਲ ਦੇ ਵਿੱਚ ਪੜ੍ਹੋਗੇ? ਅਤੇ ਨਾ ਕਿਸੇ ਚੀਜ਼ ਤੋਂ ਛੋੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ। ਹੁਣ ਦੇਖੋ ਕਿਸੇ ਵੀ ਚੀਜ਼ ਤੋਂ ਕਮੀ ਨਹੀਂ ਉਹਨੂੰ ਕਿ ਮਨੁੱਖ ਉਹਦੀ ਸੇਵਾ ਕਰੇ, ਮਨੁੱਖ ਉਹਦੀ ਮਹਿਮਾ ਕਰੇ। ਉਹਨੂੰ ਮੇਰੀ ਵੀ ਜ਼ਰੂਰਤ ਨਹੀਂ ਹੈ ਕਿ मैं जाके लोगों लिए प्रार्थना करा, मैं इसे खड़ा होकर परमेश्वर का वचन देवां। मतलब परमेश्वर को किसी की जरूरत नहीं है। एक गल याद रखियो हमेशा ही, असं इस उसके पर विश्वास करते हैं, सानू उसकी जरूरत है। अगर असं विश्वास नहीं करते वो फिर भी परमेश्वर है। वो की है? वो फिर भी परमेश्वर है। फिर क्या करो? क्यों जो आपके सबना जीवन स्वाद ਅਤੇ सब कुछ दिंदा है। मतलब परमेश्वर का सब कुछ आप देने वाले ने, सब कुछ आप देने वाले ने। उन्होंने किसी भी इंसान की जरूरत नहीं है। सारे बोलो हालेलुया। बाहर आवाज आ रही है सारे? हाँ, उसको किसी की जरूरत नहीं है। लेकिन अज लोगों को लगता है असी घंटा प्रार्थना करते हैं, घंटा आधा घंटा बाइबल पढ़ते हैं, शायद परमेश्वर को साड़ी जरूरत है। सही में परमेश्वर को जरूरत नहीं है, क्योंकि बाइबल में लिखा गया, पढ़ो लूका 14 अध्याय 26 वचन। ये कोई मेरे को आवे। ਹੁਣ ਦੇਖੋ प्रभु यीशु मसीह कहते हैं, बहुत ध्यान ਨਾਲ सुनो सारे हैं, एक बार फिर पढ़ो ਉੱਚੀ आवाज ਦੇ ਵਿੱਚ। ये कोई मेरे को आवे। प्रभु यीशु मसीह कहते हैं जे कोई मेरे ਕੋਲ ਆਵੇ और अपने प्यो ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। प्रभु यीशु मसीह कहते हैं जो कोई मेरे ਕੋਲ ਆਵੇ, मतलब मेरे ਕੋਲ ਆਵੇ मतलब मेरी इच्छा पूरी करे, मतलब मेरी मर्जी को पूरा करे। हाँ, जो कोई मेरे को आवे और अपने प्यो, हूँ देखो एक बार फिर पढ़ो कला कला अखर। हाँ, ये कोई मेरे को आवे और अपने प्यो प्यो ਅਤੇ मां ਅਤੇ ਤੀਵੀਂ तीवी ਅਤੇ ਬਾਲ ਬੱਚਿਆਂ ਅਤੇ ਭਾਈਆਂ हाँ ਅਤੇ ਭੈਣਾਂ ਨਾਲ ਭੈਣਾਂ ਨਾਲ। ਹੁਣ देखो की कहता परमेश्वर ने, जो कोई मेरे पीछे आंदा गा। पहले प्रभु यीशु मसीह की कहते हैं कि जो कोई मेरे पीछे आना चाहे, मेरे पीछे आना चाहे क्योंकि कहता जे कोई मेरे को आवे मतलब मेरे पीछे आना चाहे वो की करे, जे कोई मेरे नालों बढ़ के की करता गा, अपने बाप, अपनी मां, अपनी तीवी मतलब पत्नी नू, अपने बच्चों नू, अपने भैनों नू, अपने भाइयों नू, फिर ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ। मतलब अपनी जान नाल भी वैर ना रखे। वैर मतलब की है कि वो प्यारा समझता होगा अपनी जान नू।
ਪਿਆਰ ਦਾ ਮਤਲਬ ਕੀ ਹੈ? ਉਹਨੂੰ ਪਿਆਰਾ ਸਮਝਦਾ ਹੋਵੇ। ਕੀ ਹੈ ਫਿਰ? ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਫਿਰ ਅੱਗੇ, ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸਕਦਾ। ਮਤਲਬ ਆਪਣੀ ਸਲੀਬ ਚੁੱਕ ਕੇ, ਸਲੀਬ ਚੁੱਕਣ ਦਾ ਮਤਲਬ ਹੈ ਦੁੱਖ ਸਹਿਨ ਕਰਨਾ। ਅਗਰ ਯਿਸੂ ਦੇ ਪਿੱਛੇ ਚੱਲਣਾਗਾ ਤਾਂ ਕੀ ਹੈ? ਇਹ ਸੰਸਾਰ ਦੇ ਵਿੱਚ ਇਨਸਾਨ ਨੂੰ ਦੁੱਖ ਮਿਲਦਾਗਾ। ਦੁੱਖ ਕਿਹੜਾ? ਲੋਕ ਤੁਹਾਡੀ ਨਿੰਦਾ ਕਰਨਗੇ, ਲੋਕ ਤੁਹਾਡੇ ਖਿਲਾਫ ਬੋਲਣਗੇ, ਲੋਕ ਤੁਹਾਨੂੰ ਮਾੜਾ ਚੰਗਾ ਬੋਲਣਗੇ। ਕਿਹਦੇ ਕਾਰਨ? ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਦੇ ਨਾਮ ਕਰਕੇ। ਇੱਕ ਜਦੋਂ ਆਪਾਂ ਪਾਸਟਰ ਜੀ ਆਪਣੇ ਐਤਾਂ ਸੁਣ ਰਹੇ ਸੀਗੇ, ਇੱਕ ਵਚਨ ਆਇਆ ਸੀ ਵਿੱਚ ਮੱਤੀ 5:10। ਕੀ ਲਿਖਿਆ ਬਈ ਉਹਦੇ ਵਿੱਚ? ਕਿ ਤੁਹਾਨੂੰ ਧਰਮ ਦੇ ਕਾਰਨ ਸਤਾਏ ਗਏ ਹਨ। ਮਤਲਬ ਅਗਰ ਮਸੀਹ ਦੇ ਪਿੱਛੇ ਚੱਲਣਾਗਾ ਤਾਂ ਕੀ ਹੈ? ਦੁੱਖ ਮਿਲਦਾਗਾ, ਸਤਾਵਟ ਹੁੰਦੀ ਹੈ। ਔਰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਜੋ ਕੋਈ ਮੇਰੇ ਪਿੱਛੇ ਨਾ ਚਾਹੇ ਉਹ ਆਪਣੇ ਬਾਪ ਦਾ, ਆਪਣੀ ਮਾਂ ਦਾ, ਆਪਣੀ ਪਤਨੀ ਦਾ, ਆਪਣੇ ਬੱਚਿਆਂ ਦਾ, ਆਪਣੇ ਭੈਣਾਂ ਦਾ, ਆਪਣੇ ਭਾਈਆਂ ਦਾ ਕੀ ਕਰੇ? ਇਨਕਾਰ ਕਰੇ। ਇਹ ਤਾਂ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਹੈ ਕਿ ਇਨਕਾਰ ਕਰੋ। ਲੇਕਿਨ ਅੱਜ ਜ਼ਿਆਦਾਤਰ ਹੁੰਦਾ ਕੀ ਹੈ? ਕਿਸੇ ਘਰੇ ਰਿਸ਼ਤੇਦਾਰ ਆ ਗਏ, ਇਨਸਾਨ ਕੀ ਹੈ? ਬੰਦਗੀ ਛੱਡ ਦਿੰਦਾਗਾ। ਕਿਸੇ ਨੂੰ ਕੋਈ ਵਿਆਹ ਆ ਗਿਆ, ਇਨਸਾਨ ਕੀ ਹੈ? ਬੰਦਗੀ ਛੱਡ ਦਿੰਦਾਗਾ। ਅੱਜ ਮਾੜਾ ਜਿਹਾ ਕੰਮ ਹੋਵੇ ਕੋਈ, ਇਨਸਾਨ ਕੀ ਹੈ? ਬੰਦਗੀ ਛੱਡ ਦਿੰਦਾਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਅਗਰ ਮੇਰੇ ਪਿੱਛੇ ਆਉਣਾਗਾ ਤਾਂ ਕੀ ਕਰੋ? ਸਾਰੀ ਗੱਲਾਂ ਦਾ ਇਨਕਾਰ ਕਰੋ। ਸਾਰੇ ਬੋਲੋ ਹਾਲੇਲੂਇਆ। ਦੇਖੋ ਬੱਚਿਆਂ ਨੂੰ ਧਿਆਨ ਨਾ ਦਿਓ, ਤੁਸੀਂ ਆਪਣਾ ਧਿਆਨ ਰੱਖੋ। ਬੱਚਿਆਂ ਨੂੰ ਮਾੜਾ ਜਿਹਾ ਘੂਰ ਕੇ ਰੱਖੋ। ਸਾਰੇ ਬੋਲੋ ਹਾਲੇਲੂਇਆ। ਆਪਣਾ ਧਿਆਨ ਬਣਾ ਕੇ ਰੱਖੋ ਤਾਂ ਕਿ ਜੋ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਆਪਾਂ ਉਸਨੂੰ ਸੁਣ ਸਕੀਏ ਔਰ ਉਸ ਦੇ ਅਨੁਸਾਰ ਆਪਾਂ ਕਰ ਸਕੀਏ। ਹੁਣ ਬਾਈਬਲ ਦੇ ਵਿੱਚ ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਆਪਣੇ ਮਾਂ, ਆਪਣੇ ਬਾਪ, ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਭੈਣ ਭਾਈਆਂ ਨੂੰ। ਇਹ ਤਾਂ ਗੱਲ ਹੋ ਗਈ ਕਿ ਇਹਨਾਂ ਨਾਲ ਕੀ ਕਰੋ? ਤੁਸੀਂ ਇੰਨਾ ਜ਼ਿਆਦਾ ਪਿਆਰ ਨਾ ਕਰੋ। ਉਹ ਪਿਆਰ ਕਰੋ, ਲੇਕਿਨ ਜਦ ਪਰਮੇਸ਼ਰ ਦਾ ਕੰਮ ਹੈ, ਹੁਣ ਇੱਕ ਪਾਸੇ ਪ੍ਰਾਰਥਨਾ ਵਾਸਤੇ ਜਾਣਾਗਾ। ਅਗਰ ਮੇਰੀ ਪਤਨੀ ਮੈਨੂੰ ਕਹੇ ਵੀ ਬਾਜ਼ਾਰ ਜਾ ਕੇ ਆਉਣਾਗਾ, ਉੱਥੋਂ ਕੋਈ ਸਮਾਨ ਖਰੀਦਣਾਗਾ, ਉੱਧਰ ਜਾਣਾਗਾ ਪ੍ਰਾਰਥਨਾ ਲਈ, ਤੇ ਮੈਂ ਕਿਹਨੂੰ ਖੁਸ਼ ਕਰਾਂਗਾ? ਮੇਰੀ ਪਤਨੀ ਨੂੰ। ਇਸ ਤਰ੍ਹਾਂ ਹੀ ਹੋਵੇਗਾ ਜ਼ਿਆਦਾਤਰ ਇਸ ਤਰ੍ਹਾਂ ਹੁੰਦਾਗਾ। ਲੋਕ ਆਪਣੀ ਪਤਨੀ ਨੂੰ ਸੁਣ ਕੇ ਬਾਜ਼ਾਰ ਲੈ ਜਾਂਦੇ ਨੇ, ਫਿਰ ਕਹਿਣਗੇ ਆਪਾਂ ਪਰਮੇਸ਼ਰ ਦਾ ਕੰਮ ਘੰਟਾ ਲੇਟ ਕਰ ਦਾਂਗੇ, ਕੋਈ ਗੱਲ ਨਹੀਂ। ਅਗਰ ਪਤਨੀ ਕਹਿ ਦੇਵੇ ਮੇਰੀ ਸਕੀ ਰਿਸ਼ਤੇ ਵਿੱਚ ਲਿਆਗਾ, ਅੱਜ ਉੱਥੇ ਆਪਾਂ ਨੂੰ ਜਾਣਾਗਾ, ਤਾਂ ਪਤੀ ਕੀ ਕਰਦਾਗਾ? ਉਹਦੀ ਸੁਣ ਲੈਂਦਾਗਾ, ਚਲੋ ਉਹਦੇ ਪਿੱਛੇ ਚੱਲੀਏ। ਲੇਕਿਨ ਨਹੀਂ, ਕੀ ਕਰਨਾਗਾ? ਅਗਰ ਪਰਮੇਸ਼ਰ ਦਾ ਕੰਮ ਆ ਰਿਹਾਗਾ ਤਾਂ ਕੀ ਕਰੋ? ਪਰਮੇਸ਼ਰ ਦਾ ਕੰਮ ਕਰੋ। ਫਿਰ ਜਦੋਂ ਅਸੀਂ ਪਰਮੇਸ਼ਰ ਦਾ ਕੰਮ ਕਰਦੇ ਹਾਂ, ਫਿਰ ਆਪਾਂ ਕੀ ਹੈ? ਆਪਣੀ ਪਤਨੀ ਨਾਲ ਵੈਰ ਰੱਖਦੇ ਹਾਂ। ਇਹ ਉਸ ਤਰ੍ਹਾਂ ਦਾ ਵੈਰ ਨਹੀਂ ਹੈ। ਪਰਮੇਸ਼ਰ ਨੇ ਕਿਹਾਗਾ ਕਿ ਵੈਰ ਨਾ ਕਰੋ। ਹਾਂ, ਜਦ ਇਨਸਾਨ ਵੈਰ ਕਰਦਾਗਾ ਉਹ ਸਵਰਗ ਵਿੱਚ ਨਹੀਂ ਜਾਊਗਾ। ਲੇਕਿਨ ਇਹ ਵੈਰ ਕਿਹੜਾਗਾ? ਕਿ ਪਰਮੇਸ਼ਵਰ ਤੋਂ ਬਾਅਦ ਕਿਸੇ ਨੂੰ ਪਿਆਰ ਨਾ ਕਰੋ। ਹੁਣ ਇੱਕ ਪਾਸੇ ਕੀ ਹੈ? ਅਸੀਂ ਪਰਮੇਸ਼ਵਰ ਦਾ ਕੰਮ ਕਰਨਾਗਾ, ਇੱਕ ਪਾਸੇ ਸਕੂਲ ਆ ਗਿਆ। ਸਕੂਲ ਦੇ ਵਿੱਚ ਬੱਚੇ ਨੇ, ਬੱਚਿਆਂ ਦੀ ਟੀਚਰਾਂ ਨੇ ਬੁਲਾ ਲਿਆ ਵੀ ਆਪਣੇ ਮਾਂ ਬਾਪ ਨੂੰ ਬੁਲਾ ਕੇ ਲਿਆਓ, ਅੱਜ ਮੀਟਿੰਗ ਹੈ। ਜਿਹੜੀ ਪੇਰੈਂਟਸ ਮੀਟਿੰਗ ਕਰਦੇ ਨੇ, ਮਾਂ ਬਾਪ ਦੀ ਮੀਟਿੰਗ ਹੁੰਦੀ ਹੈ। ਤੇ ਇਨਸਾਨ ਕੀ ਕਰਦਾਗਾ? ਸਾਡੇ ਪਰਮੇਸ਼ਵਰ ਦਾ ਕੰਮ ਉਹ ਤਾਂ ਕਰਦੇ ਰਹਿੰਦੇ ਹਾਂ ਅਸੀਂ। ਪ੍ਰਾਰਥਨਾ ਦਾ ਕੀ ਹੈ? ਅੱਜ ਵੀ ਕੱਲ੍ਹ ਨੂੰ ਕਰ ਲਾਂਗੇ। ਪਹਿਲਾਂ ਕਿੱਥੇ ਜਾ ਕੇ ਆਈਏ? ਪਹਿਲਾਂ ਸਕੂਲ ਦੇ ਵਿੱਚ ਜਾ ਕੇ ਆਈਏ, ਪਹਿਲਾਂ ਲੋਕਾਂ ਨੂੰ ਜਾ ਕੇ ਮਿਲ ਕੇ ਆਈਏ। ਟੀਚਰ ਖੁਸ਼ ਹੋ ਜਾਣਗੇ ਜਿਹਦੇ ਮਾਂ ਬਾਪ ਆਏ ਨੇ। ਮਤਲਬ ਛੋਟੀ ਛੋਟੀ ਗੱਲਾਂ ਦੇ ਵਿੱਚ ਕੀ ਹੁੰਦਾਗਾ? ਛੋਟੀ ਛੋਟੀ ਗੱਲਾਂ ਦੇ ਵਿੱਚ ਇਨਸਾਨ ਉਹ ਵਫਾਦਾਰੀ ਨਹੀਂ ਦਿਖਾਉਂਦਾ ਪਰਮੇਸ਼ਵਰ ਨਾਲ। ਤੇ ਪਰਮੇਸ਼ਵਰ ਨੇ ਕੀ ਕਿਹਾ ਕਿ ਜੋ ਕੋਈ ਮੇਰੇ ਨਾਲੋਂ ਵੱਧ ਕੇ ਪਿਆਰ ਕਿਹਨੂੰ ਕਰਦਾਗਾ? ਆਪਣੇ ਬਾਪ ਨੂੰ। ਹੁਣ ਬਾਪ ਕਹੇ ਚਲੋ ਉੱਥੇ ਜਾਣਾ ਆਪਾਂ ਨੇ, ਉੱਧਰ ਇਨਸਾਨ ਨੇ ਪ੍ਰਾਰਥਨਾ ਲਈ ਜਾਣਾਗਾ, ਉੱਧਰ ਬੰਦਗੀ ਲਈ ਜਾਣਾਗਾ, ਤੇ ਮਨਾ ਕਰ ਦੋ ਉਹਨੂੰ, ਮੈਂ ਤੁਹਾਡਾ ਕੰਮ ਕਰਾਂਗਾ ਲੇਕਿਨ ਬਾਅਦ ਚ ਕਰਾਂਗਾ, ਪਹਿਲਾਂ ਮੈਂ ਪਰਮੇਸ਼ਵਰ ਦਾ ਕੰਮ ਕਰਕੇ ਆਵਾਂ। ਪਤਨੀ ਨੂੰ ਕਹਿ ਦੋ ਕੋਈ ਗੱਲ ਨਹੀਂ, ਬਾਜ਼ਾਰ ਅੱਜ ਨਹੀਂ, 2 ਘੰਟੇ ਠਹਿਰ ਕੇ ਚੱਲਾਂਗੇ, ਪਹਿਲਾਂ ਮੈਂ ਪਰਮੇਸ਼ਵਰ ਦਾ ਕੰਮ ਕਰਕੇ ਆਵਾਂ। ਬੱਚਿਆਂ ਨੂੰ ਕਹਿ ਦੋ ਮੈਂ ਅੱਜ ਨਹੀਂ ਆ ਸਕਦਾ, ਮੈਂ ਸਮਾਂ ਕੱਢ ਕੇ ਆ ਜਾਊਂਗਾ। ਕੀ ਮੈਂ ਸਾਈਨ ਕਰਨੇ ਨੇ? ਮੈਂ ਤੁਹਾਡੀ ਸ਼ਿਕਾਇਤ ਹੀ ਸੁਣਨੀ ਹੈ ਜਾਂ ਮੈਂ ਤੁਹਾਡੀ ਸ਼ਾਬਾਸ਼ ਸੁਣਨੀ ਹੈ ਵੀ ਤੁਸੀਂ ਚੰਗੇ ਪੜ੍ਹੇ ਹੋ? ਇਹਦਾ ਸਮਝ ਬਾਅਦ ਵੀ ਕਰ ਸਕਦਾਗਾ ਮੈਂ। ਲੇਕਿਨ ਨਹੀਂ, ਮੇਰੇ ਬੱਚੇ, ਉਹਨਾਂ ਦੇ ਟੀਚਰ, ਔਰ ਮੈਂ ਜਦ ਉੱਥੇ ਜਾਵਾਂਗਾ ਤਾਂ ਕਿੰਨਾ ਮੇਰਾ ਮਾਨ ਸਨਮਾਨ ਹੋਊਗਾ, ਔਰ ਕਿੰਨੇ ਲੋਕਾਂ ਦੇ ਵਿੱਚ ਜਾ ਮੈਨੂੰ ਖੜਾ ਕਰਨਗੇ ਵੀ ਇਹਦੇ ਬੱਚੇ ਕਿੰਨਾ ਪੜ੍ਹੇ ਲਿਖੇ ਨੇ, ਕਿੰਨੇ ਉਹਦੇ ਨੰਬਰ ਲੈ ਕੇ ਆਏ ਨੇ। ਮਤਲਬ ਇਹ ਕੀ ਹੈ? ਮਾਨ ਸਨਮਾਨ ਆ ਜਾਂਦਾ ਇਨਸਾਨ ਦੇ ਅੰਦਰ। ਬੱਚੇ ਨੂੰ ਮਨਾ ਕਰ ਦੋ, ਕੋਈ ਗੱਲ ਨਹੀਂ, ਮੈਂ ਅੱਜ ਨਹੀਂ ਕੱਲ੍ਹ ਨੂੰ ਆ ਜਾਊ, ਅੱਜ ਨਹੀਂ ਮੈਂ ਕੱਲ੍ਹ ਨੂੰ ਆ ਜਾਊ। ਮਤਲਬ ਇਹ ਕੀ ਹੈ? ਇਹ ਕੀ ਹੈ? ਬੱਚਿਆਂ ਨਾਲ ਪਿਆਰ ਨਹੀਂ ਹੈ। ਪਤਨੀ ਨੂੰ ਮਨਾ ਕਰ ਦੋ, ਅੱਜ ਨਹੀਂ ਮੈਂ ਕੱਲ੍ਹ ਨੂੰ ਕੰਮ ਕਰਾਂਗਾ। ਆਪਣੇ ਬਾਪ ਨੂੰ ਮਨਾ ਕਰ ਦੋ, ਅੱਜ ਨਹੀਂ ਮੈਂ ਕੱਲ੍ਹ ਨੂੰ ਕੰਮ ਕਰਾਂਗਾ।
मतलब इस तरह अगर आप सारे लोगों को मना करते हैं तो की करते हैं, आप अपने परमेश्वर को प्यार करते हैं। किवें प्यार करते हैं कि परमेश्वर पहले स्थान पे कौन है? सारे बनवाने लिया पहले स्थान पे कौन है? बात ये ना कहते पति परमेश्वर है, ऐसा ना कहते पति परमेश्वर नहीं है। परमेश्वर कौन है? एक ही परमेश्वर है। कौन? वो प्रभु यीशु मसीह परमेश्वर है। कई लोग कहते हैं मेरा पति परमेश्वर है, ऐसा नहीं, सिर्फ कोई परमेश्वर है साਡਾ। और एक गल लिखे बाइबल जो कोई अपनी जान नाल वैर ना रखे, चलो मां बाप की गल नहीं मनते, पत्नी की गल नहीं मनते, बच्चों की गल नहीं मनते, रिश्तेदारों की भैन भाइयों की गल नहीं मनते, जी जान की गल है। ਹੁਣ ਕਿਹੜਾ ऐसा इंसान है ਜਿਹਨੂੰ अपनी जान प्यारी नहीं है? कोई? सारे जान ਨੂੰ प्यार करते हैं अपने, हर एक इंसान को अपनी जान प्यारी है, सारे लोगों को आपको अपनी जान प्यारी है। एक बार शायद हो सके किसी ने गल सुनी होगी कि कुछ लोग सीगे जो खोज करते सीगे, उन्होंने लोगों ने बाइबल में पढ़िया और बाइबल में लिखा गया कि प्रभु यीशु मसीह कहते हैं कि ऐसा हो सकता है कि एक मां अपने दुध पीते बच्चे को भुल जाए। और बाइबल में लिखा परमेश्वर कहते हैं हाँ ऐसा हो सकता है कि एक मां अपने बच्चे को भुल सकती है। कि जो विज्ञानी लोग से जो खोज करने वाले लोग सीगे उन्होंने देखा इस तरह नहीं हो सकता, इस तरह नहीं हो सकता। आप देखते हैं जो बाइबल में गल लिखी है कि सही है कि गलत है, तो उन्होंने देखा निगाह मार के देखी भी आप सर्च करिए भी सब तो वध धरती पर केड़ी मां है जो अपने बच्चे को प्यार करती है? किसी को याद है? कौन मां है? जानवरों में पाया गया एक जानवर थी बांदर और बांदरी, मतलब एक बांदर है जो अपने बच्चे को बहुत प्यार करता था। तो उन्होंने क्या बढ़िया था, उन्होंने उसको फड़िया और पता किमें लग गया कि एक बार कोई बांदरी थी उसका बच्चा मर गया सीगा और मरे हुए बच्चे ने उसने सुट्टिया नहीं, उसने अपने छाती नाल ला के रखा। उन्होंने देखा इन्ना प्यारे के अंदर अपने बच्चे लिए, तो उन्होंने की किया एक बांदर को फड़िया, बांदरी को फड़िया, एक उसके बच्चे को फड़िया। तो एक बड़ा सारा कंच का गिलास बनाया, मतलब पूरी तरह बंद सीगा वो, और वो मतलब कुछ बाहर नहीं जाता सीगा। उन्होंने की किया ਉਹਦੇ ਵਿੱਚ पानी पाना शुरू किया, बांदर ਤੇ ਉਹਦੇ ਬੱਚੇ ਨੂੰ ਵਿੱਚ ਛੱਡਤਾ ਉਹਨਾਂ ਨੇ, ਵਿੱਚ ਛੱਡਤਾ और ਹੁਣ ਉਹ ਬਾਂਦਰੀ ਬਾਹਰ नहीं जा सकती, वो अंदर ही है। तो की होया जब पानी आना शुरू हो गया तो उसने की किया, पानी जो आया ज्यादा तो उसने अपने बच्चे को चुक लिया गोदी में चुक लिया। उस तो बाद पानी होर बढ़िया तो अपने बच्चे को होर ऊपर चुक लिया बांदरी ने। जो पानी होर ज्यादा बढ़िया तो उसने अपने 2 हाथों ऊपर चुक ले अपने बच्चे को। जो विज्ञानी लोग सीगे वो देख रहे थे भी कितनी ममता है इसका, कितना प्यार है अपने बच्चे के नाल। जो पानी ज्यादा होया वो गले तक आया तो उसने 2 हाथ पूरी तरह ऊपर चुक ले, अपने पैरों से खड़ी हो गई। जो पानी के मुंह तक आया तो बांदरी ने किया, अपने बच्चे को चुकया अपने पैरों थले करके ऊपर खड़ गई। समझ आई नहीं आई? कदों जब वो जान से बनी, जब पानी ने वो मुंह तक आना शुरू हो गया, जब उन्होंने औखा हो गया तो उन्हें किया जल्दी अपने बच्चे को ऊपर नीचे किया और उसके ऊपर खड़ी होगी। क्यों? क्योंकि मेरी जान बच जाए। लेकिन जो गल बाइबल लिखी है परमेश्वर कहते हैं कि एक मां अपने बच्चे को भुल सकती है, हाँ एक मां इस तरह कर सकती है, परमेश्वर कहते हैं, लेकिन मैं कदे नहीं भुलांगा। कहने का भाव कि प्रभु यीशु मसीह कहते हैं कि जो कोई अपनी जान को मेरे नालों वध प्यार करता है वो मेरे योग नहीं। हुण कई बार गर्मी होंगी है, कई बार गर्मी होंगी है तो इंसान को कोई फोन आ जाए कि भाई साहब आ जाओ प्रार्थना लिए साढ़े घर आ जाओ प्रार्थना लिए या कुछ वचन सिखाने के लिए आ जाओ, तो हो सके इंसान की कहेगा कहते धुप बहुत है, अज गर्मी बहुत है, वो कहते मैं शाम को आ जाना। ये की है, ये भी अपनी जान को प्यार करना गा। अगर ठंड ज्यादा हो गए तो उधर इंसान कोई फोन करे भाई जी सानू प्रार्थना दिलो साढ़े घर आओ, तो इंसान कहे भी नहीं जी ठंड ज्यादा नहीं, कोई नहीं जा सकता, मैं थोड़ी धुप निकल दो, थोड़ा मौसम सेट होने दो, मैं आ जाना गा। ये मतलब कि अपनी जान को प्यार कर रहा है इंसान। लेकिन प्रभु यीशु मसीह ने की कहा, एक बार फिर पढ़ो हाँ वही 26
ਜੇ ਕੋਈ ਮੇਰੇ ਕੋਲ ਆਵੇ ਔਰ ਆਪਣੇ ਪਿਓ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਮਤਲਬ ਜੋ ਕੋਈ ਇਹਨਾਂ ਨਾਲੋਂ ਮਤਲਬ ਚਾਹੇ ਭੈਣ ਹੈ, ਚਾਹੇ ਭਾਈ ਹੈ, ਚਾਹੇ ਮਾਂ ਹੈ, ਚਾਹੇ ਬਾਪ ਹੈ, ਚਾਹੇ ਪਤਨੀ ਹੈ, ਚਾਹੇ ਬੱਚੇ ਹੈ, ਚਾਹੇ ਇਨਸਾਨ ਦੀ ਖੁਦ ਦੀ ਜਾਨ ਹੈ, ਅਗਰ ਸਭ ਨੂੰ ਮੇਰੇ ਨਾਲ ਜ਼ਿਆਦਾ ਪਿਆਰ ਕਰਦਾ ਗਾ, ਉਹ ਕੀ ਹੈ? ਉਹ ਮੇਰੇ ਯੋਗ ਨਹੀਂ ਹੈ, ਉਹ ਮੇਰਾ ਚੇਲਾ ਨਹੀਂ ਹੈ। ਲੇਕਿਨ ਅੱਜ ਇਨਸਾਨ ਨੂੰ ਕੀ ਲੱਗਦਾ, ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਬਾਈਬਲ ਪੜ੍ਹਦੇ ਹਾਂ, ਅਸੀਂ ਸੰਗਤੀ ਕਰਦੇ ਹਾਂ, ਕੋਈ ਗੱਲ ਨਹੀਂ, ਜੇ ਐਤਵਾਰ ਛੱਡਤਾ ਤਾਂ ਕੀ ਹੋਇਆ? ਅੱਜ ਮੇਰਾ ਕੰਮ ਜ਼ਰੂਰੀ ਹੈ, ਅੱਜ ਮੇਰੇ ਬੱਚੇ ਜ਼ਰੂਰੀ ਨੇ, ਅੱਜ ਮੇਰੇ ਰਿਸ਼ਤੇਦਾਰ ਜ਼ਰੂਰੀ ਨੇ, ਅੱਜ ਮੇਰੇ ਭੈਣ ਭਾਈ ਜ਼ਰੂਰੀ ਨੇ, ਅੱਜ ਵਿਆਹ ਜ਼ਰੂਰੀ ਹੈ। ਕੋਈ ਗੱਲ ਨਹੀਂ ਪ੍ਰਭੂ ਜੀ, ਅਸੀਂ ਹਰ ਵਾਰ ਤਾਂ ਜਾਂਦੇ ਹਾਂ ਬੰਦਗੀ ਵਿੱਚ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਜੋ ਕੋਈ ਇਹਨਾਂ ਨੂੰ ਪਿਆਰ ਕਰਦਾ ਹੈ, ਕਿਹਦੇ ਨਾਲੋਂ? ਮੇਰੇ ਨਾਲੋਂ ਜ਼ਿਆਦਾ। ਪਰਮੇਸ਼ਵਰ ਕਹਿੰਦੇ ਨੇ ਕਰੋ ਪਿਆਰ ਇਹਨਾਂ ਨੂੰ, ਆਪਣੀ ਜਾਨ ਨੂੰ ਪਿਆਰ ਕਰੋ, ਆਪਣੇ ਬਾਪ ਨੂੰ ਪਿਆਰ ਕਰੋ, ਆਪਣੀ ਮਾਂ ਨੂੰ ਪਿਆਰ ਕਰੋ, ਆਪਣੇ ਬੱਚਿਆਂ ਨੂੰ, ਆਪਣੀ ਪਤਨੀ ਨੂੰ, ਆਪਣੇ ਭੈਣਾਂ ਨੂੰ, ਆਪਣੇ ਭਾਈਆਂ ਨੂੰ ਪਿਆਰ ਕਰੋ, ਲੇਕਿਨ ਮੇਰੇ ਨਾਲ ਵੱਧ ਨਾ ਕਰੋ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ। ਲੇਕਿਨ ਅੱਜ ਕੀ ਹੋ ਰਿਹਾ ਹੈਗਾ? ਅੱਜ ਇਨਸਾਨ ਪਰਮੇਸ਼ਵਰ ਤੋਂ ਵੱਧ ਪਿਆਰ ਕਿਸੇ ਨੂੰ ਨਾ ਕਿਸੇ ਨੂੰ ਕਰ ਰਿਹਾ ਹੈਗਾ। ਮਾੜੀ ਜੀ ਗੱਲ ਪਿੱਛੇ ਕੀ ਹੈ? ਬੰਦਗੀ ਛੱਡਣੀ। ਮਾੜੀ ਜੀ ਗੱਲ ਪਿੱਛੇ ਕੀ? ਵਚਨ ਪੜ੍ਹਨਾ ਛੱਡ ਦਿੰਦਾ। ਕਿਉਂ? ਇਹ ਵੀ ਕੰਮ ਜ਼ਰੂਰੀ ਹੈ। ਅੱਜ ਕੀ ਹੈ? ਅੱਜ ਕਿਸੇ ਇਨਸਾਨ ਦੇ ਕੋਲ ਕੋਈ ਨਾ ਕੋਈ ਬਹਾਨਾ ਹੈਗਾ। ਬਹਾਨਾ ਕਿਹਨੇ ਲੱਭਿਆ? ਕੋਈ ਨਵਾਂ ਬੰਦਾ ਬਹਾਨਾ ਨਹੀਂ ਲਾਉਂਦਾ। ਬਹਾਨਾ ਕੌਣ ਲਾਉਂਦਾ ਗਾ? ਜੋ ਕੋਈ ਪੁਰਾਣਾ ਹੈਗਾ, ਜੋ ਕੋਈ ਪਰਮੇਸ਼ਵਰ ਦੇ ਵਚਨ ਨੂੰ ਜਾਣਦਾ ਹੈਗਾ, ਉਹਦੇ ਲਈ ਬਹਾਨੇ ਬਣ ਚੁੱਕੇ ਨੇ। ਚੱਲਦਾ ਮਸੀਹ ਦੇ ਵਿੱਚ ਹੈ, ਪ੍ਰਾਰਥਨਾ ਮਸੀਹ ਦੀ ਕਰਦਾ ਗਾ, ਬਾਈਬਲ ਵਚਨ ਸਾਰੇ ਪੜ੍ਹਦਾ ਗਾ, ਲੇਕਿਨ ਕੀ ਹੈ? ਉਸਦੇ ਕੋਲ ਬਹਾਨੇ ਆ ਚੁੱਕੇ ਨੇ। ਅਗਰ ਬੱਚਿਆਂ ਨੂੰ ਬਾਈਬਲ ਵਿੱਚ ਲਿਖਿਆ ਨਹੀਂ ਕਿ ਆਪਣੀ ਪਤਨੀ ਨੂੰ ਆਪਣੇ ਜਿਹਾ ਪਿਆਰ ਕਰ, ਬੱਚਿਆਂ ਨੂੰ ਪਿਆਰ ਕਰ, ਮਾਂ ਬਾਪ ਦੀ ਆਗਿਆਕਾਰੀ ਕਰ, ਇਹ ਕੀ ਨੇ? ਇਹ ਵੀ ਤਾਂ ਬਾਈਬਲ ਵਿੱਚ ਲਿਖੇ ਹੋਏ ਨੇ। ਫਿਰ ਇਹ ਕੀ ਲਿਖਿਆ ਬਾਈਬਲ ਦੇ ਵਿੱਚ? ਕਹਿਣ ਦਾ ਭਾਵ ਕਿ ਅੱਜ ਕੋਈ ਵੀ ਇਨਸਾਨ ਬਾਈਬਲ ਦੇ ਵਿੱਚ ਇਹ ਗੱਲ ਕਰੇਗਾ, ਇਸ ਤਰ੍ਹਾਂ ਲਿਖਿਆ ਹੋਇਆ ਬਾਈਬਲ ਦੇ ਵਿੱਚ ਜੀ, ਉਹ ਵੀ ਤਾਂ ਮੰਨਣਾ ਹੀ ਹੈ। ਲੇਕਿਨ ਪਰਮੇਸ਼ਵਰ ਕਹਿੰਦੇ ਨੇ ਪਿਆਰ ਤਾਂ ਕਰ ਉਹਨਾਂ ਨੂੰ। ਮੈਂ ਕਦੋਂ ਮਨਾ ਕਰ ਦਿਆਂਗਾ? ਮੈਂ ਹੀ ਤਾਂ ਲਿਖ ਕੇ ਦਿੱਤਾਗਾ, ਆਪਣੇ ਮਾਂ ਬਾਪ ਦਾ ਆਦਰ ਕਰ, ਆਪਣੀ ਪਤਨੀ ਨੂੰ ਪਿਆਰ ਕਰ, ਆਪਣੇ ਬੱਚਿਆਂ ਨੂੰ ਪਿਆਰ ਕਰ, ਆਪਣੇ ਭੈਣ ਭਾਈਆਂ ਨੂੰ ਪਿਆਰ ਕਰ, ਆਪਣੇ ਪੜੋਸੀ ਨੂੰ ਪਿਆਰ ਕਰ। ਮੈਂ ਹੀ ਤਾਂ ਲਿਖ ਕੇ ਦਿੱਤਾਗਾ। ਲੇਕਿਨ ਕੀ ਕਿਹਾ ਪਰਮੇਸ਼ਵਰ ਨੇ? ਮੇਰੇ ਨਾਲੋਂ ਵੱਧ ਕੇ ਨਾ ਕਰ। ਅਗਰ ਮੇਰਾ ਕੰਮ ਹੈ, ਅਗਰ ਕਿਤੇ ਪ੍ਰਾਰਥਨਾ ਲਈ ਜਾਵਾਂਗਾ, ਅਗਰ ਕਿਤੇ ਬੰਦਗੀ ਲਈ ਜਾਵਾਂਗਾ, ਤਾਂ ਪਹਿਲਾਂ ਉਹ ਕੰਮ ਕਰ। ਤੇ ਕਈ ਵਾਰ ਰਿਸ਼ਤੇਦਾਰ ਆ ਜਾਂਦਾ ਗਾ, ਫਿਰ ਅੱਜ ਕੈਂਸਲ ਆਈ। ਕਿਉਂ? ਅੱਜ ਵੀ ਸਾਡੇ ਰਿਸ਼ਤੇਦਾਰ ਆਏ ਹੋਏ ਸੀਗੇ। ਇਹਦਾ ਮਤਲਬ ਕੀ ਹੋਇਆ? ਕਿ ਸਾਡੇ ਲਈ ਜ਼ਿਆਦਾ ਮਹੱਤਵਪੂਰਨ ਕੌਣ ਹੈ? ਰਿਸ਼ਤੇਦਾਰ ਹੋ ਗਏ। ਤਾਂ ਹੀ ਤਾਂ ਬੰਦਗੀ ਛੱਡ ਦਿੰਦੇ ਆ, ਤਾਂ ਹੀ ਤਾਂ ਸੰਗਤੀ ਛੱਡ ਦਿੰਦੇ ਆ। ਅਸੀਂ ਹਫ਼ਤੇ ਵਿੱਚ ਇੱਕ ਵਾਰ ਇਕੱਠਾ ਹੁੰਦੇ ਆ, ਲੇਕਿਨ ਉਹ ਵੀ ਕਦੇ ਨਾ ਕਦੇ ਗੜਬੜੀ ਕਰ ਦਿੰਦੇ ਆ। ਪਰਮੇਸ਼ਵਰ ਨੇ ਸਾਨੂੰ ਕਾਰੋਬਾਰ ਦੀ ਆਸ ਦਿੱਤੀ ਹੈ, ਸਾਡੇ ਘਰਾਂ ਦੇ ਵਿੱਚ, ਸਾਡੇ ਜੀਵਨ ਵਿੱਚ ਪਰਮੇਸ਼ਵਰ ਨੇ ਸ਼ਾਂਤੀ ਦਿੱਤੀ ਹੈ। ਲੇਕਿਨ ਇਨਸਾਨ ਕੀ ਹੈ? ਅੱਜ ਬਹਾਨੇ ਬਣਾ ਰਿਹਾ ਹੈਗਾ। ਬਹਾਨੇ ਕੌਣ ਬਣਾਉਂਦਾ? ਜੋ ਪਰਮੇਸ਼ਵਰ ਦੇ ਪਿੱਛੇ ਚੱਲ ਰਿਹਾ ਹੈਗਾ। ਅੱਜ ਇਨਸਾਨ ਦੇ ਕੋਲ ਕੀ ਹੈ? ਬਹਾਨਾ ਗਾ। ਕੋਈ ਨਵਾਂ ਵਿਸ਼ਵਾਸੀ ਆ ਜਾਏ, ਉਹਨੂੰ ਕਹੋ ਚਲੋ ਜੀ ਉੱਥੇ ਚੱਲਣਾ ਗਾ, ਉਹ ਕਦੇ ਪੁੱਛਦਾ ਨਹੀਂ, ਉਹ ਚੁੱਪਚਾਪ ਚਲੋ ਚੱਲਦੇ ਆ। ਤੇ ਨਵਾਂ ਸੋਚੂਗਾ ਜੀ ਠਹਿਰ ਦੇ, ਮੈਨੂੰ ਥੋੜਾ ਟਾਈਮ ਤਾਂ ਦੇ ਦਿਓ। ਕਿਉਂ? ਮੈਂ ਤੁਹਾਨੂੰ ਕਰਦਾ ਜੀ 10 ਮਿੰਟਾਂ ਚ ਕਾਲ, ਉਹਨੂੰ ਫੋਨ ਕਰਦਾ ਮੈਂ। ਮਤਲਬ ਕੀ ਹੈ? ਉਹਦਾ ਕੋਈ ਬਹਾਨਾ ਨਹੀਂ ਹੈ। ਮੈਂ ਅਗਰ ਕਿਸੇ ਨੂੰ, ਮੈਂ ਗੱਲ ਕਰ ਰਿਹਾ ਬਸ ਨੋਰਮਲ, ਅਗਰ ਮੈਂ ਕਿਸੇ ਨੂੰ ਲੈ ਕੇ ਜਾ ਰਿਹਾ ਗਾ, ਮੈਂ ਕਿਹਦੇ ਲਈ ਲੈ ਕੇ ਜਾ ਰਿਹਾ ਗਾ? ਪਰਮੇਸ਼ਵਰ ਦੇ ਕੰਮ ਦੇ ਲਈ। ਮੈਂ ਕਿਹੜਾ ਮੇਰੇ ਘਰ ਵਿੱਚ ਜਾ ਕੇ ਤੋਂ ਕੋਈ ਕੰਮ ਕਰਾਉਣਾ ਹੈਗਾ? ਜਦੋਂ ਮੈਂ ਕੋਈ ਐਸਾ ਕੰਮ ਕਰਾ ਰਿਹਾ, ਫਿਰ ਮਨਾ ਕਰੋ ਭਾਈ ਮੈਨੂੰ, ਬਿਨਾਂ ਆਪਣੀ ਤੁਹਾਡੀ ਮੈਂ ਕਰੋ ਪੱਠੇ ਪਾਉਣੇ ਪੈਣਗੇ, ਮੈਂ ਨਹੀਂ ਹੋਊਗਾ, ਤੁਹਾਡੇ ਘਰ ਦਾ ਇਹ ਕੰਮ ਮੈਂ ਨਹੀਂ ਕਰਨਾ। ਮਨਾ ਕਰ ਦੋ ਉਹਨੂੰ। ਅਗਰ ਕਿਸੇ ਨੂੰ ਕਿਹਾ ਗਿਆ ਭਾਈ ਚਲੋ ਪ੍ਰਾਰਥਨਾ ਲਈ ਜਾਣਾਗਾ, ਉਹਦੇ ਲਈ ਕੀ ਕਰਦੇ ਨੇ? ਸੋਚਦੇ ਨੇ। ਫਿਰ ਸੋਚਣੇ ਵੀ ਇਹੋ ਜਿਹਾ ਬਹਾਨਾ ਸੋਚਣਗੇ ਕਿ ਸਾਹਮਣੇ ਵਾਲਾ ਵੀ ਚੁੱਪ ਕਰ ਜਾਏ। ਮਤਲਬ ਕੀ? ਕਿ ਲੋਕਾਂ ਲਵੇ ਜਿਹਨਾਂ ਨੂੰ ਬਾਈਬਲ ਵੀ ਆ ਚੁੱਕੀ ਹੈ, ਜੋ ਪ੍ਰਾਰਥਨਾ ਕਰ ਰਹੇ ਨੇ, ਜੋ ਸੰਗਤੀ ਕਰ ਰਹੇ ਨੇ, ਉਹ ਕੀ ਨੇ? ਅੱਜ ਬਹਾਨੇ ਬਣਾ ਰਹੇ ਨੇ। ਪਰ ਆਪਾਂ ਵਚਨ ਦੇ ਵਿੱਚ ਦੇਖਾਂਗੇ, ਉਤਪਤੀ ਉਹਦਾ 3 ਅਧਿਆਇ, ਔਰ ਇੱਥੇ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਜਦ ਬਣਾਇਆ ਸੀਗਾ, ਆਦਮ ਹਵਾ ਲਈ ਪਰਮੇਸ਼ਵਰ ਨੇ ਇੱਕ ਆਗਿਆ ਰੱਖੀ ਸੀ ਕਿ ਜੋ ਅਦਨ ਦਾ ਬਾਗ ਹੈ, ਉਹਦੇ ਵਿੱਚੋਂ ਤੁਸੀਂ ਫਲ ਖਾਓ, ਉਹਦੇ ਵਿੱਚੋਂ ਕੀ ਤੁਸੀਂ ਸਾਰੇ ਫਲ ਖਾਓ, ਲੇਕਿਨ ਜੋ ਇੱਕ ਫਲ ਹੈ ਜਿਹਨੂੰ ਨਾਮ ਦਿੱਤਾ ਗਿਆ ਸੀਗਾ ਭਲੇ ਤੇ ਬੁਰੇ ਦਾ, ਉਹਦਾ ਫਲ ਤੁਸੀਂ ਨਹੀਂ ਖਾਣਾ, ਉਹਦਾ ਫਲ ਤੁਸੀਂ ਨਹੀਂ ਖਾਣਾ, ਇਹ ਪਰਮੇਸ਼ਵਰ ਨੇ ਕਿਹਾ ਸੀਗਾ। ਲੇਕਿਨ ਜਦ ਆਦਮ ਨੇ ਹਵਾ ਨੇ ਉਹ ਫਲ ਖਾਧਾ ਤਾਂ ਪਰਮੇਸ਼ਵਰ ਜਦ ਇਹਨਾਂ ਨੂੰ ਮਿਲਣ ਦੇ ਲਈ ਆਏ, ਔਰ ਜਦ ਇਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ, ਪਰਮੇਸ਼ਵਰ ਦੀ ਆਵਾਜ਼ ਸੁਣੀ, ਇਹ ਤਾਂ ਡਰ ਗਏ। ਸੁਣੋ,
जो ये लोग डर गए, जब ये लोग डर गए और परमेश्वर ने आवाज मारी, हे आदम किथे तू? ते परमेश्वर नूं आदम ने कहा, परमेश्वर मैं तेरी आवाज सुन के डर गया। क्यों? क्योंकि लुक के बैठा होया सीगा। परमेश्वर ने कहा, ये किस तरह होया? अगे तू मैनूं मिलण दे लई भज के आउंदा सीगा, अज की होया? परमेश्वर ने पूछा, किते तैं फल तो नहीं खा लिया? तो उसने की कहा, पढ़ो वचन दे विच 3:11, ਤੈਨੂੰ ਦੱਸਿਆ ਭਾਈ ਤੂੰ ਨੰਗਾ ਹੈ, ਜਿਸ ਵਿੱਚ ਤੋਂ मैं तेन हुक्म दिता कि उस तो ना खाए, की तो उसको खाता? हाँ, प्रभु यीशु मसीह परमेश्वर सवाल कर रहे हैं, भाई तेन क्यों दसता भी तू नंगा है? नंगा तू पहला भी सीगा, जब संगति करता सी मेरे नाल, जब मैं तेरे नाल संगति करता सीगा, हुण तेन क्यों दसता कि तू नंगा है, कि तू फल तो नहीं खा लिया? तो फिर उसने की कहा? फिर आदमी ने आख्या कि जिस तीवी नूं तू मैनू दिता सी, उसने उस विच तो मैनू दिता सी, मैं खाता। हुण देखो इंसान आदम की किया ने, कितना सोहना बहाना बनाता है, की कहा कि परमेश्वर मैं तो नहीं खाता सीगा, मैं तो खाना ही नहीं सीगा, तुसीं मैनूं कह के गए सी ना भी फल ना खाई, मैं किहड़ा खाना सीगा? सही में मेरे खाने वाला है ही नहीं सी, लेकिन खवाया कि नहीं मैनूं? जिहड़ी औरत ने मैनूं दित्ती है। ਇਹਦਾ मतलब गलती किहदे विच निकली? परमेश्वर दे विच। तू ना दिंदा मैं ना करदा, ਇਹਦਾ ਵੀ ਕਹਿੰਦਾ ਹੋਗਾ परमेश्वर मैं ਕਿਹੜਾ ਮੰਗੀ ਸੀ, मैं ਕਿਹੜਾ ਮੰਗੀ ਸੀ, ਦਿੱਤੀ ਤਾਂ ਆਪਣੀ ਮਰਜ਼ੀ ਨਾਲ ਹੀ ਹੈ, ਅੱਜ ਫਲ ਵੀ ਤਾਂ ਮੈਨੂੰ ਨਹੀਂ ਖਵਾਇਆ ਹੈਗਾ। ਕਿੱਡੀ ਵੱਡੀ ਗੱਲ ਬੋਲ ਰਿਹਾ परमेश्वर ਨੂੰ। ਕਹਿ ਸਕਦਾ ਜਾਂ परमेश्वर ਮੇਰੇ ਤੋਂ ਗਲਤੀ ਹੋ ਗਈ, हाँ परमेश्वर ਨੂੰ ਇਸ ਤਰ੍ਹਾਂ नहीं करना चाहिए ਸੀਗਾ, लेकिन कि परमेश्वर तय ਦਿੱਤਾ ਸੀ ਨਾ ਤਾਂ ਇਸ ਤਰ੍ਹਾਂ ਹੋਇਆਗਾ। मैं तो ਤੁਹਾਨੂੰ ਕਿਹਾ परमेश्वर ਮੈਨੂੰ ਤਾਂ ਪਤਾ ਹੀ ਨਹੀਂ ਔਰਤ ਕੀ ਚੀਜ਼ ਹੈ, ਤੁਸੀਂ ਦਿੱਤੀ ਹੈ, ਆਪਣੀ ਮਰਜ਼ੀ ਨਾਲ ਦਿੱਤੀ ਹੈ, ਗਲਤੀ ਮੈਂ ਇਹਨੇ ਕਰਾਈ ਹੈ। फिर परमेश्वर ने की कहा कि पढ़ो, तद यहोवा परमेश्वर ने तीवी नूं आख्या कि तैं इह की कीता? तीवी ने आख्या कि सप ने मैनूं फरमाया तां मैं खाधा। ਹੁਣ देखो औरत भी की परमेश्वर मैं कितने खाना सी, मैं तो खाना ही नहीं सीगा, ਇਹਦਾ ਸੱਪ ਨੇ ਆ ਕੇ कहता मैनूं, ਉਹਨੇ आ के मैनूं फरमायागा, मतलब फिर एक बहाना लाता ਉਹਨੇ। ਅੱਜ हर एक जीवन ਦੇ ਵਿੱਚ हर एक इंसान ਦੇ ਕੋਲ एक बहाना गा, किहदे ਲਈ? बचन ਦੇ ਲਈ। परमेश्वर का काम नहीं करना, कोई ना कोई बहाना गा, मैं अभी नहीं जाना, अज मैं सेवा लिए नहीं जाना, अज मैं किसी प्रार्थना ले जा, क्यों? मेरा पर्सनल काम आ गया कोई। ਹੁਣ पर्सनल ऐसा बोल दो कि सामने वाले चुप, की पर्सनल ਹੈਗਾ, की पर्सनल हो सकਦਾ ਉਹਦਾ? ਕੀ परमेश्वर ਦਾ ਵੱਧ ਗਿਆ पर्सनल ਕੰਮ ਤੁਹਾਡਾ? ਹੁਣ ਔਰਤ ਨੂੰ ਪੁੱਛਿਆ ਤੈਂ ਖਾਧਾ, ਉਹਨੇ ਇਹ ਨਹੀਂ ਕਿਹਾ परमेश्वर ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਮਨਾ ਕੀਤਾ ਸੀਗਾ, ਮੈਨੂੰ ਨਹੀਂ ਖਾਣਾ ਚਾਹੀਦਾ ਸੀਗਾ, ਲੇਕਿਨ ਕੀ ਕਿਹਾ परमेश्वर? ਉਹ ਤਾਂ ਸੱਪ ਸੀ ਨਾ, ਉਹਨੇ ਆ ਕੇ ਮੈਨੂੰ ਭਰਮਾਇਆਗਾ, ਉਹਨੇ ਕੀ ਕੀਤਾਗਾ? ਉਹਨੇ ਮੈਨੂੰ ਭਰਮਾਇਆਗਾ। मतलब ਆਪਣਾ ਬਚਾਓ ਕਰਨ ਦੇ ਲਈ ਇਨਸਾਨ ਦੇ ਕੋਲ ਕਿੰਨੇ ਸੋਹਣੇ ਕੀ ਨੇ? ਬਹਾਨੇ ਨੇ, ਬਹਾਨਾ ਬਣਾ ਰਿਹਾ ਇਨਸਾਨ। ਅੱਜ ਦੇਖੋ परमेश्वर ਦੇ ਵਚਨ ਦੇ ਵਿੱਚ परमेश्वर ਸਾਨੂੰ 24 ਘੰਟੇ ਦੇ ਰਹੇ ਨੇ, और 2 घंटे 24 मिनट वो की है साडा देन का फर्ज है, और 2 घंटे 24 मिनट अगर असीं परमेश्वर को दे रहे हैं तो असीं किहड़ा वड्डा पीओ मार रहे हैं, असीं किहड़ा परमेश्वर के उपर एहसान कर रहे हैं? 2 घंटे 24 मिनट तो परमेश्वर के बनते ही बनते ने। अगर असीं 3 घंटे डरने आ तो फिर असीं कह सकते हैं परमेश्वर असीं तैनूं कुछ दिता गा, लेकिन अज 2 घंटे 24 मिनट कड्ढण लई इंसान के लिए समा नहीं है। थक जाने आ, प्रार्थना नहीं होंगी। एक बार मैं एक परिवार से चला गया तो उत्थे कोई भाई साहब सीगा, उन्होंने गलबात की थी, उन्होंने कुछ परेशानी थी और उन्होंने प्रार्थना होती थी, वो चंगे हो जाते थे। तो एक बार जो गल की थी, मैं तुहानूं परेशानी आ रही है, तुसीं अपना समा परमेश्वर नाल बिताओ, तो मैं 2.5 घंटे कटने शुरू करो तो तुसीं ठीक रहोगे। मैं कहना 2.5 घंटे? मैं कहा हाँ जी 2.5 घंटे कटो, परमेश्वर चंगा करेगा तुहाडे जीवन च। तो बोले जो 10-15 मिनट कटते हैं तो वही बहुत है जी, रब को साडा धन्नवाद करना चाहिए। वो भाई साहब कहते रब को साडा धन्नवाद, अभी जो 15-20 मिनट अद्धा घंटा कटते ना प्रार्थना च, रब साडा धन्नवाद करे कि असीं कटते हैं। मतलब मैं भी चुप थे, मैं बैठ की कहने कहना भाव कि उसमें ये नहीं लगे कि मेरी गलती है, मैंने बार बार परेशानी फटती है, मैंने बार बार समस्या फटती है, लेकिन कि उल्ट कहता कि मैं अद्धा घंटा कर देना प्रार्थना लिए, मैं बहनों पढ़ दागा, रब मेरा ही धन्नवाद करे।
कि भाई तू मेरा धन्नवाद करदा, मैं तेरा धन्नवाद करदागा। मतलब कि अज इंसान के कोल की है, बहाने है। इस औरत ने तो यही किया, इन्हें की कहा, परमेश्वर मैं नहीं करना सीगा, लेकिन मैंने मेरे तो सप नहीं कराया, मेरे तो सप नहीं कराया। और कहने का भाव कि अज इंसान के जीवन के की है, अज बहाना गा, अज की है बहाना गा। और एक वचन पढ़ो मेरे नाल, पहला शमूएल 13 अध्याय, हाँ इसे की होगा कि जो परमेश्वर है उसने इजराइल को राजा दिता, और वो राजा का नाम सीगा साउल। और साउल को जब परमेश्वर ने शमूएल के द्वारा मसा किया, और उस तो बाद उसके लिए एक आज्ञा थी कि 7 दिन तक तू एक जगह चला जाई गिलगाल दे विच, और उत्थे जाके की करना कहते उस ठहर जाई। और 7 दिन के परमेश्वर दास जो शमूएल सी वो उत्थे आना सीगा, तो उसने आके की करनी सी, बलि करनी सी, उत्थे बलि करनी सी। लेकिन जो वो राजा उत्थे पहुंचा, शमूएल पहुंचा, तो 7 दिन हो चुके थे, 7वां दिन चलता सीगा। और ਉਹਦੇ ਉੱਪਰ कुछ लोग हमला करने के लिए आ गए। और जब हमला करने के लिए लोग नेड़े आ रहे थे, तो जो ਉਹਦੇ लोग सीगे, राजे के लोग, वो डरते जा रहे थे। और डर रहे थे तो उन्होंने की किया, उतों भजना शुरू किया। जब वो खिड़ गए उतों, तो जो राजा सीगा साउल वो भी डर गया। डर के गलों गया कि मैं हुण की करांगा, इत्थे ये लोग तो मैनूं मार देंगे, और मैं तो परमेश्वर के लिए कोई इदां दी भेंट भी नहीं की, कोई धन्नवाद की भेंट नहीं चढ़ाई। और जिस दास ने आना सीगा शमूएल ने, वो शमूएल भी हुण तक नहीं पहुंचा। तो वो की होया, वो इंसान साउल डर गया। और डरदा डरदा वो की किया, लोगों को बुलाया। तो जब लोगों को बुलाया तो उन्हें क्या जी बलि देनी है अपने, वो बलि लेके आओ। और उस इंसान ने, उस साउल ने खुद बलि दी थी। और बलि देने तो बाद उस घड़ी की होया कि परमेश्वर का जो दास सीगा शमूएल, वो समय सिर फिर पहुंचा। उसनू वो तो समय सिर पहुंचा, लेकिन जो राजा सीगा साउल, उसनू लग रहा सीगा कि वो इंसान है जो परमेश्वर का दास है, वो लेट है। लेकिन जब वो शमूएल उत्थे पहुंचा तो उन्होंने की गलबात हुई, आप पढ़ांगे पहला शमूएल 13 अध्याय 12 वचन। ਤਾਂ मैं आख्या जो फिलिस्ती मेरे उत्ते गिलगाल विच आन पैणगे, ਅਤੇ मैं हुण तिकर यहोवा दी किरपा दी बेनती नहीं कीती। हाँ, हुण जब शमूएल ने पूछा साउल तैं की कीता, वो कहंदा मैं डर गया। डर के गलों गया कि जेडे ये फिलिस्ती लोग ने, जो ये लोग ने, ये मेरे उत्ते आ जाएंगे और हो सकता मैनूं मार देन। और मैं तो यहोवा दी जो किरपा है ਉਹਦੇ ਲਈ मैं अजे तक कोई बेनती भी नहीं की। फिर इसलिए मैं बेबस होके यहोवा दी बलि चढ़ाई। हुण देखो की होगा, मैं बेबस हो गया। सारे बोलो हालेलुया। मैं बेबस हो गया, मतलब मैं नहीं चाहता सीगा कि मैं बलि चढ़ा, मैं नहीं चाहता सीगा कि मैं काम करा, लेकिन की होगा, मैं बेबस हो गया, मैनू ये करना पिया। मैनू पता सीगा भी काम मैनू नहीं करना चाहिए, मैनू पता सीगा कि मैनू बलि नहीं देनी चाहिए, लेकिन मैं की हो गया, मैं तो बेबस हो गया। मैं बेबस हो गया, इस करके मैनू बलि देनी पैगी। और फिर परमेश्वर दास ने की कहा, मतलब ये की है, मूर्खता की। उन्हें ये नहीं कहा कि मेरे तो गलती हो गई यार, मैं तो पाप हो गया, मैंने ये काम नहीं करना चाहिए सीगा। लेकिन उन्हें बहाना बनाना शुरू किया कि लोग ना भज गए मेरे तो, लोग भज गए। हुण ये लोग मेरे पे हमला कर सकते थे, मैनू मार सकते थे। हुण इन्हें भी बहाने बनाने शुरू किए, इन्हें अपनी गलती नहीं मनी। और दस रहा मैं बेबस सीगा, मतलब मैनू पता सीगा कि बलि नहीं देनी चाहिए। मैनू बलि देने का काम किया सीगा, वो तो तेरा सीगा, लेकिन बलि मैनू देनी पैगी। क्यों? मैं बेबस हो गया। जब मैं बेबस हो गया और मैं बलि देती, तो परमेश्वर दास ने की कहा, तैं मूर्खता की है। मूर्खता कि गलती की है? मूर्खता तो यही की है, एक तो तू बलि दे रहा, परमेश्वर के खिलाफ जा रहा, ऊपर तू बहानेबाजी कर रहा, बहाने बना रहा। अज भी लोग इदा ही है। अज ऐसी गल करनगे इंसान के सामने, ऐसी गोल गोल गल करनगे इंसान के सामने, की हो जाएगा कि इंसान को यकीन हो जाता। लेकिन उन्हें लगता कि मैं तो बहुत होशियार हाँ, मैं तो बहुत होशियारी मारी, मैं तो अपने आप का पक्ष बचा लिया, मैं तो अपने आप को बचा लिया। अज कोई इंसान, मैं ही बाहर हाँ, कितने कोई मैंने फोन करे, कितने भाई, मैं कहूँगा मैं बाहर हाँ। हम जो लोग मेरे से विश्वास करते हैं, वो की समझणगे कि मैं कितने हाँ? मैं तो बाहर मतलब किसी प्रार्थना वास्ते गया होवांगा, कितने मैं बाजार में सब्जी खरीदता होगा। मेरा फर्ज की है, मैं आप ही मैं इतने हाँ, मैं काम कर रहा। लेकिन मैं ऐसा सवाल देवांगा, जवाब देवांगा वाले,
मैं बाहर हाँ। ਹੁਣ ਜ਼ਿਆਦਾਤਰ ਕੀ ਹੋਊਗਾ ਲੋਕਾਂ ਨੂੰ ਇੱਥੇ ਲੱਗੇ ਜਿੱਥੇ ਬਾਹਰ ਹਾਂ, ਬਾਹਰ ਮਤਲਬ ਪਰਮੇਸ਼ਰ ਦੇ ਕੰਮ ਲਈ ਗਿਆ ਹੋਊਗਾ। ਹੁਣ ਆਪਾਂ ਜਾਣਦੇ ਇੱਕ ਦੂਜੇ ਨੂੰ ਕਿ ਕੌਣ कैसा ਕੰਮ ਕਰਦਾ ਗਾ, ਲੇਕਿਨ ਕੀ ਹੈ ਐਸੀ ਹੁਸ਼ਿਆਰੀ ਮਾਰਨਗੇ, ਐਸਾ ਕੁਝ ਦਿਖਾਵਾ ਕਰਨਗੇ ਕਿ ਲੱਗੇ ਕਿ ਮੈਂ ਬਿਜ਼ੀ ਹਾਂ, ਮੈਂ ਵਿਆਹ ਦੇ ਵਿੱਚ ਗਿਆ ਹੋਵਾਂ, ਮੈਨੂੰ ਕੋਈ ਫੋਨ ਆ ਜਾਏ, ਭਾਈ ਸਾਹਿਬ ਕਿੱਥੇ ਹੋ, ਮੈਂ ਤਾਂ ਬਾਹਰ ਹਾਂ ਜੀ। ਦੱਸ ਦਿਓ ਮੈਂ ਵਿਆਹ ਦੇ ਵਿੱਚ ਫਿਰਦਾ, ਭਾਈ ਬੋਲੋ ਕੀ ਕੰਮ ਹੈ, ਪ੍ਰਾਰਥਨਾ ਲਈ ਆਵਾਂ, ਛੱਡ ਦੋ ਵਿਆਹ ਉਸੇ ਘੜੀ, ਮੈਂ ਤਾਂ ਬਾਹਰ ਹਾਂ ਕਿਤੇ। ਹੁਣ ਲੋਕਾਂ ਨੂੰ ਕਹਿੰਦੀ ਹੈ ਬਾਹਰ ਮਤਲਬ ਪ੍ਰਾਰਥਨਾ ਵਾਸਤੇ ਜਾਓ ਕਿਤੇ, ਭਾਈ ਜੇ ਟਾਈਮ ਹੋ ਸ਼ਾਮ ਨੂੰ ਆ ਜਾਏਗਾ, ਸ਼ਾਮ ਨੂੰ ਜੀ ਦੇਖ ਲਓ ਮੇਰੇ ਟਾਈਮ ਹੋ ਸ਼ਾਮ ਨੂੰ ਬਿੱਲਾ ਆ ਜਾਊ, ਮੈਂ ਉਹਨੂੰ ਪਤਾ ਮੈਂ ਵਿਆਹ ਦੇ ਵਿੱਚ ਹਾਂ, ਬੋਲੋ ਕੀ ਕੰਮ ਹੈ ਜੀ, ਪ੍ਰਾਰਥਨਾ ਲਈ ਹੁਣੇ ਆਵਾਂ। ਲੇਕਿਨ ਇੰਨੀ ਹਿੰਮਤ, ਇੰਨਾ ਹੌਸਲਾ ਕਿੱਥੇ ਹੈ? ਫਿਰ ਕੀ ਬਹਾਨਾ ਬਣਾਉਣਗੇ, ਕਹਿਤਾ ਮੈਂ ਬਾਹਰ ਆ, ਕੋਈ ਗੱਲ ਨਹੀਂ ਕੱਲ ਨੂੰ ਆ ਜਾਊ, ਹੁਣ ਨਹੀਂ ਆ ਸਕਦਾ ਮੈਂ, ਹੁਣ ਮੈਂ ਦੂਰ ਹਾਂ। ਦੱਸੋ ਭਾਈ ਮੈਂ ਵਿਆਹ ਦੇ ਵਿੱਚ ਹਾਂ, ਪਤਾ ਤਾਂ ਲੱਗੇ ਲੋਕਾਂ ਨੂੰ ਵੀ ਕਿ ਮੈਂ ਕਿੰਨਾ ਕੁਛ ਕਰ ਦਿਆਂਗਾ ਪਰਮੇਸ਼ਵਰ ਦੇ ਲਈ। ਜਦੋਂ ਕਹੇ ਭਾਈ ਆ ਜਾਓ ਪ੍ਰਾਰਥਨਾ ਲਈ, ਛੱਡ ਕੇ ਵਿਆਹ ਮੈਂ ਜਾਊਂਗਾ, ਤਾਂ ਉਸ ਇਨਸਾਨ ਦਾ ਵਿਸ਼ਵਾਸ कैसा ਹੋਊਗਾ। ਪਰ ਜਦ ਉਹ ਵਿਸ਼ਵਾਸ ਦੇਖੇਗਾ ਵੀ ਇਸਨੇ ਕੀ ਕੀਤਾ, ਵਿਆਹ ਛੱਡਤਾ, ਇਸਨੇ ਆਪਣਾ ਕੰਮ ਛੱਡਤਾ, ਤਾਂ ਉਹ ਜਦ ਨਹੀਂ ਦੇਖੇਗਾ ਉਸਦਾ ਵਿਸ਼ਵਾਸ ਵਧੂਗਾ। ਲੇਕਿਨ ਜਦ ਮੈਂ ਗੋਲ ਗੋਲ ਗੱਲ ਕਰਾਂਗਾ, ਨਹੀਂ ਯਾਰ ਮੈਂ ਇਸ ਤਰ੍ਹਾਂ ਦਾ, ਮੈਂ ਤਾਂ ਇੱਥੇ ਹਾਂ, ਮੈਂ ਇਹ ਕਰ ਰਿਹਾਗਾ, ਉਹ ਕਰ ਰਿਹਾਗਾ, ਤਾਂ ਫਿਰ ਕੀ ਹੋਊਗਾ? ਉਹ ਵੀ ਇੱਕ ਬਹਾਨਾ ਹੀ ਹੈ, ਇਹ ਵੀ ਇੱਕ ਮੂਰਖਤਾ ਦੀ। ਇੱਕ ਵਾਰ ਫਿਰ ਪੜੋ 13 ਤੈਂ ਮੂਰਖਤਾ ਕੀਤੀ ਆ, ਬਲੀ ਦੇਤੀ, ਚੱਲ ਠੀਕ ਹੈ, ਕੋਈ ਬਲੀ ਦੇਤੀ, ਉਹ ਜਿਹੜਾ ਤੇਰਾ ਕੰਮ ਨਹੀਂ ਸੀਗਾ, ਲੇਕਿਨ ਜਿਹੜੀ ਤੂੰ ਬਹਾਨੇਬਾਜ਼ੀ ਬਣਾ ਰਿਹਾਗਾ ਉਹ ਕੀ ਹੈ? ਉਹ ਇੱਕ ਮੂਰਖਤਾ ਦੀ। ਲੇਕਿਨ ਅੱਜ ਲੋਕਾਂ ਨੂੰ ਲੱਗਦਾ ਮੈਂ ਤਾਂ ਬੜਾ ਚਲਾਕ ਹਾਂ, ਮੈਂ ਤਾਂ ਬੜੀ ਹੁਸ਼ਿਆਰੀ ਕਰ ਦਿੰਦਾ ਗਾ, ਮੈਂ ਤਾਂ ਐਸੀ ਗੱਲ ਕਰ ਦਿੰਦਾ ਕਿ ਸਾਹਮਣੇ ਵਾਲਾ ਮੂੰਹ ਬੰਦ ਹੋ ਜਾਂਦਾ ਗਾ। ਠੀਕ ਹੈ, ਮੇਰਾ ਮੂੰਹ ਬੰਦ ਕਰ ਸਕਦੇ ਹਾਂ, ਮੈਂ ਤੁਹਾਡਾ ਮੂੰਹ ਬੰਦ ਕਰ ਸਕਦਾ ਗਾ, ਕੀ ਪਰਮੇਸ਼ਰ ਦਾ ਮੂੰਹ ਬੰਦ ਕਰ ਸਕਦੇ ਹਾਂ? ਕੀ ਪਰਮੇਸ਼ਰ ਨੂੰ ਰੋਕ ਸਕਦੇ? ਜਦ ਪਰਮੇਸ਼ਰ ਨੇ ਤੁਹਾਨੂੰ ਕੋਈ ਨਾ ਕੋਈ ਕੰਮ ਦਿੱਤਾ ਹੈਗਾ, ਪਰਮੇਸ਼ਰ ਨੇ ਤੁਹਾਨੂੰ ਕੋਈ ਨਾ ਕੋਈ ਵਰਦਾਨ ਦਿੱਤਾ ਹੈਗਾ, ਤੁਹਾਡੀ ਪ੍ਰਾਰਥਨਾ ਦੁਆਰਾ ਕੋਈ ਚੰਗਾ ਹੁੰਦਾ ਹੈਗਾ, ਤੁਹਾਨੂੰ ਪਰਮੇਸ਼ਰ ਨੇ ਕਿਸੇ ਵਚਨਾਂ ਦਾ ਗਿਆਨ ਦਿੱਤਾ ਹੈਗਾ, ਤੁਸੀਂ ਪਰਮੇਸ਼ਰ ਨੂੰ ਧੋਖਾ ਦੇਣ ਦੀ ਗੱਲ ਕਰਦੇ ਹੋ, ਹੁਸ਼ਿਆਰੀ ਦਿਖਾ ਰਹੇ ਹੋ ਪਰਮੇਸ਼ਰ ਨੂੰ ਕਿ ਪਰਮੇਸ਼ਰ ਉਸ ਇਨਸਾਨ ਨੂੰ ਮੈਂ ਤਾਂ ਇਸ ਤਰ੍ਹਾਂ ਬੋਲ ਦਿੱਤਾ, ਉਹਦਾ ਮੂੰਹ ਬੰਦ ਹੋ ਗਿਆ। ਤੇ ਬਾਅਦ ਦੇ ਵਿੱਚ ਉਹ ਇਨਸਾਨ ਦੀ ਕੀ ਬਣ ਜਾਂਦੀ ਹੈ? ਇੱਕ ਆਦਤ ਬਣ ਜਾਂਦੀ ਹੈ। ਹੁਣ ਕਿਸ ਨੂੰ ਕਿਸ ਤਰ੍ਹਾਂ ਦਾ ਉੱਤਰ ਦੇਣਾ ਹੈਗਾ, ਕਿਸ ਨੂੰ ਕਿਸ ਤਰ੍ਹਾਂ ਦੀ ਗੱਲ ਸਮਝਾਉਣੀ ਹੈ, ਫਿਰ ਉਹ ਇਨਸਾਨ ਉਹਦੇ ਵਿੱਚ ਫਸਦਾ ਹੀ ਚਲਾ ਜਾਂਦਾ, ਫਸਦਾ ਹੀ ਚਲਾ ਜਾਂਦਾ। ਫਿਰ ਇਨਸਾਨ ਨੂੰ ਖੁਦ ਨਹੀਂ ਪਤਾ ਚੱਲਦਾ, ਖੁਦ ਨਹੀਂ ਪਤਾ ਚੱਲਦਾ ਕਿ ਮੈਂ ਕੀ ਕਰ ਰਿਹਾ ਹੈਗਾ। ਲੇਕਿਨ ਕੀ ਹੈ, ਮੇਰਾ ਪਰਸਨਲ ਹੈ, ਮੇਰਾ ਜ਼ਰੂਰੀ ਹੈ। ਜ਼ਰੂਰੀ ਨਹੀਂ ਕਹਿ ਸਕਦਾ ਉਹ, ਜ਼ਰੂਰੀ ਕਹੂਗਾ ਤਾਂ ਲੋਕ ਕੀ ਕਹਿਣਗੇ, ਵਿਸ਼ਵਾਸੀ ਕੀ ਕਹੂਗਾ, ਪਰਮੇਸ਼ਵਰ ਤੋਂ ਬਾਅਦ ਤਾਂ ਜ਼ਰੂਰੀ ਹੈ, ਮੇਰਾ ਪਰਸਨਲ ਹੈ। ਹੁਣ ਪਰਸਨਲ ਮਤਲਬ ਕੀ, ਮੈਂ ਨਹੀਂ ਦੱਸ ਸਕਦਾ, ਮੇਰਾ ਪਰਸਨਲ ਹੈ। ਇਸ ਤਰ੍ਹਾਂ ਨਹੀਂ ਕਹਿ ਸਕਦੇ ਮੈਂ ਕਿਹੜਾ ਪਰਸਨਲ ਤੇਰਾ ਭਾਈ। ਲੇਕਿਨ ਕੀ ਹੈ, ਸਾਹਮਣੇ ਵਾਲਾ ਮੂੰਹ ਬੰਦ ਕਰ ਦਿੰਦੇ ਨੇ। ਲੇਕਿਨ ਸੈਮੂਅਲ ਨੇ ਕੀ ਕਿਹਾ, ਇਹ ਮੂਰਖਤਾ ਦੀ, ਤੂੰ ਗਲਤੀ ਤਾਂ ਕੀਤੀ ਹੈ, ਲੇਕਿਨ ਗਲਤੀ ਕਿਹੜਾ ਮੰਨ ਰਿਹਾ ਤੂੰ ਗਲਤੀ ਤਾਂ ਕਰ ਰਿਹਾਗਾ, ਬਾਰ-ਬਾਰ ਗਲਤੀ ਕਰ ਰਿਹਾਗਾ, ਕਿਹੜਾ ਮੰਨ ਰਿਹਾ ਗਲਤੀ ਤੂੰ ਆਪਣੀ? ਅੱਜ ਵੀ ਇਨਸਾਨ ਇਸ ਤਰ੍ਹਾਂ ਹੀ ਕਰਦਾ ਹੈਗਾ, ਅੱਜ ਇਨਸਾਨ ਇਸ ਤਰ੍ਹਾਂ ਹੀ ਕਰ ਰਿਹਾ ਕਿ ਉਹ ਬਹਾਨੇਬਾਜ਼ੀ ਤਾਂ ਕਰਦਾ ਗਾ, ਲੇਕਿਨ ਆਪਣੇ ਆਪ ਨੂੰ ਕੀ ਦੱਸਦਾ ਗਾ, ਉਹ ਮੈਂ ਬੜਾ ਚਲਾਕ ਹਾਂ, ਮੈਂ ਤਾਂ ਬੜਾ ਹੁਸ਼ਿਆਰ ਹਾਂ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਇੱਥੇ ਬੈਠੇ ਬੈਠੇ ਪਾਸਟਰ ਨੂੰ ਬੁੱਧੂ ਬਣਾ ਦਿੰਦੇ ਆ, ਪਾਸਟਰ ਨੂੰ ਕਿਹੜਾ ਪਤਾ ਚੱਲਦਾ ਗਾ, ਹੁੰਦਾ ਜ਼ਿਆਦਾਤਰ। ਪਰ ਪਾਸਟਰ ਵੀ ਸੋਚਦਾ ਮੈਂ ਵੀ ਬੈਠਾ ਬੈਠਾ ਸੰਗਤ ਨੂੰ ਬਣਾ ਦਿੰਦਾ, ਸੰਗਤ ਨੂੰ ਕਿਹੜਾ ਪਤਾ ਚੱਲਦਾ ਗਾ। ਮਤਲਬ ਕੀ, ਕਿਹਨੂੰ ਮੰਨ ਰਹੇ ਹੋ? ਕਿ ਸਵਾਗਤ ਚਲੇ ਜਾਓ ਇਸ ਤਰ੍ਹਾਂ ਕਰਕੇ, ਬਹਾਨੇਬਾਜ਼ੀ ਕਰ ਰਹੇ हैं। ਆਸ ਕਿੱਥੇ ਦੀ ਹੈ? ਆਸ ਸਵਰਗ ਦੀ ਹੈ। ਇਹ ਨਾ ਸੋਚੋ ਕਿ ਅਸੀਂ ਵਿਆਹ ਛੱਡਤਾ, ਭੋਗ ਛੱਡਤਾ, ਐਤਵਾਰ ਨੂੰ ਅਸੀਂ ਕਿਸੇ ਪਾਸੇ ਜਾਂਦੇ ਨਹੀਂ, ਅਸੀਂ ਐਤਵਾਰ ਬੰਦਗੀ ਵਿੱਚ ਹੀ ਆਉਣੇ ਆ। ਕੋਈ ਵੱਡਾ ਕੰਮ ਨਹੀਂ ਕਰ ਰਹੇ, ਇਹ ਕੋਈ ਵੱਡਾ ਕੰਮ ਨਹੀਂ ਹੈ। ਅਗਰ ਜੀਵਨ ਦੇ ਵਿੱਚ ਬਹਾਨੇਬਾਜ਼ੀ ਹੈ, ਇਹ ਕੋਈ ਵੱਡਾ ਕੰਮ ਨਹੀਂ ਹੈ। ਐਤਵਾਰ ਨੂੰ ਹੋਰ ਧਰਮ ਦੇ ਲੋਕ ਦੇਖੋ, ਉਹ ਵੀ ਸੰਗਤ ਕਰਦੇ ਨੇ, ਉਹ ਤਾਂ 7 ਵਜੇ ਚਲੇ ਜਾਂਦੇ ਨੇ, 9 ਵਜੇ ਨੂੰ ਘਰੇ ਆ ਜਾਂਦੇ ਨੇ। ਅਸੀਂ 10 ਵਜੇ ਦਾ ਟਾਈਮ ਰੱਖਿਆ, ਲੋਕ 10:30 ਵਜੇ ਆਉਂਦੇ ਨੇ, 10-20 ਤੇ ਆਉਂਦੇ ਨੇ, 11 ਵਜੇ ਆ ਜਾਂਦੇ ਨੇ। ਕਿਉਂ? ਗੀਤ ਭਜਨ ਚੱਲ ਲੈਣ ਦੋ, ਕੋਈ ਗੱਲ ਨਹੀਂ, ਬਚਨ ਸੁਣ ਕੇ ਆਵਾਂਗੇ, ਪ੍ਰਭੂ ਭੋਜ ਲੈ ਕੇ ਆਵਾਂਗੇ। ਇੱਕ ਬਹਾਨਾ ਚੱਲਦਾ ਹੈਗਾ, ਸਮੇਂ ਸਿਰ ਨਹੀਂ ਪਹੁੰਚਦੇ ਬੰਦਗੀ 'ਚ, ਸਮੇਂ ਸਿਰ ਬੰਦਗੀ ਵਿੱਚ ਨਹੀਂ ਪਹੁੰਚਦੇ। ਮਤਲਬ ਕਿ ਅੱਜ ਇਨਸਾਨ ਦੇ ਕੋਲ ਇੱਕ ਬਹਾਨਾ ਹੈਗਾ, ਹਰ ਇੱਕ ਇਨਸਾਨ ਦੇ ਕੋਲ ਕੋਈ ਨਾ ਕੋਈ ਬਹਾਨਾ ਹੈਗਾ। ਉਹ ਸੱਚਮੁੱਚ ਬਹਾਨਾ ਕੀ ਕਰਦਾ ਹੈਗਾ? ਇਨਸਾਨ ਨੂੰ ਪਰਮੇਸ਼ਵਰ ਤੋਂ ਦੂਰ ਕਰ ਰਿਹਾ ਹੈਗਾ। ਔਰ ਬਹਾਨਾ ਬਣਾਉਂਦਾ ਕੌਣ ਹੈ? ਜੋ ਮਸੀਹ ਦੇ ਵਿੱਚ ਚੱਲ ਰਿਹਾ ਹੈਗਾ, ਜੋ ਵਚਨ ਜਾਣਦਾ ਹੈਗਾ, ਜੋ ਪ੍ਰਾਰਥਨਾ ਕਰਦਾ ਹੈਗਾ, ਜੋ ਸੰਗਤੀ ਵਿੱਚ ਜਾਂਦਾ ਹੈਗਾ, ਉਹੀ ਜ਼ਿਆਦਾ ਬਹਾਨੇ ਕਰਦਾ ਹੈਗਾ। ਲੇਕਿਨ ਸਹੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਬਹਾਨਾ
जो इंसान बना रहा है वो बहाना परमेश्वर को पसंद नहीं है। क्योंकि एक बार की होया, प्रभु यीशु मसीह ने गल की अपने चेलियां को इकट्ठा किया। 12 चेले थे प्रभु यीशु मसीह के और 70 चेले भी थे। प्रभु यीशु मसीह ने गल कही, आप वचन में देखांगे यूहन्ना और 6 अध्याय ਉਹਦਾ ਪ੍ਰੋ 53 ਵਚਨ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ। ਉੱਚੀ ਆਵਾਜ਼ ਕਰੋ ਸਾਹਿਬ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਹਾਂ, ਸਾਰੇ ਬੋਲੋ ਹਾਲੇਲੂਇਆ। ਇੱਕ ਮਿੰਟ ਦਾ ਖਿਆਲ ਰੱਖੋ, ਜਦ ਕੋਈ ਵਚਨ ਪੜ੍ਹਦਾ ਨਾ ਨਾਲ ਨਾ ਪੜ੍ਹੋ। जब कोई वचन पढ़ रहा तो नाल वचन ना करो, क्योंकि आवाज़ां दो आ रही ने। इत्थे प्रभु यीशु मसीह ने जब फरमाया जाना सीगा, एक गल की प्रभु यीशु मसीह ने कि मैं तुहानूं सच आखदा हां कि जो कोई मनुख दे पुत्र दा, मतलब प्रभु यीशु मसीह कहंदे जो कोई मेरा मांस ना खावे, मेरा लहू ना पीवे, ਉਹਦੇ ਵਿੱਚ ਕੀ ਨਹੀਂ ਹੈ? ਉਹਦੇ ਵਿੱਚ ਜੀਵਨ ਨਹੀਂ ਹੈ। ਉਹਦੇ ਵਿੱਚ ਜੀਵਨ ਨਹੀਂ ਹੈ। ਧਿਆਨ ਕਰੋ ਯਾਰ, ਉਹਦੇ ਵਿੱਚ ਕੀ ਨਹੀਂ ਹੈ? ਜੀਵਨ। ਹੁਣ ਇਹ ਚੇਲੇ ਹੋਏ ਸੀਗੇ ਜੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਭੂਤਾਂ ਕੱਢਦੇ ਸੀਗੇ, ਜੋ ਪ੍ਰਚਾਰ ਕਰਦੇ ਸੀਗੇ, ਜੋ ਬਿਮਾਰਾਂ ਨੂੰ ਚੰਗੇ ਕਰਦੇ ਸੀਗੇ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਜਦ ਕਹੀ ਕੀ ਗੱਲ ਕਿ ਮੇਰਾ ਮਾंस ਖਾਓ, ਮੇਰਾ ਲਹੂ ਪੀਓ, ਔਰ ਜੋ ਕੋਈ ਮੇਰਾ ਮਾंस ਨਹੀਂ ਖਾਂਦਾ, ਮੇਰਾ ਲਹੂ ਨਹੀਂ ਪੀਂਦਾ, ਉਹਦੇ ਵਿੱਚ ਕੀ ਨਹੀਂ ਹੈ? ਜੀਵਨ ਨਹੀਂ ਹੈ। ਫਿਰ ਕਿ ਪੜੋ, ਜੇ ਕੋਈ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਤਾਂ ਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਹੁਣ ਦੇਖੋ ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ, ਜੋ ਕੋਈ ਮੇਰਾ ਮਾंस ਖਾਂਦਾਗਾ, ਜੋ ਕੋਈ ਮੇਰਾ ਮਾंस ਖਾਂਦਾਗਾ, ਮੇਰਾ ਲਹੂ ਪੀਂਦਾਗਾ, ਤਾਂ ਕੀ ਉਹਦੇ ਵਿੱਚ ਸੰਦੀਪਕ ਜੀਵਨ ਹੈ। ਤੇ ਫਿਰ ਕੀ ਹੋਵੇਗਾ ਕਿ ਅੰਤ ਦੇ ਦਿਨ ਵਿੱਚ ਮੈਂ ਉਹਨੂੰ ਜਿਉਂਦਾ ਉਠਾਵਾਂਗਾ। ਏਦਾਂ ਹੀ ਹੈ। ਹੁਣ ਇਹਨੂੰ ਉਲਟ ਕਰਕੇ ਪੜੋਗਾ, ਇਸੇ ਬੱਚੇ ਨੂੰ ਥੋੜਾ ਜਿਹਾ ਉਲਟ ਕਰਕੇ ਪੜੋ, ਨਹੀਂ ਲਾਦੇ ਵਿੱਚ ਪਾਸਤਾ ਪੜੋ। ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਸੀਂ ਪਰਮੇਸ਼ਰ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸਮਝ ਆਈ? ਪਹਿਲਾਂ ਕੀ ਪੜਿਆ ਆਪਾਂ ਨੇ? ਇੱਕ ਵਾਰ ਫਿਰ ਪੜੋ ਸਾਡੀ, ਬਹੁਤ ਦਿਨ ਨਾਲ ਸੁਣਿਓ। ਇੱਕ ਮਿੰਟ ਉੱਚੀ ਆਵਾਜ਼ ਪੜੋ। ਜੇ ਕੋਈ ਮੇਰਾ ਮਾंस ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਤਾਂ ਦੀਪਕ ਜੀਵਨ ਉਸੇ ਦਾ ਹੈ। ਹਾਂ, ਸੰਦੀਪਕ ਜੀਵਨ ਉਸ ਦਾ ਹੈ। ਅਗਰ ਇਹਦੇ ਵਿੱਚ ਆਪਾਂ ਨਹੀਂ ਲਾ ਦਿੰਦੇ ਸ਼ਬਦ ਜਾਂ ਨਾ ਲਾ ਦਿੰਦੇ, ਪੜੋ ਜੀ। ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਤੁਹਾਨੂੰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਨਹੀਂ 54 ਪੜੋ। ਜੇ ਕੋਈ ਮੇਰਾ ਮਾंस ਨਹੀਂ ਖਾਂਦਾ ਅਤੇ ਮੇਰਾ ਲਹੂ ਨਹੀਂ ਪੀਂਦਾ ਤਾਂ ਦੀਪਕ ਜੀਵਨ ਉਹਦਾ ਨਹੀਂ ਹੈ। ਹੁਣ ਸਪਸ਼ਟ ਗੱਲ ਲਿਖੀ ਹੈ ਪ੍ਰਭੂ ਯਿਸੂ ਦੇ ਵਚਨ, ਸਪਸ਼ਟ ਦੱਸ ਰਿਹਾਗਾ ਵੀ ਜੋ ਕੋਈ ਮੇਰਾ ਮਾंस ਖਾਂਦਾਗਾ, ਮੇਰਾ ਲਹੂ ਪੀਂਦਾਗਾ, ਸੰਦੀਪਕ ਜੀਵਨ ਉਸ ਦਾਗਾ। ਅਗਰ ਲਿਖਿਆ ਹੋਵੇ ਕਿ ਜੋ ਕੋਈ ਮੇਰਾ ਮਾंस ਨਹੀਂ ਖਾਂਦਾ, ਮੇਰਾ ਲਹੂ ਨਹੀਂ ਪੀਂਦਾ, ਫਿਰ ਸੰਦੀਪਕ ਜੀਵਨ ਉਹਦਾ ਨਹੀਂ ਹੈ। ਹੁਣ ਸਪਸ਼ਟ ਗੱਲ ਹੈ। ਅੱਗੇ ਪੜੋ, ਪੂਰੀ ਗੱਲ ਲੈਣੀ। ਅੰਤ ਦੇ ਦਿਨ ਤੁਸੀਂ ਪੂਰੀ ਕਰੋ ਜੀ। ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਨਹੀਂ ਉਠਾਵਾਂਗਾ। ਮੈਂ ਅੰਤ ਦਿਨ ਜਿਉਂਦਾ ਨਹੀਂ ਉਠਾਵਾਂਗਾ ਉਹਨੂੰ। ਹੁਣ ਸਪਸ਼ਟ ਗੱਲ ਲਿਖੀ ਹੈ। ਇਹਦਾ ਮਤਲਬ ਕੀ ਕਿ ਇਹ ਸਾਡੇ ਲਈ ਕੀ ਹੈ? ਇੱਕ ਬਹੁਤ ਹੀ ਜ਼ਰੂਰੀ ਆਗਿਆ ਹੈਗੀ, ਬਹੁਤ ਹੀ ਜ਼ਰੂਰੀ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਮਾंस ਖਾਣਾ, ਪ੍ਰਭੂ ਯਿਸੂ ਮਸੀਹ ਦਾ ਲਹੂ ਪੀਣਾ। ਕਾਹਦੇ ਲਈ? ਕਿ ਸਾਨੂੰ ਸੰਦੀਪਕ ਜੀਵਨ ਮਿਲੇ। ਸਾਨੂੰ ਕੀ ਮਿਲੇ? ਸੰਦੀਪਕ ਜੀਵਨ। ਔਰ ਕੀ ਹੋਵੇ ਕਿ ਅੰਤ ਦੇ ਦਿਨ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਜਿੰਦਾ ਉਠਾਏ ਜਾਈਏ। ਲੇਕਿਨ ਕੌਣ ਉਠਾਏ ਜਾਣਗੇ? ਜੋ ਇਹ ਕੰਮ ਕਰਦਾਗਾ। ਜੋ ਇਹ ਕੰਮ ਨਹੀਂ ਕਰਦਾ ਉਹ ਜਿੰਦਾ ਨਹੀਂ ਉਠਾਇਆ ਜਾਊਗਾ। ਸਪਸ਼ਟ ਗੱਲ ਹੈ ਕਿ ਜੋ ਨਹੀਂ ਕਰਦਾ, ਜੋ ਨਹੀਂ ਮਾंस ਖਾਂਦਾ, ਨਹੀਂ ਲਹੂ ਪੀਂਦਾ, ਉਹ ਜਿੰਦਾ ਨਹੀਂ ਉਠਾਇਆ ਜਾਏਗਾ। ਤੇ ਫਿਰ ਅੱਗੇ ਪੜੋ। ਕਿਉਂਕਿ ਮੇਰਾ ਮਾंस ਸੱਚਮੁੱਚ ਖਾਣ ਅਤੇ ਮੇਰਾ ਸੱਚਮੁੱਚ ਪੀਣ ਦੀ ਵਸਤੂ ਹੈ। ਪ੍ਰਭੂ ਯਿਸੂ ਸਪਸ਼ਟ ਕਹਦਾ ਵੀ ਸੱਚਮੁੱਚ ਇਹ ਕੀ ਹੈ? ਇਹ ਖਾਣ ਵਾਲਾ ਹੈਗਾ। ਇਹ ਕੀ ਹੈ? ਇਹ ਲਹੂ ਪੀਣ ਵਾਲਾ ਹੈਗਾ। ਸੱਚਮੁੱਚ ਖਾਣਾ ਹੈਗਾ, ਸੱਚਮੁੱਚ ਕੀ ਇਹ ਪੀਣਾ ਹੈਗਾ। ਲੇਕਿਨ ਕੀ ਹੁੰਦਾ ਜ਼ਿਆਦਾਤਰ ਪ੍ਰਭੂ ਕੋਲ ਛੱਡ ਦਿੰਦੇ ਲੋਕ, ਮਤਲਬ ਉਹ ਮਨਾ ਕਰਦੇ ਨੇ ਕਿ ਪ੍ਰਭੂ ਮੈਨੂੰ ਸੰਦੀਪਕ ਜੀਵਨ ਨਹੀਂ ਚਾਹੀਦਾ। ਸਪਸ਼ਟ ਕਰਕੇ ਜਦ ਮੈਂ ਦੱਸਣਾ ਚਾਹਾਂਗਾ, ਬਹੁਤ ਸਾਰੇ ਲੋਕ ਏਦਾਂ ਕਰਦੇ ਨੇ ਕਿ ਕੋਈ ਕੰਮ ਪੈ ਜੇ
कोई गल नहीं, अज नहीं करांगे ना, मंगलवार हैगा ना, बुधवार हैगा ना, उदों कर लवांगे। की ਇਹਦਾ मतलब कि ਅਸੀਂ ਕੀ कर रहे हैं, परमेश्वर का इनकार कर रहे हैं। और ਸਾਨੂੰ जो संदीपक जीवन दे सकता गा, ਅਸੀਂ ਕੀ कर रहे हैं, ਉਹਦਾ इनकार कर रहे हैं। लेकिन ज्यादातर की है, उस इंसान ਨਾਲ ਗੱਲ ਹੋਵੇ ਤਾਂ ਉਹ बहाना दसेगा, ऐसा बहाना दसेगा कि सामने वाले का मुंह बंद, सामने वाले का मुंह बंद। मतलब लहू नहीं पीना, मांस नहीं खाना, ਉਹਦੇ ਲਈ ਕੀ ਹੈ, इंसान के लिए एक बहाना गा। और लिखा बाइबल ਦੇ ਵਿੱਚ, फिर पढ़ो अगे ਇਹਦੇ 7 वचन पढ़ो। ਇਸ ਲਈ ਉਹਦੇ ਚੇਲੇ ਬਹੁਤੇ ਨੇ ਸੁਣ ਕੇ ਆਖਿਆ, ਜੋ ਇਹ ਔਖੀ ਗੱਲ ਹੈ, ਇਹ ਕੌਣ ਸੁਣ ਸਕਦਾ। ਹੁਣ ਦੇਖੋ ਜੀ, प्रभु यीशु मसीह ਦੇ ਚੇਲੇ ਸੀਗੇ, ਉਹਨਾਂ ਨੇ ਗੱਲ ਸੁਣੀ कि कौन है जो प्रभु यीशु मसीह का मांस खावे, कौन है जो प्रभु यीशु मसीह का लहू पीवे। उन्होंने की लग्या, औखा लग्या। ਹੁਣ ਦੱਸੋ ਮੈਨੂੰ, मांस खाना औखा गा, प्रभु यीशु मसीह का मांस खाना औखा गा, प्रभु यीशु मसीह का लहू पीना औखा गा। औखा किहने ਲਈ है, औखा किहने ਲਈ है, जिन्हें अपना मांस देना गा, जिन्हें अपना लहू देना गा, औखा तो ਲਈ है ना, जान तो भी जाऊगा, तकलीफ तो उसने होगी ना। जिन्हें अपना लहू देना गा, जिन्हें अपना मांस देना गा, तकलीफ होने हुआ है, दुख होने हुआ है, औखा तो नहीं है। लेकिन चेले की कहते हैं कि यह बड़ी औखी गल है, इसमें कौन पूरा करे। समझ रहे नहीं समझ रहे। और यीशु मसीह ने कहा कि मेरा लहू तुहाडे लई है। यीशु मसीह का लहू कदों निकला कि जाओगे मार पई। यीशु मसीह ने शरीर दिता, किवें कि किन्ना मारिया गया, यीशु मसीह नूं किन्ना कुटिया गया। मतलब औखा किहदे लई सीगा, औखा तो प्रभु यीशु मसीह दे लई सीगा। साडे लई कोई औखा नहीं, ऐसा बड़ी आसानी नाल खा सकते हैं, ऐसा बड़ी आसानी नाल की है प्रभु यीशु मसीह दा लहू पी सकते हैं। लेकिन अज लोगों लगे बहाना, किहड़ा बहाना, नहीं जी असीं नहीं पी सकते, एक प्याला नहीं कर सकते, प्रभु भोज असीं नहीं आ सकते। क्यों, अज कोई ना कोई बहाना गा, क्यों असीं नहीं कर सकते, असीं ते योग नहीं हाँ, असीं इहदे योग नहीं। कोई ना कोई इंसान बहाना बना दिंदा गा। इत्थे इस तरह ही होया, इस तरह भी होया। पर पढ़ो यार, 4 वचन पढ़ो। ਇਸ ਗੱਲ ਤੋਂ ਉਹ ਚੇਲਿਆਂ ਵਿੱਚੋਂ ਬਹੁਤੇ ਪਛਾਣ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ। आते जो है कि चेले थे जो प्रभु यीशु मसीह दे, बहुत चेले वो पीछे चले गए और दोबारा यीशु मसीह को आए नहीं। लेकिन अज हुंदा की इत्थे, अज इस तरह हुंदा, इंसान एक बार प्रभु को लैंदा, 2 बार लैंदा, फिर छड़ दिंदा हफ्ता एक, फिर प्रभु को लैंदा। मतलब कि उन्होंने चेलियां ने की कीता सीगा, यीशु मसीह नाल चले, लेकिन जब यीशु मसीह ने इनकार किया, फिर इनकार ही किया, फिर बाद में आए नहीं। अज कितनी बार यीशु मसीह का इनकार कर रहे हैं लोग, लेकिन फिर भी यीशु मसीह नाल जुड़े हुए हैं, लगता कि जुड़े हुए हैं। लेकिन सचमुच सानू जोड़दा कौन है, प्रभु यीशु मसीह दे नाल, प्रभु यीशु मसीह दा मांस, प्रभु यीशु मसीह दा लहू। क्योंकि प्रभु यीशु मसीह ने कहा, जो मेरा मांस खांदा गा, जो मेरा लहू पींदा गा, संदीपक जीवन उसदा है, उस दे विच संदीपक जीवन है। लेकिन अज लोग संदीपक जीवन लैवन तो भी की कर रहे हैं, मना कर रहे हैं। अगर पाप हो गया, अगर गलती हो गई, अगर गुनाह हो गया, अगर इतना हो गया, फिर इसमें दोषी हो जाएंगे। बाइबल में लिखा गया, जो कोई नहीं लेंदा दोषी तो वो भी है। सारे बोलो हालेलुया, हालेलुया। बाइबल में लिखा गया कि जो कोई नहीं लेंदा दोषी का वो भी है, और जो कोई लेके करता गलती दोषी तो वो भी है। तो देखो कुछ लोग कुछ ले रहे हैं, प्रभु को ले रहे हैं। अगर वो गलती करना फिर दोषी ने, अगर गलती ना करना फिर दोषी नहीं है वो। हम जो इंसान ले ही नहीं रहा, मतलब प्रभु कोई लेंदा ही नहीं है, ना प्रभु यीशु मसीह मांस खांदा, ना प्रभु यीशु मसीह लहू पींदा, कि दोषी है, वो दोषी है। सारे बोलो हालेलुया। जो इंसान प्रभु कोई लेंदा नहीं है, ना मांस खांदा, ना लहू पींदा, कि दोषी है या नहीं, है वो दोषी है, वो दोषी है। लेकिन अज लोगों का बहाना की है, अगर असी प्रभु भोज ले लिया, अगर असी यीशु मसीह का मांस खा लिया, अगर असी यीशु मसीह का लहू पी लिया, अगर उस तो बाद कोई गलती हो गई, उस तो बाद कोई पाप हो गया, फिर मतलब उससे ही चुप। अगर तुम नहीं ले रहे फिर धर्मी हो, फिर तो दोषी हो। ਇਹਦਾ मतलब कि ਲਓ ਲੈ ਕੇ ਕੀ करो, अपने आप ਨੂੰ बचाई रखो। लेकिन अज की है, इंसान के बहाना, असी ਤਾਂ नहीं लेंदे जी कि गलती ना हो जाए, किते कोई पाप ना हो जाए, इस करके नहीं लेंदे सी। तो पास्टर चुप हो जाता गा, भाई ठीक है, भाई तुम जो सही लगता गा। लेकिन पूछो
ਵੀ ਭਾਈ ਜੇ ਤੂੰ ਲੈ ਰਿਹਾਗਾ ਜਾਂ ਤੂੰ ਨਹੀਂ ਲੈ ਰਿਹਾ ਫਿਰ ਕਿਹੜਾ ਤੂੰ ਧਰਮੀ ਹੈ, ਫਿਰ ਉਹਦਾ ਦੋਸ਼ੀ ਹੈ, ਫਿਰ ਜਾਏਗਾ ਕਿੱਥੇ, ਫਿਰ ਨਰਕ ਵਿੱਚ ਜਾਏਗਾ, ਫਿਰ ਮਸੀਹ ਨੂੰ ਮੰਨ ਰਿਹਾ, ਪ੍ਰਾਰਥਨਾ ਕਰ ਰਿਹਾਗਾ, ਫਿਰ ਫਾਇਦਾ ਵੀ ਕੀ ਹੈ ਤੈਨੂੰ। ਲੇਕਿਨ ਬਹਿਲ ਦੇ ਜਿਹੜੇ ਕਹੇਗਾ ਉਹ ਚੇਲੇ ਕੀ ਹੋਏ, ਪਿੱਛੇ ਮੁੜ ਗਏ ਔਰ ਫਿਰ ਮੁੜ ਕੇ ਯਿਸੂ ਦੇ ਨਾਲ ਨਹੀਂ ਚੱਲੇ। ਲੇਕਿਨ ਅੱਜ ਲੋਕ ਦੇਖੋ ਨਾ ਦਾ ਰਿਸ਼ਤਾ ਪ੍ਰਭੂ ਯਿਸੂ ਦੇ ਨਾਲ, ਰਿਸ਼ਤਾ ਕਿਉਂ ਕਹਿੰਦੇ ਨੇ ਕਿ ਜਦ ਯਿਸੂ ਦਾ ਲਹੂ, ਜਦ ਯਿਸੂ ਦਾ ਮਾਸ ਸਾਡੇ ਅੰਦਰ ਜਾਂਦਾ ਹੈਗਾ ਤਾਂ ਅਸੀਂ ਕੀ ਬਣਦੇ ਹਾਂ, ਮਸੀਹ ਦੇ ਬਣ ਜਾਂਦੇ ਹਾਂ। ਅਸੀਂ ਕੀ ਬਣ ਜਾਂਦੇ ਹਾਂ, ਮਸੀਹ ਦੇ ਬਣ ਜਾਂਦੇ ਹਾਂ। ਫਿਰ ਕੀ ਸਾਡਾ ਰਿਸ਼ਤਾ ਬਣਦਾ ਹੈਗਾ। ਹੁਣ ਦੇਖੋ ਜਿਹੜਾ ਇਨਸਾਨ ਪ੍ਰਭੂ ਕੋਈ ਲੈਂਦਾ ਹੀ ਨਹੀਂ, ਜਿਹੜਾ ਇਨਸਾਨ ਮਤਲਬ ਯਿਸੂ ਦੇ ਲਹੂ ਦੇ ਵਿੱਚ ਸਾਂਝੀ ਹੁੰਦਾ ਹੀ ਨਹੀਂ, ਮਾਸ ਵਿੱਚ ਸਾਂਝੀ ਹੁੰਦਾ ਹੀ ਨਹੀਂ, ਕੀ ਰਿਸ਼ਤਾ ਹੈ ਉਹਦਾ ਪਰਮੇਸ਼ਵਰ ਨਾਲ? ਉਹਦਾ ਪਰਮੇਸ਼ਵਰ ਨਾਲ ਰਿਸ਼ਤਾ ਨਹੀਂ ਹੈ। ਇਸੇ ਕਰਕੇ ਪ੍ਰਭੂ ਯਿਸੂ ਕਹਿੰਦੇ ਨੇ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਯਿਸੂ ਨਹੀਂ ਕਹਿੰਦਾ ਤੁਸੀਂ ਮੇਰੇ ਪਿੱਛੇ ਆ ਜਾਓ, ਵੀ ਜੇ ਤੁਸੀਂ ਆਉਣਾ ਤਾਂ ਇਸ ਤਰ੍ਹਾਂ ਆਓ ਮੇਰੇ ਪਿੱਛੇ, ਉਹਨੂੰ ਆਉਣ ਦਾ ਕੋਈ ਫਾਇਦਾ ਨਹੀਂ ਹੈ ਵੀ ਚਲੋ ਵੀ ਬੱਲੇ ਬੱਲੇ ਕਰਦੇ ਜਾ ਕੇ ਉੱਥੇ ਜਾ ਕੇ ਗੀਤ ਭਜਨ ਗਾਉਂਦੇ, ਉੱਥੇ ਜਾ ਕੇ ਬੰਦਗੀ ਕਰਦੇ ਹਾਂ, ਏਦਾਂ ਨਹੀਂ ਹੈ। ਅਸੀਂ ਇੱਕ ਵਾਰ ਜਾਵਾਂਗੇ ਉੱਥੇ ਦਿਖਾਵਾਂਗੇ ਦੇਖੋ ਅਸੀਂ ਬੰਦਗੀ ਵਿੱਚ ਜਾ ਕੇ ਆਏ, ਇਸ ਤਰ੍ਹਾਂ ਕੋਈ ਫਾਇਦਾ ਨਹੀਂ ਹੈ ਜਿੰਨਾ ਚਿਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਚਨ ਦੀ ਪਾਲਣਾ ਨਹੀਂ ਕਰਦੇ। ਅੱਜ ਬਹੁਤ ਸਾਰੇ ਲੋਕ ਨੇ ਬਪਤਿਸਮੇ ਬਾਰੇ ਜਾਣਦੇ ਨੇ ਕਿ ਸਾਡਾ ਜੋ ਬਪਤਿਸਮਾ ਗਾ ਉਹ ਹੋਣਾ ਬਹੁਤ ਹੀ ਜ਼ਰੂਰੀ ਹੈ, ਔਰ ਬਿਨਾਂ ਬਪਤਿਸਮਾ ਤੋਂ ਸਾਨੂੰ ਪਵਿੱਤਰ ਆਤਮਾ ਨਹੀਂ ਮਿਲਦਾ। ਕਿੰਨੇ ਲੋਕ ਨੇ ਜੋ ਵਚਨ ਸੁਣ ਕੇ ਬੈਠੇ ਹੋਏ ਨੇ, ਔਰ ਕਿੰਨੇ ਲੋਕ ਨੇ ਜੋ ਵਚਨ ਨੂੰ ਪੂਰਾ ਵੀ ਕਰ ਰਹੇ ਨੇ, ਲੇਕਿਨ ਬਹਾਨਾ ਹੈ ਨਾ ਸੱਟ ਲਵੇ, ਪਹਿਲਾਂ ਹੈ ਸੱਟ ਲਵੇ ਬਹਾਨਾ। ਅੱਜ ਇਨਸਾਨ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਬਹਾਨਾ ਜ਼ਰੂਰ ਮਿਲਿਆ ਹੋਇਆ ਇਨਸਾਨ ਨੂੰ, ਐਸਾ ਬਹਾਨਾ ਕਿ ਜਿਹਦੇ ਨਾਲ ਇਨਸਾਨ ਜੋ ਇਨਸਾਨ ਹੈ ਉਹ ਆਪਣੇ ਸੇਵਕ ਨੂੰ, ਆਪਣੇ ਪਾਸਟਰ ਨੂੰ ਚੁੱਪ ਕਰਾ ਦਿੰਦਾ ਗਾ। ਲੇਕਿਨ ਸਹੀ ਦੇ ਵਿੱਚ ਇਹ ਬਹਾਨਾ ਤੁਹਾਡਾ ਇੱਥੇ ਚੱਲ ਸਕਦਾ ਗਾ, ਇਸ ਧਰਤੀ ਉੱਪਰ ਚੱਲ ਸਕਦਾ ਗਾ, ਪਾਸਟਰ ਦੇ ਅੱਗੇ ਚੱਲ ਸਕਦਾ ਗਾ, ਇੱਕ ਸੇਵਕ ਦੇ ਅੱਗੇ ਤੁਹਾਡਾ ਬਹਾਨਾ ਚੱਲ ਸਕਦਾ ਗਾ, ਲੇਕਿਨ ਪਰਮੇਸ਼ਵਰ ਦੇ ਅੱਗੇ ਤੁਹਾਡਾ ਬਹਾਨਾ ਕਦੇ ਵੀ ਨਹੀਂ ਚੱਲੇਗਾ। ਪਰਮੇਸ਼ਵਰ ਐਸੇ ਬਹਾਨਿਆਂ ਨੂੰ ਕਦੇ ਵੀ ਪਸੰਦ ਨਹੀਂ ਕਰਦੇ। ਲੇਕਿਨ ਅੱਜ ਕੀ ਹੈ, ਅੱਜ ਇਨਸਾਨ ਦੇ ਕੋਲ ਇੱਕ ਬਹੁਤ ਹੀ ਵੱਡਾ ਬਹਾਨਾ ਗਾ। ਬਹਾਨਾ ਮਤਲਬ ਕਿ ਹਾਂ ਮੈਂ ਐਸਾ ਕਰਦਾ ਅਗਰ ਐਸਾ ਨਾ ਹੁੰਦਾ। ਕਈ ਲੋਕ ਤਾਂ ਐਸੇ ਹੁੰਦੇ ਨੇ ਕਿ ਜਿਹੜੇ ਘਰਾਂ ਦੇ ਵਿੱਚ ਇੱਕ ਇਨਸਾਨ ਹੈ ਜੋ ਮਸੀਹ ਨੂੰ ਮੰਨਦਾ ਗਾ, ਲੇਕਿਨ ਉਸਨੂੰ ਲੱਗਦਾ ਗਾ ਕਿ ਕਾਸ਼ ਮੇਰਾ ਪਰਿਵਾਰ ਪੂਰਾ ਮਸੀਹ ਨੂੰ ਮੰਨਦਾ, ਕਾਸ਼ ਮੇਰੀ ਪਤਨੀ ਮਸੀਹ ਨੂੰ ਮੰਨਦੀ, ਕਾਸ਼ ਮੇਰਾ ਪਤੀ ਮਸੀਹ ਨੂੰ ਮੰਨਦਾ, ਕਾਸ਼ ਮੇਰੇ ਬੱਚੇ ਮਸੀਹ ਨੂੰ ਮੰਨਦੇ, ਤਾਂ ਅਸੀਂ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਕਰਦੇ, ਅਸੀਂ ਮਿਲ ਕੇ ਬੰਦਗੀ ਵਿੱਚ ਜਾਂਦੇ। ਲੇਕਿਨ ਕੀ ਹੈ, ਅੱਜ ਲੋਕਾਂ ਲਵੇ ਇੱਕ ਬਹਾਨਾ ਗਾ। ਕਿਸੇ ਨੂੰ ਪੁੱਛੋ ਭਾਈ ਬਪਤਿਸਮਾ ਹੱਲੇ ਨਹੀਂ ਲੈਣਾ ਜੀ, ਮੇਰੀ ਪਤਨੀ ਤਿਆਰ ਨਹੀਂ ਹੋ ਰਹੀ ਹੱਲੇ। ਕਿਸੇ ਔਰਤ ਨੂੰ ਪੁੱਛੋ ਬਪਤਿਸਮਾ ਹਜੇ ਨਹੀਂ ਜੀ, ਮੇਰਾ ਪਤੀ ਤਿਆਰ ਨਹੀਂ ਹੋ ਰਿਹਾ। ਮਤਲਬ ਅੱਜ ਇਨਸਾਨ ਦੇ ਕੋਲ ਇੱਕ ਬਹਾਨਾ ਗਾ, ਅਸੀਂ ਦੋਹਾਂ ਇਕੱਠਿਆਂ ਨੂੰ ਬਪਤਿਸਮਾ ਲੈਣਾ ਗਾ, ਉਹ ਇਕੱਠੇ ਬਪਤਿਸਮਾ ਲਵਾਂਗੇ। ਮਤਲਬ ਅੱਜ ਕੀ ਇੱਕ ਇਨਸਾਨ ਦੇ ਕੋਲ ਬਹਾਨਾ ਗਾ। ਕਿਉਂ ਬਹਾਨਾ ਗਾ ਇਨਸਾਨ ਦੇ ਕੋਲ? ਕਿਉਂਕਿ ਇਨਸਾਨ ਖੁਦ ਨੂੰ ਬਦਲਣਾ ਨਹੀਂ ਚਾਹੁੰਦਾ, ਇਨਸਾਨ ਖੁਦ ਨੂੰ ਬਦਲਣਾ ਨਹੀਂ ਚਾਹੁੰਦਾ, ਆਪਣੀ ਆਦਤ ਨੂੰ ਸੁਧਾਰਨਾ ਨਹੀਂ ਚਾਹੁੰਦਾ। ਅੱਜ ਇਨਸਾਨ ਦੇ ਜੀਵਨ ਦੇ ਵਿੱਚ ਇੰਨੀ ਪ੍ਰਾਰਥਨਾ ਨਹੀਂ, ਇੰਨਾ ਵਚਨ ਨਹੀਂ, ਜਿੰਨੇ ਦੇ ਜੀਵਨ ਦੇ ਵਿੱਚ ਬਹਾਨੇ ਬਣ ਚੁੱਕੇ ਨੇ। ਬਹਾਨਾ ਸੱਚਮੁੱਚ ਦੇਖਿਆ ਜਾਵੇ, ਜੋ ਲੂਤ ਹੈ, ਲੂਤ ਨਾਮ ਦਾ ਬੰਦਾ ਬਹਾਨਾ ਤਾਂ ਉਹ ਬਣਾ ਸਕਦਾ ਸੀਗਾ। ਲੂਤ ਕੌਣ ਹੈ ਬਾਈਬਲ ਵਿੱਚ ਦੱਸ ਸਕਦੇ ਹੋ? ਉਹਦੇ ਬਾਰੇ ਕੀ ਲਿਖਿਆ ਕਿ ਕੌਣ ਸੀ? ਉਹ ਧਰਮੀ ਸੀ। ਉਹ ਕੌਣ ਸੀ? ਧਰਮੀ ਸੀ। ਆਪਾਂ ਵਚਨ ਪੜਾਂਗੇ ਉਤਪਤ ਉਹ 18 ਦੇ ਆਏ, ਜਲਦੀ ਨਾਲ ਉਤਪਤ 18 ਦੇ ਆਏ। ਤਕਰੀਬਨ ਸਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਜੋ ਲੂਤ ਸੀਗਾ ਉਹ ਜਿਸ ਜਗ੍ਹਾ ਰਹਿ ਰਿਹਾ ਸੀਗਾ, ਉਹ ਜਗ੍ਹਾ ਕਿਹੜੀ ਸੀ? ਸਦੂਮ ਤੇ ਅਮੂਰਾ। ਔਰ ਸਦੂਮ ਤੇ ਅਮੂਰਾ ਦੇ ਵਿੱਚ ਇੰਨਾ ਪਾਪ ਸੀਗਾ ਕਿ ਉਹ ਪਾਪ ਹਜੇ ਤੱਕ ਇਸ ਦੁਨੀਆ ਦੇ ਕਿਸੇ ਦੇਸ਼ ਵਿੱਚ ਨਹੀਂ ਹੈ। ਇੰਨਾ ਪਾਪ ਸੀ ਉੱਥੇ। ਕਿਉਂ ਪਾਪ ਸੀਗਾ? ਕਿਉਂਕਿ ਉਹ ਪਾਪ ਪਰਮੇਸ਼ਰ ਨੇ ਦੇਖਿਆ। ਔਰ ਪੜ੍ਹੋਗਾ ਤੁਸੀਂ 20 ਵਚਨ। ਉਪਰੰਤ ਯਹੋਵਾ ਨੇ ਆਖਿਆ ਸਦੂਮ ਔਰ ਅਮੂਰਾ ਦਾ ਰੌਲਾ ਬਹੁਤ ਵੱਧ ਗਿਆ ਹੈ ਔਰ ਉਹਨਾਂ ਦਾ ਪਾਪ ਵੀ ਬਹੁਤ ਭਾਰੀ ਹੈ। ਹੁਣ ਦੇਖੋ, ਇਹ ਪਰਮੇਸ਼ਰ ਨੇ ਕਿਹਾ ਕਿ ਜੋ ਸਦੂਮ ਹੈ, ਜੋ ਅਮੂਰਾ ਦਾ, ਉਹਦਾ ਪਾਪ ਬਹੁਤ ਜ਼ਿਆਦਾ ਹੋ ਚੁੱਕਿਆ ਗਾ, ਬਹੁਤ ਹੀ ਜ਼ਿਆਦਾ ਪਾਪ ਹੋ ਚੁੱਕਿਆ ਗਾ। ਔਰ ਪਰਮੇਸ਼ਰ ਨੇ ਕਿਹਾ ਕਿ ਹੁਣ ਇਹ ਜੋ ਦੇਸ਼ ਹੈ ਇਹਨਾਂ ਨੂੰ ਮੈਂ ਨਾਸ਼ ਕਰ ਦਿਆਂਗਾ। ਹੁਣ ਸਦੂਮ ਤੇ ਅਮੂਰਾ ਕਿੱਥੇ ਰਹਿੰਦੇ ਸੀ? ਮਤਲਬ ਸਦੂਮ ਤੇ ਅਮੂਰਾ ਜੋ ਦੇਸ਼ ਹੈ ਉੱਥੇ ਰਹਿੰਦਾ ਕੌਣ ਸੀਗਾ? ਲੂਤ। ਔਰ ਲੂਤ ਕੌਣ ਸੀਗਾ? ਇੱਕ ਧਰਮੀ ਜਨ ਸੀਗਾ। ਉਹ ਕੀ ਸੀਗਾ? ਇੱਕ ਧਰਮੀ ਜਨ। ਔਰ ਪਰਮੇਸ਼ਰ ਨੇ ਦੇਖਿਆ ਕਿ ਜੋ ਸਦੂਮ ਤੇ ਅਮੂਰਾ ਦਾ ਉੱਥੇ ਦਾ ਪਾਪ ਕੀ ਹੈ, ਉਹ ਬਹੁਤ ਹੀ ਵੱਧ ਗਿਆ ਗਾ। ਇਹਦਾ ਮਤਲਬ ਕਿ ਸਭ ਤੋਂ ਜ਼ਿਆਦਾ ਪਾਪ ਸੀਗਾ ਉਹ ਕਿੱਥੇ ਸੀਗਾ? ਸਦੂਮ ਤੇ ਅਮੂਰਾ ਦੇ ਵਿੱਚ। ਔਰ ਇਹਦਾ ਮਤਲਬ ਕਿ ਹੁਣ ਤੱਕ ਕਿਸੇ ਦੇਸ਼ ਵਿੱਚ ਇੰਨਾ ਪਾਪ ਨਹੀਂ ਹੈ। ਅਗਰ ਇੰਨਾ ਪਾਪ ਕਿਸੇ ਦੇਸ਼ ਵਿੱਚ ਹੁੰਦਾ ਤਾਂ ਪਰਮੇਸ਼ਰ ਅੱਜ ਵੀ ਉਸ ਦੇਸ਼ ਨੂੰ ਨਾਸ਼ ਕਰ ਦਿੰਦੇ।
मतलब उत्थे पाप कैसा सीगा, उत्थे बहुत ही ज्यादा पाप हो चुकिया सीगा। और इन्ने पाप दे विच रहिंदा कौन है? लूत। और लूत के बारे की लिखा बाइबल दे विच पढ़ांगे आपां दूजा पतरस ਉਹਦਾ 2 अध्याय ਉਹਦਾ 7 वचन पढ़ो। ਅਤੇ ਲੂਤ ਨੂੰ ਜਿਹੜਾ ਧਰਮੀ ਸੀ, हाँ शांति ਨਾਲ पढ़ो ਉੱਚੀ आवाज ਵਿੱਚ। ਕੀ ਲਿਖਿਆ ਹੈ? ਅਤੇ ਲੂਤ ਨੂੰ ਜਿਹੜਾ ਧਰਮੀ ਸੀ, ਲੂਤ ਕੀ ਸੀਗਾ? ਧਰਮੀ ਸੀ। ਬਾਈਬਲ ਵਿੱਚ ਲਿਖਿਆ ਹੈਗਾ ਲੂਤ ਕੀ ਸੀਗਾ? ਧਰਮੀ। ਫਿਰ ਅੱਗੇ ਅਤੇ ਦੁਸ਼ਟਾਂ ਦੇ ਲੁੱਟਪੁਣੇ ਦੀ ਚਾਲ ਤੋਂ ਵਿੱਚ ਹੁੰਦਾ ਸੀ। मतलब जो लोग उत्थे रहंदे सीगे, जो उन्होंने काम सीगे, जैसे वो काम करते सी, जैसा वो जीवन जीने सीगे, उन्होंने जीवन देख के, उन्होंने चाल चलन देख के, उत्थों दा माहौल देख के जो लूत धर्मी सीगा वो की होंदा सीगा? दुखी हुंदा सीगा। मतलब इन्ना पाप सी उत्थे, इन्ना पाप सी उत्थे कि जिहदे करके लूत जींदा सीगा दुखी हुंदा सीगा। फिर मतलब हाँ की हो गया? तो लूत उत्थे बचाया गया। हुण देखो सारे पासे की है? पाप ही पाप। सारे देश में की है? पाप ही पाप। ऐना पाप कि वो पाप परमेश्वर ने देखा और परमेश्वर ने की कहा कि मैं ये देश का नाश कर देंगा। सारे बोलो हालेलुया। सारे ध्यान बना के रखो अपना। की लिखा था कि मैं उन्हें देश का नाश कर देंगा। ऐना पाप उस जगह सीगा, लेकिन उस जगह में कौन सीगा? लूत। जिहदे बारे लिखा था लूत की सीगा? धर्मी। हुण देखा जाए इन्ने लोगों के विच उहदे कोई संगति नहीं है। लूत को कोई संगति नहीं है। लूत किसी चर्च में नहीं जाता, लेकिन देखो की है वो उत्थे धर्मी है। हुण कहण कभी बहाना मार सकदा सीगा। बाइबल दे विच आपां ने कई बार वचन नूं सुनिया भी है, कई बार पढ़िया भी है कि जब परमेश्वर ने अब्राहम नूं कहा कि अब्राहम हुण मैं सदूम ते मूरा नाश करने जा रहा गा, तां अब्राहम नूं की चिताया? लूत, क्योंकि ਉਹਦਾ भतीजा सीगा। और लूत दे बारे उन्हें सीधी गल नहीं की, लेकिन गल कर रहा परमेश्वर जो 50 होए परमेश्वर कहना माफ कर दांगा, जो 45 होए कहना माफ कर दांगा, जो 40 होए 30 होए 20 होए 10 जाके रुक गया। हुण देखो 10 लोग भी उत्थे धर्मी नहीं निकले, उत्थे 10 लोग भी धर्मी नहीं निकले। सारे बोलो हालेलुया। लेकिन धर्मी कौन निकलिया? सिर्फ लूत। लेकिन लूत ने उत्थे अपने आप को बचा के रखा। चाहता था लूत बहाना मार सकता सीगा कि परमेश्वर मैं तो चंगा सीगा, मैं तो प्रार्थना भी करता, लेकिन मैं संगति भी करता, लेकिन कोई बंदा है ही नहीं उत्थे, विश्वासी नहीं सी कोई थे, कोई तेरी मनने वाला है ही नहीं सीगा। लेकिन लूत ने बहाना मारिया? कोई लूत ने बहाना नहीं मारिया उत्थे। अज के लोग की करते हैं? वो बहाना मारते हैं। चेलियां ने की कहा? कौन है जो यीशु मसीह दा मांस खावे? कौन है जो प्रभु यीशु मसीह दा लहू पीवे? लेकिन की अज इंसान के कोल एक बहाना बन चुकिया था। सही दे विच बहाना नहीं मार सकता सीगा लूत कि परमेश्वर उससे कोई है ही नहीं सीगा ऐसा इंसान जिन्हें बैठ के संगति करता, लेकिन हैगा कल्ला ही सी उत्थे। अज भी ज्यादा लोगों को लगता है मैं कल्ला ही घर प्रार्थना कर दांगा, मैं कल्ली घर प्रार्थना करती हाँ, लेकिन मेरी प्रार्थना जिस तरह करनी होनी चाहिए मेरी उस तरह प्रार्थना नहीं होती। क्यों? मैं कल्ला ही हाँ, मेरा पति विश्वास के नहीं है, मेरी पत्नी विश्वास के नहीं है, मेरे माँ बाप विश्वास के नहीं है। लूत कह सकते थे गल, लेकिन लूत ने कोई भी बहाना नहीं मारिया, किसी भी तरह का कोई बहाना नहीं मारिया। लेकिन अज देखो, अज इंसान के बहाना देखो, अज किसी को व्रत करो भाई नहीं जी भुख लग जाती है, अज भाई बंदगी नहीं आए, कला ही औखा हो जाए कल आना मेरे उस बंदगी जबकि किन्ने लोग आप जो मिलकर प्रार्थना कर सकते हैं, किन्ने लोग जो मिलकर आप वचन सीख सकते हैं। वो तो लूत कला ही सी, कला ही धर्मी निकले उत्थे। इन्ने लोगों के विच, इन्ने पाप के विच लूत कला ही धर्मी, जबकि बहाना तो ਉਹਦੇ ਲਈ बन सकता सीगा, वो तो कह सकता सीगा, लेकिन उन्हें कोई बहाना बनाया नहीं। अज के लोग की करते हैं ज्यादातर अज अपना बहाने बना के लोगों को दसते हैं, बहाने बना के विश्वासियों को दसते हैं, बहाने बना के सेवक को दसते हैं। जब इंसान बहाने बनाता तो वह की करता है? वो मूर्खता करता है। इंसान को खुद को लगता है कि मैं तो बड़ा चलाक हाँ, मैं तो बड़ी सफाई नाल गल करता हाँ, ऐसी गल करता हाँ कि मैं तो सामने वाले गल नहीं आउण दिंदा, लेकिन उन्होंने ये नहीं पता चलता कि वो मूर्खता कर रहा है, वो मूर्खता कर रहा है। अज कोई भी इंसान अगर बहाने बनाता परमेश्वर के काम लई, वो की एक मूर्खता की, वो की एक मूर्खता की।
क्योंकि परमेश्वर ਨੂੰ ਤੁਹਾਡੀ ਜ਼ਰੂਰਤ ਨਹੀਂ ਹੈ, परमेश्वर ਨੂੰ ਮੇਰੀ ਜ਼ਰੂरत नहीं है। ਉਹਦਾ परमेश्वर है, परमेश्वर रहेगा, चाहे ਤੇ विश्वास करो चाहे ना करो, चाहे ਉਹਦੇ ਪਿੱਛੇ ਚੱਲੋ ਚਾहे ना ਚੱਲੋ, ਉਹਨੂੰ ਕੋਈ फर्क नहीं ਪੈਣ वाला। फर्क ਸਾਨੂੰ ਪੈਣ वाला ਹੈਗਾ, क्योंकि प्रभु यीशु मसीह स्वर्ग का मालक है, प्रभु यीशु मसीह नरक का मालक है। बहाने बनाने बंद कर दो, मेरा ये काम रुके होया, मेरा वो काम रुके होया, इस करके मैं बंदगी मिस करती, इस करके मैं बाहर नहीं जा सकता, इस करके मैं प्रार्थना नहीं जा सकता, इस करके मैं वचन के लिए नहीं जा सकता। बहाने, ये बहाने हो सकता है इंसान के सामने थोड़े बहाने चलते हो और इंसान को कुछ बोलता भी ना होवे। शाऊल ने की किया? यही तो किया, जानता सीगा कि मैंने काम नहीं करना चाहिए। अज के विश्वासी को कौन पता गा कि सानू प्रभु भोज नहीं छड्डना चाहिए, अज के विश्वासी को कौन पता गा कि साडा बपतिस्मा होना चाहिए, लेकिन फिर भी देखो की करते हैं, बहाना बनाते हैं। और सैमुएल ने की कहा? तू मूर्खता की है। लेकिन हो सकता सेवक तुहानू ना कहे, हो सकता सेवक तुहानू ना कहे, लेकिन सैमुएल ने की कहा? कहता मूर्खता की है। एक तो गलती की, एक तो अपनी गलती को मान नहीं रहा, तय की है मूर्खता की है। बहाने बना के दस रहा तू कह देंगा कि हाँ मैं गलती की है, मैं तो पाप होयागा, मैं तो गलती हुई है, मैं तो पाप होगा। परमेश्वर से प्रार्थना कर कि मेरा परमेश्वर, तेरा परमेश्वर मैंने माफ करे। लेकिन नहीं की है, होशियारी दिखा रहा, वो तो मैंने लगा तू लेट हो गया, तू लेट हो गया। मैं तो नहीं चाहता सीगा, मैं तो बेबस हो गया, बेबस होकर मैंने काम करना पै गया। आदमी ने की कहा? परमेश्वर टाइम इंजरी दी है ना औरत, इसने सारा खवायागा, गलती नहीं मनी अपनी कि हाँ मैं तो गलती हुई है, लेकिन बहाना बना के दस रहेगा। औरत ने की कहा? मैंने तो सपने खवायागा। बहाने से बहाना, जब इंसान के बहाना शुरू कर लेंदा, फिर बहाने ही बहाने निकलते मेरे जीवन चो। और उसको खुद नहीं पता चलता कि मैं सही कर रहा या गलत कर रहा, लेकिन उसको ये लगता मैं तो बहुत साफ उत्तर दे रहा, मैं तो बहुत होशियारी में उत्तर दे रहा, मैं तो गल को घुमा फिरा के गोल गोल करके रख देना। ये की है? ये तुहाडी होशियारी है। लेकिन एक दिन तुहाडी होशियारी, इंसान की जो होशियारी है, वो इंसान को खुद को फसा के रख देगी। बहाने करने, बहाने बनाने तो बंद करो। जो परमेश्वर का वचन दस देगा, सच्चाई नाल, ईमानदारी नाल ये पर विश्वास करो। संगति में जिस बार लेट आ रहे हो, बहाना ना बनाओ, अगली बार अपनी गलती में सुधारो, समय पे आओ। प्रभु को नहीं लै रहे, स्वर्ग में नहीं जाने वाले। इस तरह होगा भी असं प्रभु को नहीं लै रहे, असं गलती कर सकते हैं। बाइबल दसती है कि जो लैंदा गा वो की है, वो जीवन है, लेकिन जो गलती कर रहा है वो जीवन नहीं है। तो कई लोगों को लगता है असं किहड़ा प्रभु भोज लै रहे हैं। अगर तुहाडा बपतिस्मा तुहानू सही नहीं होया, तुहाडा या तुसीं बपतिस्मा लैण तो रुके हुए हो, तो देखो बहाना ना बनाओ। हुण तक जो बहाने बनाए ने, परमेश्वर क्षमा कर सकते हैं, परमेश्वर माफ कर सकते हैं। लेकिन अगर जो भी बहाना बनाना ना बंद किए, तो एक दिन परमेश्वर तुहाडा इनकार कर देगा, तो फिर तुहाडा कोई बहाना नहीं चलना, फिर तुहाडा कोई भी बहाना नहीं चलना। अज बहुते लोग ने, बाइबल में बहुत सारे ऐसे लोग ने जिन्होंने बहाने बनाए, लेकिन किसी का बहाना किसी को बचा सकिया? जे किसी का बहाना किसी को नहीं बचा सकिया, तो तुहाडे बहाने की तुहानू बचा लैणगे? किसी ने किसी का बहाना नहीं बचा सकता। कोई ये ना सोचो मैं दूरों आउणागा, कोई ये ना सोचो मैं नेड़े तो आउणागा, लेकिन आओ समय सिर आओ, प्रभु यीशु मसीह का मांस खाओ, प्रभु यीशु मसीह का लहू पियो, लेकिन बहाना ना बनाओ। ये ना सोचो कि मेरी पत्नी रही है, मेरा पति रहा है, मेरे माँ बाप रहते हैं, जो रहता रहन दोनों। तुम प्रभु यीशु मसीह पिछे चलना चाहते हो तो चलो, क्यों? प्रभु यीशु मसीह को साडी जरूरत नहीं है, सानू प्रभु यीशु मसीह की जरूरत है, सानू प्रभु यीशु मसीह की जरूरत है। अगर असं यीशु मसीह नहीं भी मानते तो भी वो परमेश्वर है। एक बार वचन पढ़ो मेरे नाल, यूहन्ना 15 अध्याय
यूहन्ना 15 ਜਾਏ ਉਹਦਾ 5 ਵਚਨ। ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ, ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ, ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਪ੍ਰਭੂ ਯਿਸੂ ਮਸੀਹ ਸਾਫ਼ ਕਹਿੰਦੇ ਨੇ ਕਿ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ। ਅਗਰ ਕੁਝ ਕਰਨਾ ਗਾ ਤਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਰਹੋ। ਅਗਰ ਅੱਗੇ ਵਧਣਾ ਗਾ ਤਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਰਹੋ, ਨਹੀਂ ਤਾਂ ਪ੍ਰਭੂ ਯਿਸੂ ਮਸੀਹ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ। ਇੱਕ ਗੱਲ ਯਾਦ ਰੱਖਿਓ ਕਿ ਜ਼ਰੂਰਤ ਸਾਨੂੰ ਹੈ, ਚੰਗਾਈ ਦੀ ਜ਼ਰੂਰਤ, ਆਸ਼ੀਸ਼ ਦੀ ਜ਼ਰੂਰਤ, ਸ਼ਾਂਤੀ ਦੀ ਜ਼ਰੂਰਤ, ਸਵਰਗ ਦੀ ਜ਼ਰੂਰਤ ਉਹ ਸਾਨੂੰ ਹੈ। ਪ੍ਰਭੂ ਯਿਸੂ ਮਸੀਹ ਦੀ ਜ਼ਰੂਰਤ ਨਹੀਂ ਹੈ। ਸਾਨੂੰ ਪ੍ਰਭੂ ਯਿਸੂ ਮਸੀਹ ਦੀ ਜ਼ਰੂਰਤ ਹੈ। ਪ੍ਰਭੂ ਯਿਸੂ ਮਸੀਹ ਨੂੰ ਸਾਡੀ ਜ਼ਰੂਰਤ ਨਹੀਂ ਹੈ। ਔਰ ਯਿਸੂ ਮਸੀਹ ਦੇ ਚੇਲੇ ਵੀ ਜਦ ਯਿਸੂ ਮਸੀਹ ਨੇ ਕਿਹਾ ਨਾ ਮੇਰਾ ਮਾंस ਖਾਓ, ਮੇਰਾ ਲਹੂ ਪੀਓ, ਤਾਂ ਉੱਥੋਂ ਲਿਖਿਆ ਬਹੁਤੇ ਚੇਲੇ ਪਿਛਾਂਹ ਮੁੜ ਗਏ। ਔਰ ਉੱਥੇ ਹੀ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ, यूहन्ना 6 ਦੇ ਉਹਦਾ 67 ਵਚਨ। ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ। ਹੁਣ ਦੇਖੋ ਇੱਥੇ ਕੀ ਲਿਖਿਆ था ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਹੜੇ ਬਾਕੀ ਚੇਲੇ ਸੀਗੇ ਉਹ ਤਾਂ ਜਾ ਚੁੱਕੇ ਸੀਗੇ, ਚੇਲੇ ਕੁਝ ਬੋਲਣ ਉਸ ਤੋਂ ਪਹਿਲਾਂ ਹੀ ਪ੍ਰਭੂ ਯਿਸੂ ਮਸੀਹ ਨੇ ਕਹਿਤਾ, 2 ਪੜੋਗੇ 66-67। ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਛਾਣ ਨੂੰ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ। ਮਤਲਬ ਜਿਹੜੇ ਪਿੱਛੇ ਮੁੜ ਗਏ ਸੀਗੇ ਉਹ ਤਾਂ ਚਲੇ ਗਏ। ਹੁਣ ਕੁਝ ਚੇਲੇ ਦੂਜੇ ਕੁਝ ਬੋਲਣ ਉਸ ਤੋਂ ਪਹਿਲਾਂ ਪ੍ਰਭੂ ਯਿਸੂ ਨੇ ਕਹਿਤਾ ਕਿ ਯਿਸੂ ਨੇ ਉਹਨਾਂ ਸਾਰਿਆਂ ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ। ਹੁਣ ਦੇਖੋ ਅਗਰ ਯਿਸੂ ਮਸੀਹ ਨੂੰ ਜ਼ਰੂਰਤ ਹੁੰਦੀ ਕਿਸੇ ਇਨਸਾਨ ਦੀ, ਸਾਰੇ ਬੋਲੋ ਹਾਲੇਲੂਇਆ। ਅਗਰ ਕਿਸੇ ਇਨਸਾਨ ਦੀ ਪ੍ਰਭੂ ਯਿਸੂ ਮਸੀਹ ਨੂੰ ਜ਼ਰੂਰਤ ਹੁੰਦੀ ਤਾਂ ਜਿਹੜੇ ਚੇਲੇ ਜਾ ਰਹੇ ਸੀਗੇ ਉਹਨਾਂ ਨੂੰ ਕਹਿ ਦਿੰਦਾ ਪ੍ਰਭੂ ਯਿਸੂ ਮਸੀਹ, ਆ ਜਾਓ, ਨਾ ਜਾਓ, ਮੈਨੂੰ ਛੱਡ ਕੇ ਨਾ ਜਾਓ। ਯਿਸੂ ਮਸੀਹ ਨੇ ਉਹਨਾਂ ਨੂੰ ਜਾਣ ਦਿੱਤਾ ਵੀ ਜਾਓ। ਫਿਰ ਜਿਹੜੇ ਇੱਥੇ 12 ਚੇਲੇ ਸੀਗੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਵੀ ਕਹਿ ਰਿਹਾ ਹੈਗਾ ਕਿ ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ। ਪ੍ਰਭੂ ਯਿਸੂ ਮਸੀਹ ਸਭ ਨੂੰ ਪੁੱਛ ਰਹੇ ਨੇ। ਸਪਸ਼ਟ ਗੱਲ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਸਾਡੀ ਜ਼ਰੂਰਤ ਨਹੀਂ ਹੈ। ਤੇਰੇ ਮਨ ਦੇ ਵਿੱਚ ਭੁਲੇਖਾ ਨਾ ਰੱਖਿਓ, ਮੈਂ ਸੇਵਕ ਹਾਂ, ਮੈਂ ਚੰਗਾ ਪ੍ਰਚਾਰ ਕਰਦਾਂਗਾ, ਮੈਂ ਚੰਗੀ ਆਰਾਧਨਾ ਕਰਦਾਂਗਾ, ਮੈਂ ਚੰਗਾ ਦਸਵੰਧ ਦਿੰਦਾਂਗਾ, ਮੈਂ ਵਰਤ ਕਰਦਾਂਗਾ, ਮੈਂ ਚੰਗੀ ਬਾਈਬਲ ਪੜ੍ਹਦਾਂਗਾ, ਮੈਂ ਚੰਗਾ ਸਾਜ਼ ਵਜਾਵਾਂਗਾ, ਮੈਂ ਚਰਚ ਵਿੱਚ ਚੰਗੀ ਸੇਵਾ ਕਰਦਾਂਗਾ। ਮਨ ਦੇ ਵਿੱਚ ਭੁਲੇਖਾ ਨਾ ਰੱਖਿਓ, ਪਰਮੇਸ਼ਵਰ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ। ਸਾਨੂੰ ਪਰਮੇਸ਼ਵਰ ਦੀ ਜ਼ਰੂਰਤ ਹੈ। ਅਗਰ ਸਾਨੂੰ ਪਰਮੇਸ਼ਵਰ ਦੀ ਜ਼ਰੂਰਤ ਹੈ ਤਾਂ ਸਾਨੂੰ ਕਿਹਦੇ ਹਿਸਾਬ ਨਾਲ ਚੱਲਣਾ ਪਏਗਾ? ਪ੍ਰਭੂ ਯਿਸੂ ਮਸੀਹ ਦੇ ਹਿਸਾਬ ਨਾਲ ਚੱਲਣਾ ਪਏਗਾ। ਅਗਰ ਯਿਸੂ ਮਸੀਹ ਨੂੰ ਤੁਹਾਡੀ ਜ਼ਰੂਰਤ ਹੁੰਦੀ ਜਾਂ ਮੇਰੀ ਜ਼ਰੂਰਤ ਹੁੰਦੀ ਤਾਂ ਯਿਸੂ ਮਸੀਹ ਸਾਡੇ ਹਿਸਾਬ ਨਾਲ ਕੰਮ ਕਰਦੇ, ਲੇਕਿਨ ਨਹੀਂ, ਸਾਨੂੰ ਜ਼ਰੂਰਤ ਪ੍ਰਭੂ ਯਿਸੂ ਮਸੀਹ ਦੀ ਹੈ। ਇਸ ਕਰਕੇ ਅਗਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਤਾਂ ਪ੍ਰਭੂ ਯਿਸੂ ਮਸੀਹ ਦੇ ਹਿਸਾਬ ਨਾਲ ਚੱਲਣਾ ਪਏਗਾ। ਯਿਸੂ ਮਸੀਹ ਸਾਫ਼ कहता ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ, ਤੁਸੀਂ ਜਾਣਾ ਚਾਹੁੰਦੇ ਜਾਓ। ਇਹਦਾ ਮਤਲਬ ਯਿਸੂ ਮਸੀਹ ਸਾਡੇ ਹਿਸਾਬ ਨਾਲ ਕੰਮ ਨਹੀਂ ਕਰਨ ਵਾਲੇ। ਅਗਰ ਯਿਸੂ ਮਸੀਹ ਨਾਲ ਅਸੀਂ ਹੋਕਾ ਕਰਦੇ ਵੀ ਚਲੋ ਆ ਜਾਓ, ਕਦੇ ਕਦੇ ਮੇਰਾ ਮਾंस ਖਾਓ, ਕਦੇ ਕਦੇ ਮੇਰਾ ਲਹੂ ਪੀਓ, ਤਾਂ ਯਿਸੂ ਮਸੀਹ ਉਹਨਾਂ ਦਾ ਕੀ ਹੋਇਆ ਕਰੇ ਕਰਦੇ, ਉਹਨਾਂ ਦੇ ਅਨੁਸਾਰ ਕੰਮ ਕਰਦੇ ਯਿਸੂ ਮਸੀਹ। ਲੇਕਿਨ ਯਿਸੂ ਮਸੀਹ ਨੂੰ ਕਿਸੇ ਦੀ ਫਿਕਰ ਨਹੀਂ, ਕਿਸੇ ਦੀ ਪਰਵਾਹ ਨਹੀਂ ਹੈ। ਕੋਈ ਆਵੇ ਕੋਈ ਜਾਵੇ, ਯਿਸੂ ਮਸੀਹ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਯਿਸੂ ਮਸੀਹ ਆਪਣੇ ਤਰੀਕੇ ਨਾਲ ਕੰਮ ਕਰਨਗੇ। ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੇਰੇ ਤਰੀਕੇ ਨਾਲ ਕੰਮ ਕਰਨਾ ਪਊਗਾ। ਮੈਂ ਕਹਿੰਨਾਗਾ ਇੱਕ ਪਿਆਲਾ ਇੱਕ ਰੋਟੀ, ਮੈਂ ਕਹਿੰਨਾਗਾ ਪਹਿਲਾ ਵਿਸ਼ਵਾਸ, ਫਿਰ ਤੋਬਾ, ਫਿਰ ਬਪਤਿਸਮਾ, ਫਿਰ ਪਵਿੱਤਰ ਆਤਮਾ। ਇਹ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ। ਅਗਰ ਯਿਸੂ ਮਸੀਹ ਨੂੰ ਸਾਡੀ ਜ਼ਰੂਰਤ ਹੁੰਦੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਦੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਭੁਲੇਖੇ ਵਿੱਚ ਨਾ ਰਹੋ ਕਿ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋ ਗਿਆ, ਮੇਰੇ ਜੀਵਨ ਦੇ ਵਿੱਚ ਚੰਗਾਈ ਹੋ ਗਈ, ਸ਼ਾਇਦ ਪ੍ਰਭੂ ਯਿਸੂ ਮਸੀਹ ਨੂੰ ਮੇਰੀ ਜ਼ਰੂਰਤ ਹੋਊਗੀ, ਮੇਰੀ ਗਰਜ ਹੋਊਗੀ। ਯਿਸੂ ਮਸੀਹ ਨੂੰ ਕਿਸੇ ਦੀ ਗਰਜ ਨਹੀਂ ਹੈ। ਉਹਦਾ ਯਿਸੂ ਮਸੀਹ ਦਾ ਰਹਿਮ ਹੈ ਤੁਹਾਡੇ ਉੱਪਰ, ਸਾਡੇ ਉੱਪਰ ਦਇਆ, ਪ੍ਰਭੂ ਯਿਸੂ ਮਸੀਹ ਦੀ ਪਿਆਰ ਸਾਡੇ ਨਾਲ, ਪ੍ਰਭੂ ਯਿਸੂ ਮਸੀਹ ਦਾ ਕਿ ਸਾਡੇ ਜੀਵਨ ਦੇ ਵਿੱਚ ਕੰਮ ਕੀਤਾਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਅਗਰ ਮੇਰੇ ਪਿੱਛੇ ਆਉਣਾ ਹੈ ਨਾ ਤਾਂ ਬਹਾਨੇ ਨਾ ਬਣਾਓ। ਅੱਜ ਲੋਕ ਕੀ ਨੇ ਵੱਡੇ ਵੱਡੇ ਬਹਾਨੇ ਬਣਾ ਕੇ ਬੈਠੇ ਹੋਏ ਨੇ, ਵੱਡੇ ਵੱਡੇ ਬਹਾਨੇ। ਲੇਕਿਨ ਸਹੀ ਵਿੱਚ
प्रभु यीशु मसीह तुहाडे बहाने पसंद नहीं। वो कोई भी इंसान है, चाहे बड़ा सेवक है चाहे छोटा सेवक है, कोई भी है, लेकिन प्रभु यीशु मसीह किसी के बहाने पसंद नहीं। इस करके प्रभु यीशु मसीह ने कहा मेरे पिछे होना गा तो मेरी मर्जी नाल करना पड़ेगा। अगर मेरे पिछे होना गा, अगर नहीं आना चाहते तो तुहाडी मर्जी, जाओ, लेकिन बहाने पसंद नहीं। अज लोगों को लगता है परमेश्वर मेरा इस्तेमाल करता गा, शायद मैं मेरी मर्जी में काम कर दांगा। नहीं, प्रभु तुहाडी मर्जी नाल नहीं काम करते, पर ना कदे तुहाडी मर्जी नाल काम करनगे। प्रभु यीशु मसीह अपनी मर्जी नाल काम करनगे, और वो भी तुहाडे जीवन दे विच। वो तुहाडी मर्जी है कि प्रभु यीशु मसीह को काम कराउणा या नहीं कराउणा, वो तुहाडी मर्जी है। अगर बहाने बना के दसोगे प्रभु यीशु मसीह तो काम नहीं करने वाले। इस करके की करो, बहाने बंद करो। अज आप 2 वचन पढ़िया, लूका 9 अध्याय आप पढ़िया 57 तो लेके 62 तक। और इतने की होया एक बार कि प्रभु यीशु मसीह एक जगह सीगे और उत्थे रास्ते में जा रहे थे और उत्थे बहुत बड़ी भीड़ थी। सारे बोलो हालेलुया, हालेलुया। बहुत बड़ी भीड़। और की होया कि उत्थे एक इंसान आया। उस इंसान ने की कहा, प्रभु जी तुसीं जिथे जाओगे मैं तुहाडे मगर चलांगा, तुसीं जिथे जाओगे मैं तुहाडे मगर चलांगा। और प्रभु यीशु मसीह जो हमारे परमेश्वर ने उस इंसान के दिल के की है, वो मन के की है, परमेश्वर सब कुछ जानते हैं। जब परमेश्वर प्रभु यीशु मसीह ने सवाल देखा प्रभु यीशु मसीह के मन के विचार की ने, उसके मन की गल्लां की ने। उस इंसान ने सोचा कि अगर मैं प्रभु यीशु मसीह के नाल रहांगा तो मैं कभी बीमार नहीं होवांगा, अगर प्रभु यीशु मसीह के नाल रहांगा तो कभी मैनू कोई समस्या नहीं आऊगी, अगर प्रभु यीशु मसीह के नाल रहांगा तो कभी मैनू रोटी की भुख नहीं लगेगी। क्यों? क्योंकि प्रभु यीशु मसीह वो परमेश्वर ने कि जिन्होंने 5000 लोगों को खाना खवाया सीगा। जब ये सारे चमत्कार देखे इस इंसान ने, तो इस इंसान ने की कहा कि प्रभु मैं तुहाडे पिछे आवांगा। तो जब ये गल उस इंसान ने कही तो प्रभु यीशु मसीह ने उसने की कहा, पढ़ो ये खंजा। यीशु ने ਉਹਨੂੰ ਕਿਹਾ, ਲੂੰਬੜੀਆਂ ਦੇ ਘੋੜੇ ਅਤੇ ਬਾਹਰ ਦੇ ਪੰਛੀਆਂ ਦੇ ਆਲਣੇ ਹਨ, पर मनुष्य ਦੇ ਪੁੱਤਰ ਦੇ ਸਿਰ ਧਾਰਨ ਨੂੰ ਖਾਣ ਹੈ। मतलब प्रभु यीशु मसीह ने जमाने के विचारों को जानिया कि इंसान तक की सोच के आया मेरे मगर कि मैनू कमाई करने की लोड़ नहीं, यीशु मसीह के नाल रहांगा मैं कदे बीमार नहीं होवांगा, यीशु मसीह पिछे चलांगा तो कदे मैनू किसी चीज की लोड़ नहीं रहेगी, मैनू खाना खाने के लिए कमाई करने की लोड़ नहीं, मैनू किसी चीज की लोड़ नहीं रहेगी। क्यों? क्योंकि यीशु मसीह छूहण नाल की बीमारी चंगी हो जाती है, यीशु मसीह के शक्ति निकलती है। ये सारिया गल्लां तकरीबन उस इंसान ने सुनिया सीगियां, लेकिन प्रभु ने उसके मन के विचारों में जाके की कहा कि देख जो पंछी ने उन्होंने को की ने आलने ने, जो लूंबड़ियां ने उन्होंने की है घुरने ने, लेकिन जो मनुख है पुत्र है मतलब मेरे को की है सिर धरन के लिए जगह भी नहीं है, मतलब मेरे का घर भी नहीं है। हम इस मसीह ने की दिता, ये जवाब दे दिता और उस तो बाद कोई जिक्र नहीं आया क्यों की कीता। और फिर एक इंसान उत्थे सीगा, जब उसने ये गल सुनी तो उसने की कीता, पढ़ो के उसने दूजे को आख्या कि मेरे पीछे तुर। फिर प्रभु यीशु मसीह के इंसान ने लिखा उसे और की कहा कि आप मेरे पीछे आ जा। पर उन्होंने कहा, प्रभु जी मैनू आज्ञा दो जो पहला जाके अपने प्यो नूं दब्बां। हालेलुया। सौगे बोलो सुते हालेलुया, जागो बोलो जाग रहे हालेलुया, हालेलुया। एक इंसान उत्थे होर सीगा, प्रभु यीशु मसीह ने उसनूं की कहा कि आ, हाँ सुनो, प्रभु यीशु मसीह की कहा कि आ मेरे पीछे आ। तो उस इंसान ने की कहा कि प्रभु जी पहले मैनू की दियो, आज्ञा दियो। आज्ञा किहड़ी गल दी कि मेरा बाप मर गया, मैं की कराऊं दब के आवां, मैं दब के आवां। हुण एक सोचने वाली गल है, जिहदा बाप मरिया होवे कि वो भीड़ में आऊ, इकट्ठ में आऊगा? वो कदे भी नहीं आऊगा। जिहदा बाप घरे मरिया पिया होवे वो तो घरे बैठा होगा, वो तो दुख महसूस करता होगा, वो तो लोगों ने कोई गलबात करता होगा या लोगों के आए होंगे। एक ही कहता प्रभु जी मैनू आज्ञा दिओ
ਕਿਹੜੀ ਗੱਲ ਦੇ ਲਈ? ਕਿ ਮੇਰਾ ਬਾਪ ਮਰ ਗਿਆ, ਮੈਂ ਉਹਨੂੰ ਦੱਬ ਕੇ ਆਵਾਂ। ਇਹਨੇ ਕੀ ਕੀਤਾ? ਬਹਾਨਾ ਬਣਾਇਆ, ਬਹਾਨਾ ਬਣਾ ਦਿੱਤਾ। ਇਹਨੇ ਬਹਾਨਾ ਬਣਾਇਆ ਕਿ ਕੌਣ ਯਿਸੂ ਮਸੀਹ ਦੇ ਪਿੱਛੇ ਜਾਵੇ? ਯਿਸੂ ਮਸੀਹ ਕੋਲ ਤਾਂ ਘਰ ਵੀ ਨਹੀਂ ਹੈ। ਯਿਸੂ ਮਸੀਹ ਖੁਦ ਤਾਂ ਕਹਿੰਦਾ ਕਿ ਮੇਰੇ ਸਿਰ ਢੱਕਣ ਵਾਸਤੇ ਜਗ੍ਹਾ ਵੀ ਨਹੀਂ ਹੈ, ਮੈਂ ਜਾ ਕੇ ਕੀ ਕਰਾਂਗਾ ਯਿਸੂ ਮਸੀਹ ਦੇ ਪਿੱਛੇ? ਇਹਨੇ ਕੀ ਕੀਤਾ? ਬਹਾਨਾ ਬਣਾ ਕੇ ਇਹਦਾ ਨਿਕਲ ਗਿਆ। ਫਿਰ ਕੀ ਲਿਖਿਆ ਇੱਥੇ? ਹਾਂ ਹੋਰ ਬੋਲਿਆ, ਪ੍ਰਭੂ ਜੀ ਮੈਂ ਤੁਹਾਡੇ ਨਾਲ ਲੱਗਾਂਗਾ, ਪਰ ਪਹਿਲਾਂ ਮੈਨੂੰ ਆਗਿਆ ਦਿਓ ਜੇ ਆਪਣੇ ਘਰਦਿਆਂ ਲੋਕਾਂ ਤੋਂ ਵਿਦਿਆ ਹੋਵਾਂ। ਇੱਕ ਉੱਤੇ ਖੜਾ ਸੀਗਾ, ਉਹਦੇ ਅੰਦਰ ਜੋਸ਼ ਆ ਗਿਆ, ਪ੍ਰਭੂ ਜੀ ਮੈਨੂੰ ਆਗਿਆ ਦਿਓ, ਇਹ 2 ਰੁਪਏ ਤੁਹਾਡਾ ਇਨਕਾਰ ਕੀਤਾਗਾ, ਮੈਂ ਤੁਹਾਡੇ ਪਿੱਛੇ ਆਵਾਂਗਾ, ਮੈਨੂੰ ਆਗਿਆ ਦਿਓ। ਅੰਦਰ ਜੋਸ਼ ਭਰ ਗਿਆ ਉਹਦੇ ਅੰਦਰ, ਮੈਂ ਕੋਈ ਗੱਲ ਨਹੀਂ, ਮੈਂ ਚੱਲਾਂਗਾ ਯਿਸੂ ਮਸੀਹ ਦੇ ਪਿੱਛੇ, ਮੈਨੂੰ ਆਗਿਆ ਦਿਓ। ਫਿਰ ਪਹਿਲਾਂ ਜਾ ਕੇ ਮੈਂ ਕੀ ਕਰਾਂ? ਆਪਣੇ ਘਰੇ ਜਾ ਕੇ ਦੱਸ ਕੇ ਆਵਾਂ। ਮੈਂ ਦੱਸ ਕੇ ਆਵਾਂ ਹੈਪੀ ਦੀ ਮੰਮੀ ਨੂੰ ਕਿ ਚੱਲਿਆ ਮੈਂ ਲਗਾਣੇ ਪ੍ਰਾਰਥਨਾ ਲਈ। ਮੈਂ ਦੱਸ ਕੇ ਆਵਾਂ ਕਿ ਅੱਜ ਮੈਂ ਚੱਲਿਆ ਬਾਹਰ, ਰਾਤ ਨੂੰ ਲੇਟ ਆਊਂ, ਮੈਂ ਮੈਨੂੰ ਫੋਨ ਨਾ ਕਰੀ, ਜਾਂ ਫੋਨ ਤੇ ਮੈਨੂੰ ਪੁੱਛਦੇ ਰਹੋ ਮੈਂ ਕਿੱਥੇ ਆ ਗਿਆ। ਬਹਾਨਾ ਬਹਾਨਾ ਬਣਾ ਰਿਹਾ। ਫਿਰ ਕੀ ਲਿਖਿਆ ਅੱਗੇ? ਪਰ ਯਿਸੂ ਨੇ ਉਹਨੂੰ ਆਖਿਆ, ਜੇ ਕੋਈ ਆਪਣਾ ਹੱਥ ਹਰ ਦੇ ਰੱਖ ਕੇ ਪਛਾਣ ਨੂੰ ਵੇਖੇ ਤਾਂ ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ। ਪ੍ਰਭੂ ਯਿਸੂ ਨੇ ਸਪਸ਼ਟ ਕਹਿਤਾ, ਜੇ ਕੋਈ ਇਨਸਾਨ ਹਲ ਦੇ ਉੱਪਰ ਹੱਥ ਰੱਖ ਕੇ ਪਿੱਛੇ ਦੇਖੇ, ਹਲ ਦੇ ਉੱਪਰ ਹੱਥ ਰੱਖ ਕੇ ਪਿੱਛੇ ਦੇਖੇ, ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਹੈ। ਲੇਕਿਨ ਇਸ ਇਨਸਾਨ ਨੇ ਕੀ ਕੀਤਾ? ਬਹਾਨਾ ਬਣਾਇਆ, ਪ੍ਰਭੂ ਮੈਂ ਤੁਹਾਡੇ ਪਿੱਛੇ ਤਾਂ ਆਵਾਂਗਾ, ਤੁਹਾਡੇ ਪਿੱਛੇ ਤਾਂ ਆਵਾਂਗਾ, ਤੁਹਾਡੀ ਸੇਵਾ ਦਾ ਕਰਾਂਗਾ, ਤੁਹਾਡੇ ਲਈ ਕੰਮ ਦਾ ਕਰਾਂਗਾ, ਲੇਕਿਨ ਮੇਰੇ ਘਰੇ ਹੈਗਾ ਨਾ, ਮੇਰੀ ਪਤਨੀ ਵੀ ਹੋ ਸਕਦੀ ਹੈ, ਬੱਚੇ ਵੀ ਹੋ ਸਕਦੇ ਨੇ, ਜਾ ਕੇ ਦੱਸ ਤੇ ਆਵਾਂ ਇੱਕ ਵਾਰ, ਕਿਤੇ ਜ਼ਿਆਦਾ ਫਿਕਰ ਨਾ ਕਰਦੇ ਨੇ। ਹੁਣ ਤਾਂ ਚਲੋ ਠੀਕ ਹੈ, ਹੁਣ ਤਾਂ ਫੋਨ ਹੈਗੇ ਨਾ, ਹੁਣ ਤਾਂ ਫੋਨ ਤਾਂ ਦੱਸ ਸਕਦਾ ਹੈਗਾ। ਉਹ ਤੁਹਾਨੂੰ ਕਿਹੜਾ ਫੋਨ ਸੀਗਾ ਕੋਈ? ਜੇ ਅਸੀਂ ਫੋਨ ਨਹੀਂ ਕਰਦੇ, ਹੁਣ ਸਾਹਮਣੇ ਫੋਨ ਆ ਜਾਓ, ਕਿੱਥੇ ਆ? ਘਰੇ ਨਹੀਂ ਆਏ। ਇਹ ਕਹਿੰਦਾ ਮੈਂ ਘਰੇ ਜਾ ਕੇ ਦੱਸ ਕੇ ਆਵਾਂ ਪਹਿਲਾਂ। ਹਾਲੇਲੂਇਆ, ਹਾਲੇਲੂਇਆ। ਮਤਲਬ ਕੀ? ਬਹਾਨਾ। ਸੇਵਾ ਤਾਂ ਯਿਸੂ ਮਸੀਹ ਦੀ ਕਰਨੀ ਹੈ, ਕੰਮ ਤਾਂ ਯਿਸੂ ਮਸੀਹ ਦਾ ਕਰਨਾਗਾ, ਲੇਕਿਨ ਉਹਦੇ ਵਿੱਚ ਵੀ ਕੀ? ਉਹਦੇ ਵਿੱਚ ਥੋੜਾ ਥੋੜਾ ਬਹਾਨਾ ਚਾਹੀਦਾ ਸਾਨੂੰ। ਉਹਦੇ ਵਿੱਚ ਵੀ ਸੀ ਬਹਾਨਾ ਬਣਾ ਲੈਂਦਾ ਇਨਸਾਨ, ਉਹਦੇ ਵਿੱਚ ਵੀ ਕੀ ਹੈ? ਛੋਟਾ ਜਿਹਾ ਚਾਹੇ ਬਹਾਨਾ ਬਣਾ ਲਵੇ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜੇ ਕੋਈ ਆਪਣਾ ਹੱਥ ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਛਾਣ ਦੇਖੇ, ਉਹ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਹੈ, ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ ਹੈ। ਇਹਦਾ ਮਤਲਬ ਕਿ ਰਸਤੀ ਪਰ ਵੀ ਬਹਾਨਾ ਪਰਮੇਸ਼ਵਰ ਨੂੰ ਪਸੰਦ ਨਹੀਂ ਹੈ। ਹੁਣ ਦੇਖੋ ਜਿਵੇਂ ਉਹ ਬਹਾਨਾ ਬਣਾਉਂਦੇ ਨੇ, ਛੋਟਾ ਬਹਾਨਾ ਜਾਂ ਵੱਡਾ ਬਹਾਨਾ ਹੈਗਾ, ਫਿਰ ਕਿਹੜਾ ਬਹਾਨਾ ਜਿਹੜਾ ਪਰਮੇਸ਼ਵਰ ਕੇ ਚੱਲੂਗਾ? ਪਰਮੇਸ਼ਵਰ ਛੋਟੇ ਛੋਟੇ ਬਹਾਨੇ ਨਹੀਂ ਪਸੰਦ ਕਰਦੇ। ਲੇਕਿਨ ਇਹ ਲੋਕ ਆਏ ਤਾਂ ਸੀ, ਇਹ ਵੀ ਤਾਂ ਆਪਣੀ ਮਰਜ਼ੀ ਨਾਲ ਆਏ ਸੀਗੇ, ਪ੍ਰਭੂ ਅਸੀਂ ਤੁਹਾਡੇ ਪਿੱਛੇ ਚੱਲਾਂਗੇ, ਪ੍ਰਭੂ ਅਸੀਂ ਤੁਹਾਡਾ ਸੁਣੋ, ਅਸੀਂ ਤੁਹਾਡਾ ਕੰਮ ਕਰਾਂਗੇ, ਅਸੀਂ ਤੁਹਾਡਾ ਕੰਮ ਕਰਾਂਗੇ। ਲੇਕਿਨ ਫਿਰ ਜੋ ਦੇਖਿਆ ਤੇ ਪ੍ਰਭੂ ਦੀ ਸੇਵਾ ਕਰਨੀ ਹੈ, ਕਦੋਂ ਮੁੜੀਏ? ਬਾਹਰ ਖਾਣ ਨੂੰ ਕੁਛ ਮਿਲੇ ਨਾ ਮਿਲੇ, ਕੁਛ ਮਿਲੇ ਨਾ ਮਿਲੇ, ਲੇਕਿਨ ਫਿਰ ਦੇਖਿਆ ਨਹੀਂ ਬਣਨੀ ਗੱਲ, ਫਿਰ ਬਹਾਨੇ ਸ਼ੁਰੂ ਕਰਤੇ। ਅੱਜ ਵੀ ਇਨਸਾਨ ਏਦਾਂ ਹੀ ਕਰਦਾ ਹੈ ਨਾ, ਪ੍ਰਭੂ ਦੀ ਸੇਵਾ ਕਰਨੀ ਹੈ, ਪ੍ਰਾਰਥਨਾ ਕਰਨੀ ਹੈ, ਔਰ ਉਹ ਵੀ ਗੋਡੇ ਭਾਰ ਬੈਠ ਕੇ ਹੈ, ਫਿਰ ਕੀ? ਕੋਈ ਬਹਾਨਾ, ਸਰੀਰ ਭਾਰੀ ਹੋ ਗਿਆ, ਕੋਈ ਬਹਾਨਾ। ਆਰਾਧਨਾ ਕਰਨੀ ਹੈ, ਤਾਲੀ ਵਜਾਉਣੀ ਹੈ, ਕੋਈ ਨਾ ਕੋਈ ਬਹਾਨਾ। ਦੇਖੋ ਜੀ, ਛੋਟੇ ਛੋਟੇ ਬਹਾਨੇ ਨਹੀਂ ਪਰਮੇਸ਼ਰ ਨੂੰ ਪਸੰਦ, ਤੇ ਜੋ ਵੱਡੇ ਵੱਡੇ ਬਹਾਨੇ ਬਣਾ ਲੈਂਦੇ ਨੇ, ਉਹ ਕਿਸ ਤਰ੍ਹਾਂ ਪਸੰਦ ਕਰਨਗੇ? ਪਰਮੇਸ਼ਰ ਨੇ ਕੀ ਕਿਹਾ? ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ। ਅਗਰ ਮੇਰੇ ਪਿੱਛੇ ਆਉਣਾਗਾ, ਆ ਜਾ, ਛੱਡ ਦੇ ਆਪਣੇ ਬਾਪ ਨੂੰ। ਅਗਰ ਮੇਰੀ ਸੇਵਾ ਕਰਨੀ ਹੈ, ਅਗਰ ਮੇਰੇ ਪਿੱਛੇ ਕੰਮ ਕਰਨਾਗਾ, ਮੇਰੀ ਮਰਜ਼ੀ ਨਾਲ ਆ ਜਾ। ਲੇਕਿਨ ਇਹ ਇਨਸਾਨ ਆਪਣੀ ਮਰਜ਼ੀ ਨਾਲ ਆਇਆ ਸੀਗਾ ਔਰ ਆਪਣੀ ਮਰਜ਼ੀ ਨਾਲ ਚਲਾ ਗਿਆ। ਦੂਜਾ ਇਨਸਾਨ ਕਹਿੰਦਾ ਪ੍ਰਭੂ ਮੈਂ ਤੁਹਾਡੀ ਸੇਵਾ ਕਰਾਂਗਾ, ਆਪਣੀ ਮਰਜ਼ੀ ਨਾਲ ਆਇਆ ਸੀਗਾ, ਤੇ ਲੇਕਿਨ ਮੈਂ ਘਰੇ ਜਾ ਕੇ ਦੱਸ ਕੇ ਆਵਾਂ, ਇੱਕ ਵਾਰ ਘਰੇ ਜਾ ਕੇ ਦੱਸ ਕੇ ਆਵਾਂਗਾ। ਤੂੰ ਕਿਉਂ ਦੱਸ ਕੇ ਆਉਣਾ ਕਰੇ ਭਾਈ? ਇੰਨੀ ਵੱਡੀ ਭੀੜ ਹੈ, ਉਹ ਆਪੇ ਦੱਸ ਦੇਣਗੇ, ਉਹ ਆਪੇ ਦੱਸ ਦੇਣਗੇ ਭਾਈ ਉਹ ਚਲਾ ਗਿਆ ਯਿਸੂ ਦੇ ਪਿੱਛੇ, ਸੇਵਾ ਦੇ ਲਈ ਚਲਾ ਗਿਆ। ਤੂੰ ਕਿਉਂ ਟੈਨਸ਼ਨ ਲੈਣਾ ਗੱਲ ਦੀ? ਤੂੰ ਕਿਉਂ ਫਿਕਰ ਕਰਦਾ ਗੱਲ ਦਾ? ਉਹ ਲੋਕ ਆਪੇ ਦੱਸ ਦੇਣਗੇ। ਲੇਕਿਨ ਨਹੀਂ, ਮੈਂ ਦੱਸ ਕੇ ਆਉਣਾ ਪ੍ਰਭੂ। ਪ੍ਰਭੂ ਕਹਿੰਦੇ ਹੱਥ ਹਲ ਦੇ ਉੱਪਰ ਰੱਖ ਕੇ ਪਛਾਣਾ ਦੇਖ। ਅਗਰ ਏਦਾਂ ਕਰੇਗਾ ਤਾਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਨਹੀਂ ਜਾ ਸਕਦਾ। ਲੇਕਿਨ ਅੱਜ ਕੀ ਹੈ? ਹੱਥ ਦੇ ਉੱਪਰ ਹਲ ਵੀ ਹੈ ਔਰ ਪਿੱਛੇ ਵੀ ਦੇਖਦੇ ਨੇ, ਔਰ ਗੱਲ ਪਰਮੇਸ਼ਵਰ ਦੇ ਰਾਜ ਦੀ ਗੱਲ ਕਰਦੇ ਨੇ ਕਿ ਅਸੀਂ ਰਾਜ ਵਿੱਚ ਜਾਵਾਂਗੇ, ਅਸੀਂ ਸਵਰਗ ਵਿੱਚ ਜਾਵਾਂਗੇ। ਲੇਕਿਨ ਬਹਾਨੇ ਉਹ ਇਨਸਾਨ ਬਹੁਤ ਬਣਾ ਰਿਹਾ ਹੈਗਾ। ਇੱਕ ਵਾਰ
ਪ੍ਰਭੂ ਯਿਸੂ ਨੇ ਗੱਲ ਕੀਤੀ ਕਿ ਇੱਕ ਰਾਜਾ ਸੀ, ਉਹਦੇ ਬੇਟੇ ਦਾ ਵਿਆਹ ਸੀਗਾ, ਲੇਕਿਨ ਜਦ ਬੇਟੇ ਦਾ ਵਿਆਹ ਸੀਗਾ ਤਾਂ ਲੋਕਾਂ ਨੂੰ ਬੁਲਾਇਆ ਸੀਗਾ। ਹੁਣ ਜੋ ਰਾਜਾ ਗਾ, ਉਹਦੇ ਜੋ ਲੋਕ ਨੇ ਪਹਿਚਾਣ ਦੇ ਲੋਕ, ਉਹ ਰਾਜੇ ਵਰਗੇ ਨੇ, ਸਾਰਿਆਂ ਨੂੰ ਨਿਯੋਤਾ ਦਿੱਤਾ ਗਾ, ਸਾਰਿਆਂ ਨੂੰ ਬੁਲਾਇਆ ਗਾ। ਲੇਕਿਨ ਕੀ ਹੋਇਆ ਕਿ ਜਦੋਂ ਖਾਣਾ ਦਾਣਾ ਤਿਆਰ ਕੀਤਾ ਗਿਆ, ਖਾਣਾ ਦਾਣਾ ਤਿਆਰ ਕਰਨ ਤੋਂ ਬਾਅਦ ਔਰ ਉਹਦੇ ਨੌਕਰਾਂ ਨੂੰ ਕਿਹਾ ਕਿ ਜਾਓ, ਜਿਨ੍ਹਾਂ ਨੂੰ ਆਪਾਂ ਸੱਦਾ ਦਿੱਤਾ ਗਾ, ਜਿਨ੍ਹਾਂ ਨੂੰ ਬੁਲਾਇਆ ਗਾ, ਉਹਨੂੰ ਤੁਸੀਂ ਬੁਲਾ ਕੇ ਲੈ ਕੇ ਆਓ। ਹੁਣ ਉਹ ਨੌਕਰ ਚਲੇ ਗਏ ਕਾਹਦੇ ਲਈ? ਉਹਨਾਂ ਲੋਕਾਂ ਨੂੰ ਬੁਲਾਉਣ ਦੇ ਲਈ। ਔਰ ਉਹਨਾਂ ਨੇ ਕੀ ਕੀਤਾ ਆਪਾਂ ਪੜਾਂਗੇ, ਲੂਕਾ ਉਹਦਾ 14 ਅਧਿਆਇ, ਉਹਦਾ 18 ਵਚਨ ਪੜੋ ਜਲਦੀ ਨਾਲ। ਤਾਂ ਉਹ ਸਭੇ ਇੱਕ ਮਤ ਹੋ ਕੇ ਉਜਰ ਕਰਨ ਲੱਗੇ, ਉਜਰ ਕਰਨ ਲੱਗੇ, ਮਤਲਬ ਬਹਾਨਾ ਕਰਨ ਲੱਗੇ। ਇਹ ਸਾਰੇ ਲੋਕ ਬਹਾਨੇ ਬਣਾਉਣ ਲੱਗ ਗਏ। ਆ ਬੁਲਾਇਆ ਕਿੱਥੇ ਸੀਗਾ? ਵਿਆਹ ਦੇ ਵਿੱਚ। ਕੀ ਕਰਨਾ ਹੈਗਾ? ਖਾਣਾ ਖਾਣਾਗਾ, ਆ ਜਾਓ। ਫਿਰ ਕੀ ਕਰਨ ਲੱਗੇ? ਬਹਾਨਾ ਬਣਾਉਣ ਲੱਗੇ। ਕੀ ਹੋਇਆ? ਪਹਿਲੇ ਨੇ ਉਹਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹਨੂੰ ਵੇਖਾਂ। ਸਾਰੇ ਬੋਲੋ ਹਾਲੇਲੂਇਆ। ਪਹਿਲੇ ਇਨਸਾਨ ਨੇ ਬਹਾਨਾ ਬਣਾਇਆ। ਕੀ ਬਣਾਇਆ? ਕਿ ਮੈਂ ਖੇਤ ਮੁੱਲ ਲੈ ਲਿਆ ਭਾਈ, ਜ਼ਰੂਰੀ ਹੈ ਮੈਂ ਖੇਤ ਦੇਖ ਕੇ ਆਵਾਂ ਭਾਈ। ਵਿਆਹ ਦਾ ਕੀ ਹੈ? ਬਹੁਤ ਬਾਅਦ ਜਾਦੂ, ਮੈਂ ਖਾਣਾ ਹੀ ਹੈ, ਉਹ ਘਰੇ ਖਾ ਲਾਂਗੇ। ਫਿਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਾਈ, ਮੇਰੀ ਵੱਲੋਂ ਉਜਰ ਕਰੀ। ਮਤਲਬ ਮੈਂ ਤੇਰੇ ਅੱਗੇ ਬੇਨਤੀ ਕਰਦਾ ਭਾਈ, ਤੂੰ ਬਹਾਨਾ ਲਾ ਦਿਓ ਅੱਗੇ ਜਾ ਕੇ, ਮੇਰੇ ਲਈ ਕੋਈ ਬਹਾਨਾ ਕਰ ਦਿਓ ਅੱਗੇ ਵੀ ਉਹ ਨਹੀਂ ਆਇਆ, ਉਹਨੇ ਖੇਤ ਲਿਆ, ਖੇਤ ਦੇਖਣਾ ਜ਼ਰੂਰੀ ਹੈ। ਮਤਲਬ ਖਾਣੇ ਦਾ ਕੀ ਹੈ? ਉਹ ਤਾਂ ਖਾ ਲਾਂਗੇ, ਘਰੇ ਖਾ ਕੇ ਖਾ ਲਾਂਗੇ। ਅੱਜ ਜ਼ਿਆਦਾ ਲੋਕਾਂ ਦੇ ਬੰਦਗੀ ਵਿੱਚ ਕੀ ਹੈ ਜੀ? ਘਰੇ ਬਹਿ ਕੇ ਪ੍ਰਾਰਥਨਾ ਕਰ ਲੈਂਦੇ ਆ, ਇਕੱਠੇ ਹੁੰਦੇ ਆ ਤੇ ਘਰੇ ਬਹਿ ਕੇ ਅਸੀਂ ਕਰ ਲੈਂਦੇ ਆ, ਪ੍ਰਾਰਥਨਾ ਕਰ ਲੈਂਦੇ ਆ, ਘਰੇ ਬੈਠ ਕੇ ਬਚਨ ਪੜ੍ਹ ਲੈਂਦੇ ਆ। ਇੱਥੇ ਰੱਬ ਦਾ ਨਾਮ ਲੈਣਾ, ਉੱਥੇ ਰੱਬ ਦਾ ਨਾਮ ਲੈਣਾ ਗਾ। ਕੀ ਹੈ? ਇਹ ਵੀ ਇੱਕ ਬਹਾਨਾ ਗਾ। ਫਿਰ ਕੀ ਹੋਇਆ? ਅਤੇ ਦੂਜੇ ਨੇ ਆਖਿਆ, ਮੈਂ ਬਲਦਾਂ ਦੀਆਂ 5 ਜੋੜੀਆਂ ਮੁੱਲ ਲਈਆਂ ਹਨ ਅਤੇ ਉਹਨਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜਰ ਕਰੀ। ਮਤਲਬ ਮੈਂ ਤਾਂ ਬਲਦ ਖਰੀਦੇ ਹੋਏ ਨੇ, ਮਤਲਬ ਕੋਈ ਕਾਰੋਬਾਰ ਹੈ ਮੇਰਾ, ਤਾਂ ਕੋਈ ਬਿਜ਼ਨਸ ਹੈ, ਮੈਂ ਤਾਂ ਕੀ ਕਰਨਾਗਾ? ਉਹਦੇ ਕੰਮ ਲਈ ਜਾ ਰਿਹਾ ਗਾ। ਲੇਕਿਨ ਕੀ ਕਰਦੀ? ਕੋਈ ਬਹਾਨਾ ਲਾ ਦੇ, ਉਧਰ ਮਤਲਬ ਹੈ ਬਹਾਨਾ। ਫਿਰ ਅੱਗੇ ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸਕਦਾ। ਤਾਂ ਉਸ ਕੀ ਕਹਿੰਦਾ? ਮੈਂ ਵਿਆਹ ਕੀਤਾ ਗਾ, ਕਿ ਕਿਸੇ ਨੇ ਵਿਆਹ ਕੀਤਾ, ਕੋਈ ਵਿਆਹ ਵੀ ਜਾਣਾ ਹੋਊਗਾ। ਮਤਲਬ ਬਹੁਤ ਸਾਰੇ ਲੋਕਾਂ ਨੇ ਬਹਾਨੇ ਬਣਾਏ। ਬੁਲਾਇਆ ਕਦੇ ਲਈ ਗਏ ਸੀਗੇ ਵੀ ਖਾਣਾ ਖਾ ਲਓ। ਖਾਣਾ ਮਤਲਬ ਕੀ ਹੈ? ਕਿ ਪ੍ਰਭੂ ਯਿਸੂ ਜੀ ਦਾ ਮਾਸ, ਪ੍ਰਭੂ ਯਿਸੂ ਜੀ ਦਾ ਲਹੂ, ਇਹ ਵੀ ਸਾਡੇ ਵਾਸਤੇ ਖਾਣ ਦੇ ਲਈ ਹੈ। ਲੇਕਿਨ ਅੱਜ ਇਹ ਨਹੀਂ ਖਾਣਾ ਚਾਹੁੰਦੇ ਲੋਕ। ਅੱਜ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਨੇ, ਅਸੀਂ ਕਿਵੇਂ ਖਾਈਏ, ਸਾਡਾ ਤਾਂ ਕੰਮ ਹੈ, ਸਾਨੂੰ ਤਾਂ ਜ਼ਰੂਰੀ ਕੰਮ ਹੈ, ਸਾਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਸਾਡਾ ਤਾਂ ਪਰਸਨਲ ਹੈ, ਅਸੀਂ ਨਹੀਂ ਕਰ ਸਕਦੇ। ਮਤਲਬ ਕੋਈ ਨਾ ਕੋਈ ਇਨਸਾਨ ਬਹਾਨਾ ਬਣਾ ਦੇਗਾ। ਸ਼ਾਇਦ ਮੈਂ ਪਿਛਲੇ ਮੰਗਲਵਾਰ ਕੁਝ ਦੱਸਿਆ ਸੀ ਤੁਹਾਨੂੰ, ਪਿਛਲੇ ਐਤਵਾਰ ਦੀ ਗੱਲ ਦੱਸੀ ਸੀ। ਹਾਂ, ਮੈਂ ਦੁਬਾਰਾ ਨਹੀਂ ਦੱਸਣਾ ਚਾਹੁੰਦਾ, ਮੈਂ ਸਮਝਦਾ ਹਾਂ ਸਾਰੇ। ਮਤਲਬ ਕਿ ਇਨਸਾਨ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਬਹਾਨਾ, ਔਰ ਪਰਮੇਸ਼ਵਰ ਨੇ ਬਹਾਨੇ ਪਸੰਦ ਨਹੀਂ। ਅੱਜ ਤੱਕ ਜੋ ਵੀ ਹੋ ਗਿਆ, ਜਿਵੇਂ ਵੀ ਹੋ ਗਿਆ, ਕੋਈ ਬਾਤ ਨਹੀਂ, ਪਰਮੇਸ਼ਵਰ क्षमा ਕਰ ਸਕਦੇ ਨੇ ਔਰ क्षमा ਕਰਨਗੇ ਜੀ। ਲੇਕਿਨ ਇੱਕ ਗੱਲ ਯਾਦ ਰੱਖੋ ਕਿ ਬਹਾਨੇ ਨਾ ਬਣਾਓ। ਉਹ ਇਨਸਾਨ ਤਾਂ ਆਏ ਤਾਂ ਆਪਣੀ ਮਰਜ਼ੀ ਨਾਲ ਸੀਗੇ, ਆਪਣੀ ਮਰਜ਼ੀ ਨਾਲ ਆਏ ਸੀਗੇ। ਲੇਕਿਨ ਕੀ ਹੈ, ਜਦ ਦੇਖਿਆ ਕਿ ਪ੍ਰਭੂ ਪਿੱਛੇ ਚੱਲੀਏ, ਪ੍ਰਭੂ ਪਿੱਛੇ ਜਾਣਾ ਪਏਗਾ, ਤਾਂ ਬਹਾਨੇ ਬਣਾਉਣੇ ਸ਼ੁਰੂ ਕੀਤੇ। ਇੱਕ ਗੱਲ, ਮੇਰਾ ਬਾਪ ਮਰ ਗਿਆ, ਦਬ ਕੇ ਆਵਾਂ, ਝੂਠ ਮਾਰਦਾ ਸੀਗਾ ਜੀ। ਤਾਂ ਜੇ ਤੇਰਾ ਬਾਪ ਮਰਿਆ ਤੂੰ ਭੀੜ ਵਿੱਚ ਕੀ ਕਰਦਾਗਾ, ਇੰਨੇ ਲੋਕਾਂ ਵਿੱਚ ਕੀ ਕਰ ਰਿਹਾਗਾ, ਉਹ ਵੀ ਬਹਾਨਾ। ਦੂਜਾ ਗੱਲ, ਮੈਂ ਤੁਹਾਡੇ ਪਿੱਛੇ ਆਵਾਂਗਾ, ਘਰੇ ਦੱਸ ਕੇ ਆਵਾਂ, ਘਰੇ ਦੱਸ ਕੇ ਆਵਾਂ ਭਾਈ, ਤੂੰ ਉਹਨਾਂ ਦਾ ਯਾਦ ਘਰੇ ਦੱਸਣ ਵਾਸਤੇ, ਲੋਕ ਦੱਸ ਦੇਣਗੇ ਆਪੇ ਹੀ। ਲੇਕਿਨ ਕੀ ਬਹਾਨਾ, ਇਨਸਾਨ ਨੂੰ ਆਦਤ ਪੈ ਚੁੱਕੀ ਹੈ ਬਹਾਨਾ ਬਣਾਉਣ ਦੀ। ਲੇਕਿਨ ਬਹਾਨਿਆਂ ਤੋਂ ਬਚੋ ਔਰ ਪਰਮੇਸ਼ਵਰ ਦੇ ਰਾਜ ਲਈ ਤਿਆਰ ਹੋਵੋ, ਕਿਉਂਕਿ ਪਰਮੇਸ਼ਵਰ ਬਹੁਤ ਜਲਦੀ ਆਉਣ ਵਾਲੇ ਨੇ। ਔਰ ਜਦ ਪਰਮੇਸ਼ਵਰ ਆਉਣਗੇ ਤਾਂ ਸਹੀ ਦੇ ਵਿੱਚ ਉਦੋਂ ਇੱਕ ਬਹਾਨਾ ਨਹੀਂ ਚੱਲਣਾ। ਬਹਾਨਾ ਕੀ, ਉਦੋਂ ਬੋਲ ਹੀ ਨਹੀਂ ਸਕਦੇ ਪਰਮੇਸ਼ਵਰ ਅੱਗੇ। ਅੱਜ ਤਾਂ ਅਸੀਂ ਬੜੀ ਦਲੇਰੀ ਨਾਲ ਬਹਾਨੇ ਬਣਾ ਸਕਦੇ ਹਾਂ, ਅੱਜ ਤਾਂ ਬੜੀ ਦਲੇਰੀ ਨਾਲ ਅਸੀਂ ਗੱਲ ਨੂੰ ਗੋਲ ਮੋਲ ਕਰ ਸਕਦੇ ਹਾਂ, ਅੱਜ ਤਾਂ ਬਹੁਤ ਦਲੇਰੀ ਨਾਲ, ਬਹੁਤ ਹੁਸ਼ਿਆਰੀ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ। ਲੇਕਿਨ ਪਰਮੇਸ਼ਵਰ ਦੇ ਸਾਹਮਣੇ ਇੱਕ ਵੀ ਨਹੀਂ ਚੱਲੇਗੀ, ਇੱਕ ਵੀ ਨਹੀਂ ਚੱਲੇਗੀ, ਕੋਈ ਗੱਲ ਵੀ ਨਹੀਂ ਆਏਗੀ। ਅੱਜ ਸਮਾਂਗਾ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। ਅੱਜ ਸਮਾਂਗਾ ਅਸੀਂ ਬਹਾਨਿਆਂ ਤੋਂ ਬਚੀਏ। ਇਸ ਲਈ ਕੋਈ ਬਹਾਨਾ ਨਾ ਬਣਾਓ। ਅਗਰ ਪਰਮੇਸ਼ਵਰ ਦਾ ਕੰਮ ਹੈ ਤਾਂ ਬਿਨਾਂ ਸਵਾਲ ਕੀਤੇ, ਬਿਨਾਂ ਕੁਝ ਕੀਤੇ ਪਰਮੇਸ਼ਵਰ ਦਾ ਕੰਮ ਕਰੋ। ਬਾਕੀ ਸਮਾਂ ਹੈ ਨਾ ਪਰਿਵਾਰ ਦੇ ਲਈ, ਮਾਂ ਬਾਪ ਦੇ ਲਈ, ਬੱਚਿਆਂ ਦੇ ਲਈ, ਪਤਨੀ ਲਈ, ਸਕੂਲਾਂ ਲਈ,
बाजार जाने के लिए बाकी समा है। अगर परमेश्वर का काम आ रहा है, परमेश्वर का काम पहल के आधार पर करो, पहल के आधार पर परमेश्वर का काम करो। आओ सारे अपने अखा बंद करिए, अपने सिरों में झुकाइए। और कोई भी जन अपने अख नहीं खोलेगा, और कोई भी जन उन प्रार्थना नहीं करेगा। सिर्फ शांत मन हो जाओ और अपने आप में सवाल करो। किसी को पूछने की जरूरत नहीं, किसी की गल देखने की जरूरत नहीं। कोई कुछ नहीं दिखेगा, कोई अख नहीं खोलेगा। हूँ समा का आप एक दूसरे मन में नहीं जानते, लेकिन तुहाडा मन, तुहाडा हिरदे अज तुहाडा गलबात करेगा कि कौन किस तरह में बहाने बना रहा है। कि मैं तो नहीं जो बहाने बना रहा है परमेश्वर के काम के लिए, मैं ज्यादा होशियारी दिखा रहा है, मैं परमेश्वर के काम को पिछा करके अपने जीवन के विच अपने मां बाप नूं, अपने भैन भाइयों नूं, अपने बच्चों नूं, अपनी पत्नी नूं परमेश्वर तो बढ़ के अहमियत दे रहा है। अगर परमेश्वर तो बढ़ के किसी को तुसीं अहमियत दे रहे हो तो तुहाडे लई कोई बहाना नहीं है, तुहाडे लई कोई भी बहाना नहीं है। अगर ऐसा हो रहा है तो यकीन मनो ये बहानेबाजी है। और बहानेबाजी भी कोई बाहर बच्चों नहीं, वो इंसान बाइबल दे लेंदा है कि मां बाप का आदर करो, बच्चों को प्यार करो, अपनी पत्नी को प्यार करो। ये वचन है। इंसान इन्होंने बहानों ले लेंदा है कि बाइबल दे इस तरह लिखा गा, लेकिन बाइबल दे लिखा गा कि जो कोई मेरे तो वध के इन्हों करे वो मेरा चेला नहीं है। अगर तुसी अपने कारोबार नूं, अपने रिश्तेदारों नूं, किसी भी चीज नूं परमेश्वर तो वध के प्यार कर रहे हो, चाहे तुहाडा बिजनेस है, चाहे तुहाडा कारोबार है, चाहे कुछ भी है, अगर तुसी परमेश्वर तो वध के उसनूं प्यार कर रहे हो, तो उसनूं ज्यादा अहमियत दे रहे हो, उसके ऊपर तुहाडा मन लग्या होएगा, उसके ऊपर तुहाडा चित्त लग्या होएगा, तो तुहाडे कोल कोई बहाना नहीं है कि जो तुहानूं बचा सके। कोई बहाना नहीं है कि जो तुहानूं परमेश्वर के हाथों छुड़ा सके। अज तक अगर ऐसा हो रहा है तो अज समा है, अज बहानेबाजी बंद करते हुए, अज बहानेबाजी बंद करते हुए पूरे विश्वास नाल, पूरी अधीनता नाल उस परमेश्वर में समर्पण हो जाओ। ये वचन समझ सके, इसमें मन सकिए, इसके अनुसार जीवन जी सकिए। परमेश्वर साढ़े सारे को बड़ी दया करे, कृपा करे। मेरे प्यारे पिता परमेश्वर प्रभु यीशु, मैं तुहाडा धन्नवाद करता हाँ, तारीफ करता हाँ पवित्र पिता प्रभु यीशु, तुहाडी आराधना करता हाँ, धन्नवाद करता पवित्र पिता जी तुहाडे सच्चे जिउंदे वचनों के लिए, जो वचन तुसीं दिते, जो वचन तुसीं सिखाए मेरे पिता जी। और प्यारे पिता असीं सारे इन्हां वचनों नूं सुन के मेरे पिता जी इसके ऊपर विश्वास करके इसके अनुसार चलने वाले बन जाइए पिता जी। और साडे विचों कोई भी मेरे पिता जी तुहाडे वचनों नूं सुन के अपने आप को धोखा देने वाला ना बने पिता, सगों विश्वास करके और मेरे पिता जी वचन के अनुसार जीवन जी सके पिता जी। ऐसी दया करो, ऐसी कृपा करो पिता जी। और प्यारे पिता सारा समा तुहाडे हत्थों च पेंदे होए प्रार्थना मंगदे साडे मुक्ति दाता प्रभु यीशु मसीह दे नाम च, आमीन।